ਬਾਦਸ਼ਾਹ ਆਰਥਰ ਅਤੇ ਉਸਦੇ ਮਹਾਨ ਯੋਧੇ। ਬ੍ਰਿਟੇਨ ਦਾ ਬਹੁਤ ਮਸ਼ਹੂਰ ਬਾਦਸ਼ਾਹ ਹੋਇਆ ਹੈ ਅਤੇ ਮੱਧਕਾਲੀ ਸਾਹਿਤ ਵਿੱਚ ਉਸ ਦਾ ਪ੍ਰਮੁੱਖ ਕਿਰਦਾਰ ਹੈ। ਐਂਗਲੋ ਅਮਰੀਕਨ ਯੁੱਧਾਂ ਵਿੱਚ ਰੋਮਨ ਤੋਂ ਬਾਅਦ ਬਰਤਾਨੀਆ ਦਾ ਪ੍ਰਮੁੱਖ ਨੇਤਾ ਮੰਨਿਆ ਜਾਂਦਾ ਹੈ। ਉਹ 1712 ਨੂੰ ਜਰਮਨੀ ਵਿੱਚ ਪੈਦਾ ਹੋਇਆ ਅਤੇ 1786 ਨੂੰ ਉਹ ਚਲਾਣਾ ਕਰ ਗਿਆ। ਉਹ ਮਹਾਨ ਯੋਧਾ ਸੀ ਜਿਸ ਨੇ ਕਿਹਾ ਜਾਂਦਾ ਹੈ ਕਿ ਕਈ ਰਾਖਸ਼ਾਂ, ਚੁੜੇਲਾਂ ਅਤੇ ਦਿਓਆਂ ਨੂੰ ਮਾਰ ਮੁਕਾਇਆ। ਆਰਥਰ ਕਿੰਗ ਪੈਂਡਰਾਗਾਨ ਦਾ ਪੁੱਤਰ ਸੀ, ਪਰ ਉਸ ਦਾ ਪਾਲਣ ਪੋਸ਼ਣ ਦੂਸਰੇ ਪਰਿਵਾਰ ਵਿੱਚ ਹੋਇਆ। ਕਹਾਣੀ ਮੁਤਾਬਕ ਜਦੋਂ ਉਸਨੇ ਪੱਥਰ ਵਿੱਚੋਂ ਤਲਵਾਰ ਕੱਢੀ ਤਾਂ ਉਸੇ ਵੇਲੇ ਉਸਨੂੰ ਰਾਜਾ ਬਣਾ ਦਿੱਤਾ ਗਿਆ। ਭਾਵੇਂ ਉਸਨੇ ਬੜੀ ਸੋਚ ਅਤੇ ਸਿਆਣਪ ਨਾਲ ਰਾਜ ਕੀਤਾ, ਮਰਲਿਨ ਨਾਂ ਦਾ ਜਾਦੂਗਰ ਉਸਦਾ ਮੁੱਖ ਸਲਾਹਕਾਰ ਸੀ। ਉਹ ਸਾਰੀ ਉਮਰ ਲੜਾਈਆਂ ਹੀ ਲੜਦਾ ਰਿਹਾ, ਪਰ ਇਤਿਹਾਸਕਾਰ ਅਜੇ ਤੱਕ ਉਸਨੂੰ ਅਸਲੀ ਰਾਜਾ ਨਹੀਂ ਦੱਸ ਸਕੇ। ਪਰ ਇੱਕ ਗੱਲ ਪੱਕੀ ਹੈ ਕਿ ਉਹ 6ਵੀਂ ਸਦੀ ਵਿੱਚ ਬੜੀ ਬਹਾਦਰੀ ਨਾਲ ਬ੍ਰਿਟਿਸ਼ ਫੌਜ ਦੀ ਹਮਲਿਆਂ ਵਿੱਚ ਅਗਵਾਈ ਕੀਤੀ। ਦਿਲਚਸਪ ਤੱਥ ਇਹ ਹੈ ਕਿ ਜਿਸ ਕਿਲ੍ਹੇ ਵਿੱਚ ਉਹ ਪੈਦਾ ਹੋਇਆ ਉਸਦੇ ਖੰਡਰ ਅੱਜ ਵੀ ਨਾਰਥ ਕਾਰਨਵੈਲ ਵਿੱਚ ਦੇਖੇ ਜਾ ਸਕਦੇ ਹਨ। ਯੁੱਧ 'ਤੇ ਜਾਣ ਤੋਂ ਪਹਿਲਾਂ ਉਹ ਆਪਣੇ ਭਤੀਜੇ ਮੌਡਰੇਡ ਨੂੰ ਕੈਮਲੌਟ ਦੀ ਵਾਗਡੋਰ ਦੇ ਦਿੰਦਾ ਹੈ, ਪਰ ਸੱਤਾ ਦੇ ਭੁੱਖੇ ਅਤੇ ਲਾਲਚੀ ਮੌਡਰੇਡ ਨੇ ਸਾਰਾ ਰਾਜ ਭਾਗ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕੀਤੀ। ਦੋਹਾਂ ਵਿੱਚ ਹੋਈ ਜ਼ਬਰਦਸਤ ਲੜਾਈ ਵਿੱਚ ਦੋਹਾਂ ਦਾ ਅੰਤ ਹੋ ਗਿਆ। ਬਾਦਸ਼ਾਹ ਆਰਥਰ ਦੀ ਕਹਾਣੀ ਹਾਵਰਡ ਬਾਇਲ ਦੁਆਰਾ 1903 ਵਿੱਚ ਲਿਖਿਆ ਗਿਆ ਨਾਵਲ ਹੈ। ਇਸ ਕਿਤਾਬ ਵਿੱਚ ਬਹੁਤ ਸਾਰੀਆਂ ਕਹਾਣੀਆਂ ਦਾ ਸੰਗ੍ਰਹਿ ਹੈ। ਇਸ ਨਾਵਲ ਦਾ ਆਰੰਭ ਆਰਥਰ ਦੇ ਜਵਾਨੀ ਤੋਂ ਸ਼ੁਰੂ ਹੋ ਕੇ ਕਈ ਬਹਾਦਰੀ, ਲੜਾਈ ਅਤੇ ਝਗੜਿਆਂ ਦੀਆਂ ਕਈ ਕਹਾਣੀਆਂ ਆਪਣੇ ਆਪ ਅੱਗੇ ਆਈ ਜਾਂਦੀਆਂ ਹਨ, ਜਿਨ੍ਹਾਂ ਵਿੱਚ ਰਾਜਾ ਬਣਨਾ, ਤਲਵਾਰ ਨੂੰ ਕੱਢ ਕੇ ਆਪਣੀ ਬਹਾਦਰੀ ਦੱਸਣੀ ਅਤੇ ਫਿਰ ਰਾਣੀ ਨੂੰ ਪ੍ਰਾਪਤ ਕਰਨਾ ਅਤੇ ਉਸ ਦਾ ਮਾਰਿਆ ਜਾਣਾ। ਆਓ ਅੱਜ ਅਸੀਂ ਖੋਜ ਅਤੇ ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲਿਆਂ ਵਾਸਤੇ ਇਹ ਜਾਣਕਾਰੀ ਪ੍ਰਾਪਤ ਕਰੀਏ। ਸ਼ੁਭ ਇਛਾਵਾਂ। ਧੰਨਵਾਦ। ਹਰਜੀਤ ਬਮਰਾ। ਬਾਦਸ਼ਾਹ ਆਰਥਰ। ਕਾਂਡ ਪਹਿਲਾ, ਆਰਥਰ ਦਾ ਗੱਦੀ 'ਤੇ ਬੈਠਣਾ। ਪੁਰਾਣੇ ਸਮੇਂ ਬਰਤਾਨੀਆ ਦੇ ਉਥਰ ਨਾਂ ਦਾ ਇੱਕ ਬਾਦਸ਼ਾਹ ਰਾਜ ਕਰਦਾ ਸੀ। ਉਹ ਕਾਰਨਵਾਲ ਦੇ ਰਹਿਣ ਵਾਲੀ ਇੱਕ ਸੁੰਦਰੀ ਨਾਲ, ਜਿਸ ਦਾ ਨਾਂ ਆਈਗ੍ਰੇਨ ਸੀ, ਵਿਆਹ ਕਰਨਾ ਚਾਹੁੰਦਾ ਸੀ, ਪਰ ਉਸ ਸੁੰਦਰੀ ਨੇ ਉਥਰ ਨਾਲ ਵਿਆਹ ਕਰਨੋਂ ਨਾ ਕਰ ਦਿੱਤੀ। ਇਸ 'ਤੇ ਬਾਦਸ਼ਾਹ ਬੜਾ ਦੁਖੀ ਹੋਇਆ ਅਤੇ ਗਮ ਦੇ ਕਾਰਨ ਉਹ ਬਿਮਾਰ ਪੈ ਗਿਆ। ਉਨੀ ਦਿਨੀ ਬਰਤਾਨੀਆ ਵਿੱਚ ਇੱਕ ਪ੍ਰਸਿੱਧ ਜਾਦੂਗਰ ਰਹਿੰਦਾ ਸੀ, ਜਿਸ ਦਾ ਨਾਂ ਮਰਲਿਨ ਸੀ। ਉਸਦੇ ਹੱਥ ਜਾਦੂ ਦੀ ਬੜੀ ਸ਼ਕਤੀ ਸੀ। ਉਹ ਇੱਕ ਥਾਂ ਬੈਠਿਆਂ ਬਿਠਾਇਆਂ ਦੂਜੀ ਥਾਂ ਪਹੁੰਚ ਜਾਂਦਾ ਸੀ ਅਤੇ ਜੋ ਗੱਲ ਉਹ ਮਨ ਵਿੱਚ ਧਾਰਦਾ ਸੀ ਉਸੇ ਵੇਲੇ ਪੂਰੀ ਕਰ ਸਕਦਾ ਸੀ। ਜਦ ਉਹਨੂੰ ਉਥਰ ਦੇ ਗਮ ਬਾਰੇ ਪਤਾ ਲੱਗਾ ਤਾਂ ਉਹ ਆਪਣੀ ਸ਼ਕਤੀ ਨਾਲ ਫੌਰਨ ਉਹਦੇ ਮਹੱਲ ਵਿੱਚ ਪਹੁੰਚਿਆ ਅਤੇ ਉਥਰ ਨੂੰ ਕਹਿਣ ਲੱਗਾ, ਮੈਨੂੰ ਤੁਹਾਡੇ ਦੁੱਖ ਦਾ ਕਾਰਨ ਪਤਾ ਲੱਗ ਗਿਆ ਏ। ਜੇ ਤੁਸੀਂ ਆਪਣਾ ਪਹਿਲਾ ਪੁੱਤਰ ਮੇਰੇ ਹਵਾਲੇ ਕਰਨ ਦਾ ਇਕਰਾਰ ਕਰੋ ਤਾਂ ਮੈਂ ਤੁਹਾਡੇ ਮਨ ਦੀ ਇੱਛਾ ਪੂਰੀ ਕਰ ਸਕਦਾ ਹਾਂ। ਬਾਦਸ਼ਾਹ ਇਹ ਗੱਲ ਬੜੀ ਖੁਸ਼ੀ ਮੰਨ ਗਿਆ। ਮਰਲਿਨ ਨੇ ਉਥਰ ਨੂੰ ਇਤਨਾ ਸੁੰਦਰ ਬਣਾ ਦਿੱਤਾ ਕਿ ਆਈਗ੍ਰੇਨ ਨੇ ਉਹਦੇ ਨਾਲ ਵਿਆਹ ਕਰਨਾ ਕਬੂਲ ਕਰ ਲਿਆ। ਕੁਝ ਸਮੇਂ ਪਿੱਛੋਂ ਉਥਰ ਦੇ ਘਰ ਇੱਕ ਸੁੰਦਰ ਸ਼ਹਿਜ਼ਾਦਾ ਪੈਦਾ ਹੋਇਆ। ਰਾਜ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਅਤੇ ਉਸ ਸ਼ਹਿਜ਼ਾਦੇ ਦਾ ਨਾਂ ਆਰਥਰ ਰੱਖਿਆ ਗਿਆ। ਬਾਦਸ਼ਾਹ ਆਪਣਾ ਇਕਰਾਰ ਪੂਰਾ ਕਰਨਾ ਚਾਹੁੰਦਾ ਸੀ, ਇਸ ਲਈ ਸ਼ਹਿਜ਼ਾਦੇ ਨੂੰ ਮਹੱਲ ਦੇ ਇੱਕ ਚੋਰ ਦਰਵਾਜ਼ੇ ਪਾਸ ਲਿਆਂਦਾ ਗਿਆ। ਆਪਸ ਵਿੱਚ ਸਮਝੌਤੇ ਅਨੁਸਾਰ ਜਾਦੂਗਰ ਬੱਚੇ ਨੂੰ ਲੈ ਜਾਣ ਲਈ ਉੱਥੇ ਖੜਾ ਉਡੀਕ ਰਿਹਾ ਸੀ, ਸੋ ਸ਼ਹਿਜ਼ਾਦਾ ਉਹਦੇ ਹਵਾਲੇ ਕਰ ਦਿੱਤਾ ਗਿਆ। ਇਸ ਘਟਨਾ ਤੋਂ ਜਲਦੀ ਹੀ ਪਿੱਛੋਂ ਉਥਰ ਬੜਾ ਬਿਮਾਰ ਹੋ ਗਿਆ। ਉਸਨੂੰ ਪਤਾ ਲੱਗ ਗਿਆ ਕਿ ਉਹਦੇ ਮਰਨ ਦਾ ਵੇਲਾ ਆ ਗਿਆ ਹੈ, ਇਸ ਲਈ ਉਹਨੇ ਮਰਲਿਨ ਦੀ ਸਲਾਹ ਨਾਲ ਆਪਣੇ ਸਾਰੇ ਸਰਦਾਰਾਂ ਨੂੰ ਕੋਲ ਸੱਦਿਆ ਅਤੇ ਕਿਹਾ, ਮੇਰਾ ਆਖਰੀ ਸਮਾਂ ਨੇੜੇ ਆ ਗਿਆ ਏ। ਮੈਂ ਚਾਹੁੰਦਾ ਹਾਂ ਕਿ ਜਿਵੇਂ ਹੁਣ ਤੱਕ ਤੁਸੀਂ ਮੇਰਾ ਹੁਕਮ ਮੰਨਦੇ ਰਹੇ ਹੋ, ਉਸੇ ਤਰ੍ਹਾਂ ਮੇਰੇ ਪਿੱਛੋਂ ਸ਼ਹਿਜ਼ਾਦੇ ਆਰਥਰ ਦੇ ਆਗਿਆਕਾਰ ਰਹਿਣਾ। ਇਹ ਕਹਿ ਕੇ ਬਾਦਸ਼ਾਹ ਨੇ ਆਪਣਾ ਮੂੰਹ ਕੰਧ ਵੱਲ ਮੋੜ ਲਿਆ ਅਤੇ ਸਵਾਸ ਦੇ ਦਿੱਤੇ। ਪਰ ਉਥਰ ਦੇ ਮਰਦਿਆਂ ਹੀ ਝਗੜੇ ਖੜੇ ਹੋ ਗਏ। ਉਹਦੇ ਸਰਦਾਰਾਂ ਵਿੱਚੋਂ ਬਹੁਤ ਸਾਰੇ ਐਸੇ ਸਨ ਜਿਨ੍ਹਾਂ ਨੇ ਨਾ ਹੀ ਸ਼ਹਿਜ਼ਾਦੇ ਆਰਥਰ ਨੂੰ ਕਦੀ ਵੇਖਿਆ ਸੀ, ਨਾ ਹੀ ਉਸ ਬਾਰੇ ਸੁਣਿਆ ਸੀ। ਉਹਨਾਂ ਵਿੱਚੋਂ ਇੱਕ ਵੀ ਐਸਾ ਸਰਦਾਰ ਨਹੀਂ ਸੀ ਜੋ ਇਹ ਸਹਾਰ ਸਕੇ ਕਿ ਉਹਨਾਂ 'ਤੇ ਇੱਕ ਛੋਟਾ ਜਿਹਾ ਬੱਚਾ ਰਾਜ ਕਰੇ। ਸਗੋਂ ਹਰ ਇੱਕ ਆਪਣੇ ਆਪ ਨੂੰ ਰਾਜਗੱਦੀ ਦੇ ਯੋਗ ਸਮਝਦਾ ਸੀ। ਉਹ ਆਪਣੇ ਕਿਲ੍ਹਿਆਂ ਨੂੰ ਮਜ਼ਬੂਤ ਕਰਕੇ ਇੱਕ ਦੂਜੇ ਨਾਲ ਟੱਕਰ ਲੈਣ ਲਈ ਤਿਆਰ ਹੋ ਗਏ। ਇਸ ਪਸੂੜੀ ਵਿੱਚ ਗਰੀਬ ਲੋਕਾਂ ਦੀ ਹਾਲਤ ਬੜੀ ਭੈੜੀ ਹੋ ਗਈ, ਕਿਉਂਕਿ ਹੁਣ ਉਹਨਾਂ ਦੀ ਦੇਖਭਾਲ ਕਰਨ ਵਾਲਾ ਕੋਈ ਵੀ ਨਹੀਂ ਸੀ। ਮਰਲਿਨ ਨੂੰ ਇਹਨਾਂ ਹੋਣ ਵਾਲੇ ਝਗੜਿਆਂ ਬਾਰੇ ਪਹਿਲੋਂ ਹੀ ਪਤਾ ਸੀ, ਇਸ ਲਈ ਉਹਨੇ ਇਹੀ ਚੰਗਾ ਸਮਝਿਆ ਕਿ ਜਿੰਨਾ ਚਿਰ ਤੱਕ ਸ਼ਹਿਜ਼ਾਦਾ ਇਸ ਯੋਗ ਨਹੀਂ ਹੋ ਜਾਂਦਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾ ਸਕੇ, ਉਹਨੂੰ ਇਹਨਾਂ ਝਗੜਾਲੂ ਸਰਦਾਰਾਂ ਕੋਲੋਂ ਦੂਰ ਹੀ ਰੱਖਿਆ ਜਾਏ। ਮਰਲਿਨ ਨੇ ਸ਼ਹਿਜ਼ਾਦੇ ਦੀ ਪਾਲਣਾ ਇੱਕ ਬੜੇ ਲਾਇਕ ਅਤੇ ਸਿਆਣੇ ਸਰਦਾਰ ਸਰ ਐਕਟਰ ਨੂੰ ਸੌਂਪ ਦਿੱਤੀ। ਉਸ ਸਰਦਾਰ ਦਾ ਸ਼ਹਿਜ਼ਾਦੇ ਆਰਥਰ ਦੀ ਉਮਰ ਦਾ ਹੀ ਇੱਕ ਲੜਕਾ ਸੀ, ਜਿਸ ਦਾ ਨਾਂ ਕੇ ਸੀ।
ਇਹਨਾਂ ਦੋਹਾਂ ਦਾ ਆਪਸ ਵਿੱਚ ਬੜਾ ਪਿਆਰ ਪੈ ਗਿਆ। ਜਦੋਂ ਆਰਥਰ ਵੱਡਾ ਹੋਇਆ ਤਾਂ ਉਹ ਬੜਾ ਲੰਮਾ ਚੌੜਾ ਤੇ ਸਵਜੀਲਾ ਜਵਾਨ ਨਿਕਲਿਆ। ਉਹਨੇ ਨਾ ਕੇਵਲ ਸ਼ਸਤਰ ਵਿੱਦਿਆ ਵਿੱਚ ਕਮਾਲ ਹਾਸਲ ਕਰ ਲਿਆ, ਬਲਕਿ ਉਹ ਰਾਜਨੀਤੀ ਵਿੱਚ ਵੀ ਬੜਾ ਚਤੁਰ ਹੋ ਗਿਆ। ਮਰਲਿਨ ਨੇ ਕੈਂਟਰਬਰੀ ਦੇ ਵੱਡੇ ਪਾਦਰੀ ਪਾਸ ਜਾ ਕੇ ਉਹਨੂੰ ਕਿਹਾ ਕਿ ਉਹ ਦੇਸ਼ ਦੇ ਸਾਰੇ ਵੱਡੇ ਵੱਡੇ ਆਦਮੀਆਂ ਨੂੰ ਗਿਰਜੇ ਵਿੱਚ ਇਕੱਠੇ ਹੋਣ ਦਾ ਸੱਦਾ ਭੇਜੇ, ਤਾਂ ਜੋ ਸਭ ਇਹ ਜਾਣ ਸਕਣ ਕਿ ਦੇਸ਼ ਦਾ ਅਸਲੀ ਬਾਦਸ਼ਾਹ ਕੌਣ ਹੈ। ਵੱਡੇ ਪਾਦਰੀ ਨੇ ਇਸੇ ਤਰ੍ਹਾਂ ਹੀ ਕੀਤਾ ਤੇ ਦੇਸ਼ ਦੇ ਸਾਰੇ ਵੱਡੇ ਵੱਡੇ ਸਰਦਾਰਾਂ ਨੂੰ ਸੱਦ ਭੇਜਿਆ। ਨਿਯਤ ਕੀਤੇ ਦਿਨ ਨੂੰ ਜਦੋਂ ਸਾਰੇ ਸਰਦਾਰ ਇਕੱਠੇ ਹੋਏ ਤਾਂ ਉਹਨਾਂ ਨੇ ਗਿਰਜੇ ਘਰ ਦੇ ਬਾਹਰ ਇੱਕ ਅਜੀਬ ਚਮਤਕਾਰ ਵੇਖਿਆ। ਉੱਥੇ ਇੱਕ ਪੱਥਰ ਤੇ ਲੋਹਾਰਾਂ ਵਾਲਾ ਐਰਨ ਪਿਆ ਸੀ, ਜਿਸ ਵਿੱਚ ਇੱਕ ਤਲਵਾਰ ਖੁੱਭੀ ਪਈ ਸੀ। ਉਸ ਪੱਥਰ ਤੇ ਲਿਖਿਆ ਹੋਇਆ ਸੀ, ਜੋ ਕੋਈ ਵੀ ਇਸ ਤਲਵਾਰ ਨੂੰ ਖਿੱਚ ਕੇ ਕੱਢ ਸਕੇ ਉਹ ਹੀ ਬਰਤਾਨੀਆ ਦਾ ਬਾਦਸ਼ਾਹ ਬਣਨ ਦਾ ਹੱਕਦਾਰ ਹੈ। ਇਹ ਵੇਖਦਿਆਂ ਹੀ ਸਰਦਾਰਾਂ ਵਿੱਚ ਖਲਬਲੀ ਮਚ ਗਈ। ਹਰ ਇੱਕ ਚਾਹੁੰਦਾ ਸੀ ਆਪਣੀ ਤਾਕਤ ਅਜ਼ਮਾਉਣ ਦਾ ਮੌਕਾ ਪਹਿਲਾਂ ਉਸ ਨੂੰ ਮਿਲੇ। ਇਸ ਤੇ ਵੱਡੇ ਪਾਦਰੀ ਨੇ ਫੈਸਲਾ ਦਿੱਤਾ ਕਿ ਅਹੁਦੇ ਅਨੁਸਾਰ ਪਹਿਲਾਂ ਸਭ ਤੋਂ ਵੱਡਾ ਤੇ ਫਿਰ ਉਸ ਤੋਂ ਛੋਟਾ ਸਰਦਾਰ ਆਪਣੀ ਕਿਸਮਤ ਅਜ਼ਮਾਏ। ਹਰ ਇੱਕ ਨੇ ਵਾਰੀ-ਵਾਰੀ ਕੋਸ਼ਿਸ਼ ਕੀਤੀ, ਪਰ ਤਲਵਾਰ ਇੱਕ ਉਂਗਲ ਪਰ ਵੀ ਬਾਹਰ ਨੂੰ ਨਾ ਖਿੱਚੀ ਜਾ ਸਕੀ। ਆਖਰ ਸਭ ਜਣੇ ਸ਼ਰਮਿੰਦੇ ਹੋ ਕੇ ਆਪੋ ਆਪਣੀ ਥਾਂ ਜਾ ਬੈਠੇ। ਇਹ ਵੇਖ ਕੇ ਵੱਡੇ ਪਾਦਰੀ ਨੇ ਦੇਸ਼ ਦੇ ਕੋਨੇ-ਕੋਨੇ ਵਿੱਚ ਇਹ ਖਬਰ ਭੇਜ ਦਿੱਤੀ ਕਿ ਈਸਟਰ ਦੇ ਸਮੇਂ ਇੱਕ ਭਾਰੀ ਇਕੱਠ ਹੋਵੇਗਾ, ਜਿਸ ਵਿੱਚ ਦੇਸ਼ ਦਾ ਹਰ ਇੱਕ ਸਰਦਾਰ ਬਾਦਸ਼ਾਹ ਬਣਨ ਲਈ ਆਪਣੀ ਕਿਸਮਤ ਅਜ਼ਮਾ ਸਕਦਾ ਹੈ। ਈਸਟਰ ਦੇ ਤਿਉਹਾਰ 'ਤੇ ਸਾਰੇ ਸਰਦਾਰ ਹੁਮ-ਹੁਮਾ ਕੇ ਲੰਡਨ ਵਿੱਚ ਪਹੁੰਚੇ। ਉਹਨਾਂ ਵਿੱਚ ਸਰ ਐਕਟਰ, ਉਸ ਦਾ ਲੜਕਾ ਸਰ ਕੇ, ਜਿਹੜਾ ਹੁਣੇ ਜਿਹੀ ਯੋਧਾ ਸੱਜਿਆ ਸੀ, ਤੇ ਸ਼ਹਿਜ਼ਾਦਾ ਆਰਥਰ ਵੀ ਸਨ। ਜਿਸ ਦਿਨ ਮੁਕਾਬਲਾ ਹੋਣਾ ਸੀ, ਸਰ ਕੇ ਅਤੇ ਸ਼ਹਿਜ਼ਾਦਾ ਆਰਥਰ ਮੈਦਾਨ ਵੱਲ ਤੁਰ ਪਏ। ਰਾਹ ਵਿੱਚ ਅਚਾਨਕ ਸਰ ਕੇ ਨੂੰ ਯਾਦ ਆ ਗਿਆ ਕਿ ਉਹ ਤਾਂ ਆਪਣੀ ਤਲਵਾਰ ਹੀ ਪਿੱਛੇ ਭੁੱਲ ਆਇਆ ਹੈ। ਸ਼ਹਿਜ਼ਾਦਾ ਆਰਥਰ ਉਸੇ ਵੇਲੇ ਆਪਣੇ ਮਿੱਤਰ ਦੀ ਤਲਵਾਰ ਲੈਣ ਲਈ ਘਰ ਵੱਲ ਤੁਰ ਪਿਆ। ਉੱਥੇ ਪਹੁੰਚ ਕੇ ਉਹਨੇ ਵੇਖਿਆ ਕਿ ਘਰ ਦੇ ਸਭ ਜੀਅ ਮੁਕਾਬਲਾ ਵੇਖਣ ਲਈ ਗਏ ਹੋਏ ਹਨ ਤੇ ਘਰ ਦਾ ਦਰਵਾਜ਼ਾ ਬੰਦ ਹੈ। ਆਰਥਰ ਨੂੰ ਬੜਾ ਦੁੱਖ ਹੋਇਆ, ਕਿਉਂਕਿ ਤਲਵਾਰ ਤੋਂ ਬਿਨਾਂ ਉਹਦਾ ਮਿੱਤਰ ਸਰ ਕੇ ਜਿੱਤਣ ਦਾ ਮੌਕਾ ਗੁਆ ਬੈਠੇਗਾ। ਅਚਾਨਕ ਉਹਨੂੰ ਖਿਆਲ ਆਇਆ ਕਿ ਗਿਰਜੇ ਘਰ ਦੇ ਵਿਹੜੇ ਵਿੱਚ ਐਰਨ ਵਿੱਚ ਖੁੱਭੀ ਹੋਈ ਤਲਵਾਰ ਹੀ ਕਿਉਂ ਨਾ ਕੱਢ ਲਵਾਂ। ਇਹ ਸੋਚ ਕੇ ਉਹਨੇ ਘੋੜੇ ਨੂੰ ਬਹੁਤ ਤੇਜ਼ ਦੌੜਾਇਆ ਤੇ ਸਿੱਧਾ ਗਿਰਜੇ ਘਰ ਜਾ ਪਹੁੰਚਿਆ। ਉਸ ਤਲਵਾਰ ਦੇ ਲਾਗੇ ਉਸ ਵੇਲੇ ਕੋਈ ਵੀ ਪਹਿਰੇਦਾਰ ਮੌਜੂਦ ਨਹੀਂ ਸੀ, ਕਿਉਂਕਿ ਉਹ ਆਪ ਸਭ ਮੁਕਾਬਲਾ ਵੇਖਣ ਲਈ ਗਏ ਹੋਏ ਸਨ। ਉਹ ਫੌਰਨ ਘੋੜੇ ਤੋਂ ਉਤਰਿਆ ਤੇ ਕਬਜ਼ੇ ਵਿੱਚ ਹੱਥ ਪਾ ਕੇ ਤਲਵਾਰ ਸਹਿਲ ਹੀ ਐਰਨ ਵਿੱਚੋਂ ਖਿੱਚ ਕੇ ਬਾਹਰ ਕੱਢ ਲਈ ਤੇ ਜਾ ਆਪਣੇ ਮਿੱਤਰ ਦੇ ਹਵਾਲੇ ਕੀਤੀ। ਸਰ ਕੇ ਤਲਵਾਰ ਵੇਖਦਿਆਂ ਹੀ ਤੜ ਗਿਆ ਕਿ ਉਹ ਤਾਂ ਗਿਰਜੇ ਘਰ ਵਾਲੀ ਹੀ ਤਲਵਾਰ ਹੈ। ਉਹਨੇ ਇਹ ਖਬਰ ਆਪਣੇ ਪਿਤਾ ਨੂੰ ਜਾ ਦਿੱਤੀ ਤੇ ਕਿਹਾ, ਵੱਡਾ ਪਾਦਰੀ ਕਹਿੰਦਾ ਸੀ ਕਿ ਇਸ ਤਲਵਾਰ ਦਾ ਮਾਲਕ ਬਰਤਾਨੀਆ ਦਾ ਬਾਦਸ਼ਾਹ ਬਣੇਗਾ। ਕੀ ਮੈਂ ਸੱਚਮੁੱਚ ਬਾਦਸ਼ਾਹ ਹਾਂ? ਉਹਦੇ ਪਿਤਾ ਦੇ ਪੁੱਛਣ ਤੇ ਉਹਨੇ ਇਹ ਤਲਵਾਰ ਹਾਸਲ ਕਿਵੇਂ ਕੀਤੀ ਹੈ? ਉਹਨੇ ਦੱਸਿਆ, ਇਹ ਸ਼ਹਿਜ਼ਾਦੇ ਆਰਥਰ ਨੇ ਗਿਰਜੇ ਘਰ ਵਿੱਚੋਂ ਮੇਰੇ ਲਈ ਆਂਦੀ ਹੈ। ਇਸ ਤੇ ਸਰ ਐਕਟਰ ਸ਼ਹਿਜ਼ਾਦੇ ਆਰਥਰ ਸਾਹਮਣੇ ਝੁਕ ਗਿਆ ਤੇ ਕਹਿਣ ਲੱਗਾ, ਅੱਜ ਤੋਂ ਮੈਂ ਤੁਹਾਨੂੰ ਆਪਣਾ ਬਾਦਸ਼ਾਹ ਮੰਨਦਾ ਹਾਂ ਤੇ ਮੈਂ ਅੱਗੇ ਤੋਂ ਤਨ ਮਨ ਨਾਲ ਤੁਹਾਡੀ ਸੇਵਾ ਕਰਾਂਗਾ। ਇਸ ਤੋਂ ਪਿੱਛੋਂ ਸਰ ਐਕਟਰ ਤੇ ਇਸ ਕੌਤਕ ਦਾ ਸਾਰਾ ਹਾਲ ਜਾ ਕੇ ਵੱਡੇ ਪਾਦਰੀ ਨੂੰ ਗਿਆ। ਉਹ ਬੜਾ ਹੈਰਾਨ ਹੋਇਆ ਤੇ ਉਹਨੇ ਆਰਥਰ ਨੂੰ ਕਿਹਾ ਕਿ ਉਹ ਸਾਰਿਆਂ ਸਾਹਮਣੇ ਇਸ ਤਲਵਾਰ ਨੂੰ ਐਰਨ ਵਿੱਚ ਖੋਭ ਕੇ ਫਿਰ ਬਾਹਰ ਕੱਢੇ। ਆਰਥਰ ਨੇ ਆਸਾਨੀ ਨਾਲ ਤਲਵਾਰ ਖੋਭ ਕੇ ਫਿਰ ਕੱਢ ਲਈ। ਇਸ ਤੇ ਬਹੁਤ ਸਾਰੇ ਸਰਦਾਰਾਂ ਨੂੰ ਤੈਸ਼ ਆ ਗਿਆ ਤੇ ਉਹ ਕਹਿਣ ਲੱਗੇ, ਇਹ ਕੰਮ ਜਿਹੜਾ ਇੱਕ ਨਿੱਕਾ ਜਿਹਾ ਛੋਕਰਾ ਕਰ ਸਕਦਾ ਹੈ, ਕਿ ਅਸੀਂ ਨਹੀਂ ਕਰ ਸਕਦੇ? ਵੱਡੇ ਪਾਦਰੀ ਨੇ ਇਹ ਸੁਣ ਕੇ ਤਲਵਾਰ ਨੂੰ ਫਿਰ ਉਸੇ ਥਾਂ ਟਿਕਾ ਦਿੱਤਾ ਤੇ ਵਾਰੋ ਵਾਰੀ ਸਭ ਨੂੰ ਉੱਥੋਂ ਕੱਢਣ ਲਈ ਕਿਹਾ, ਪਰ ਪੂਰਾ ਟਿਲ ਲਾਉਣ ਤੇ ਕੋਈ ਵੀ ਸਫਲ ਨਾ ਹੋਇਆ। ਅਖੀਰ ਵਿੱਚ ਆਰਥਰ ਨੇ ਤਲਵਾਰ ਪਹਿਲਾਂ ਵਾਂਗ ਹੀ ਆਸਾਨੀ ਨਾਲ ਕੱਢ ਲਈ। ਇਹ ਵੇਖਦੇ ਹੀ ਚੌਂ ਪਾਸੇ ਰੌਲਾ ਪੈ ਗਿਆ, ਆਰਥਰ ਸਾਡਾ ਬਾਦਸ਼ਾਹ ਹੈ। ਅਸੀਂ ਆਰਥਰ ਤੋਂ ਸਿਵਾ ਕਿਸੇ ਨੂੰ ਬਾਦਸ਼ਾਹ ਨਹੀਂ ਮੰਨਦੇ। ਭਾਵੇਂ ਬਾਕੀ ਸਰਦਾਰ ਅੰਦਰੋਂ ਅੰਦਰ ਸੜਦੇ ਪੁੱਜਦੇ ਰਹੇ ਤੇ ਧਮਕੀਆਂ ਦਿੰਦੇ ਰਹੇ, ਪਰ ਉਹਨਾਂ ਨੂੰ ਮਜਬੂਰਨ ਆਰਥਰ ਸਾਹਮਣੇ ਝੁਕਣਾ ਪਿਆ। ਵੱਡੇ ਪਾਦਰੀ ਨੇ ਉਹਦੇ ਸਿਰ ਤੇ ਤਾਜ ਰੱਖ ਦਿੱਤਾ। ਇਸ ਤੇ ਸਭ ਨੇ ਉਹਨੂੰ ਬਾਦਸ਼ਾਹ ਮੰਨ ਲਿਆ। ਬਾਦਸ਼ਾਹ ਬਣਨ ਪਿੱਛੋਂ ਆਰਥਰ ਨੇ ਇਸ ਸਿਆਣਪ ਨਾਲ ਰਾਜ ਪ੍ਰਬੰਧ ਚਲਾਇਆ ਕਿ ਹਰ ਥਾਂ ਅਮਨ ਚੈਨ ਤੇ ਖੁਸ਼ਹਾਲੀ ਛਾ ਗਈ। ਉਹਨੇ ਆਪਣੇ ਪੁਰਾਣੇ ਮਿੱਤਰਾਂ ਨੂੰ ਯਾਦ ਰੱਖਿਆ ਤੇ ਉਹਨਾਂ ਨੂੰ ਮਾਲਾ ਮਾਲ ਕਰ ਦਿੱਤਾ। ਆਪਣੇ ਧਰਮ ਭਰਾ ਸਰ ਕੇ ਨੂੰ ਉਹਨੇ ਆਪਣਾ ਮੰਤਰੀ ਬਣਾ ਲਿਆ ਤੇ ਆਪਣੇ ਧਰਮ ਪਿਤਾ ਸਰ ਐਕਟਰ ਦੇ ਨਾਵੇਂ ਬਹੁਤ ਸਾਰੀ ਜ਼ਮੀਨ ਲਾ ਦਿੱਤੀ। ਗੋਲਮੇਜ਼ ਦੇ ਯੋਧੇ। ਹੁਣ ਆਰਥਰ ਬਾਦਸ਼ਾਹ ਤਾਂ ਬਣ ਗਿਆ, ਪਰ ਉਹਦੇ ਸਾਹਮਣੇ ਅਣਗਿਣਤ ਔਕੜਾਂ ਸਨ। ਕਈ ਛੋਟੇ-ਛੋਟੇ ਰਾਜਿਆਂ ਨੇ ਉਹਦੇ ਸਾਹਮਣੇ ਝੁਕਣ ਤੋਂ ਇਨਕਾਰ ਕਰ ਦਿੱਤਾ ਤੇ ਇਕੱਠੇ ਹੋ ਕੇ ਆਰਥਰ ਦਾ ਵਿਰੋਧ ਕਰਨ ਲੱਗ ਪਏ। ਇਹਨਾਂ ਵਿਰੋਧੀਆਂ ਦਾ ਮੋਹਰੀ ਔਰਕਨੀਜ਼ ਟਾਪੂਆਂ ਦਾ ਰਾਜਾ ਸੀ, ਜਿਸ ਦਾ ਨਾਂ ਲੋਟ ਸੀ ਤੇ ਜਿਸ ਦਾ ਵਿਆਹ ਆਰਥਰ ਦੀ ਭੈਣ ਸ਼ਹਿਜ਼ਾਦੀ ਥੈਲੀਸੈਂਟ ਨਾਲ ਹੋ ਚੁੱਕਾ ਸੀ। ਜਾਦੂਗਰ ਮਰਲਿਨ ਦੀ ਸਲਾਹ ਨਾਲ ਆਰਥਰ ਨੇ ਸਮੁੰਦਰੋਂ ਪਾਰ ਗਾਲ ਦੇਸ਼ ਦੇ ਦੋ ਤਾਕਤਵਰ ਰਾਜਿਆਂ ਦੀ, ਜਿਨ੍ਹਾਂ ਦਾ ਨਾਂ ਰਾਜਾ ਬਾਨ ਤੇ ਰਾਜਾ ਬੋਰਸ ਸੀ, ਸਹਾਇਤਾ ਲਈ ਆਪਣੇ ਦੂਤ ਭੇਜੇ।
ਉਹਨਾਂ ਦੀ ਮਦਦ ਨਾਲ ਆਰਥਰ ਨੇ ਟ੍ਰੈਂਟ ਨਦੀ ਦੇ ਨੇੜੇ ਇੱਕ ਲੜਾਈ ਵਿੱਚ ਆਪਣੇ ਵੈਰੀਆਂ ਨੂੰ ਹਰਾ ਦਿੱਤਾ। ਜਦੋਂ ਉਹਨਾਂ ਦੋਹਾਂ ਰਾਜਿਆਂ ਨੂੰ ਸਹਾਇਤਾ ਦੀ ਲੋੜ ਪਈ ਤਾਂ ਆਰਥਰ ਨੇ ਵੀ ਦਿਲ ਖੋਲ੍ਹ ਕੇ ਉਹਨਾਂ ਦੀ ਸਹਾਇਤਾ ਕੀਤੀ। ਇਸ ਤਰ੍ਹਾਂ ਬਾਰਨ ਅਤੇ ਬੋਟਸ ਆਰਥਰ ਦੇ ਬੜੇ ਪੱਕੇ ਮਿੱਤਰ ਬਣ ਗਏ। ਆਪਣੇ ਦੁਸ਼ਮਣਾਂ 'ਤੇ ਕਾਬੂ ਪਾ ਕੇ ਬਾਦਸ਼ਾਹ ਆਰਥਰ ਆਪਣੇ ਦੇਸ਼ ਵਿੱਚ ਅਮਨ ਕਾਇਮ ਕਰਨ ਦੇ ਕੰਮ ਵਿੱਚ ਜੁਟ ਪਿਆ। ਜਿਹੜੇ ਲੋਕਾਂ ਨੇ ਤਾਂ ਉਹਦੀ ਈਨ ਮੰਨ ਲਈ ਅਤੇ ਜ਼ੁਲਮ ਅਤੇ ਅਨਿਆਂ ਛੱਡ ਦਿੱਤਾ, ਉਹਨਾਂ ਨਾਲ ਆਰਥਰ ਬੜੀ ਮਿਹਰਬਾਨੀ ਨਾਲ ਪੇਸ਼ ਆਇਆ, ਪਰ ਉਹਨਾਂ ਦੀ ਥਾਂ ਜਿਹੜੇ ਅਮੋੜ ਅਤੇ ਜ਼ਿੱਦੀ ਸਨ, ਉਹਨੇ ਚੰਗੇ ਚੰਗੇ ਅਫਸਰ ਨਿਯਤ ਕੀਤੇ। ਉਹਨੇ ਜੰਗਲਾਂ ਨੂੰ ਕਟਵਾ ਕੇ ਸੜਕਾਂ ਬਣਵਾਈਆਂ। ਇਸ ਤਰ੍ਹਾਂ ਉਹਨੇ ਮੁਸਾਫਰਾਂ ਨੂੰ ਧਾੜਵੀਆਂ ਅਤੇ ਜੰਗਲੀ ਜਾਨਵਰਾਂ ਦੇ ਡਰ ਤੋਂ ਬਚਾਇਆ। ਬੇਘਰ ਹੋਏ ਲੋਕ ਮੁੜ ਕੇ ਆਪਣੀਆਂ ਜ਼ਮੀਨਾਂ 'ਤੇ ਵਸ ਗਏ। ਉਹਨਾਂ ਛੋਟੇ ਛੋਟੇ ਰਾਜਿਆਂ ਵਿੱਚੋਂ ਜਿਨ੍ਹਾਂ ਨੂੰ ਆਰਥਰ ਨੇ ਉਹਨਾਂ ਦੇ ਇਲਾਕੇ ਵਿੱਚ ਸ਼ਾਂਤੀ ਕਾਇਮ ਕਰਨ ਵਿੱਚ ਸਹਾਇਤਾ ਦਿੱਤੀ ਸੀ, ਲਿਓਡੀਗਨੈਰਨਸ ਦਾ ਇੱਕ ਰਾਜਾ ਸੀ ਜੋ ਕੈਮਿਲੀਆਰਡ ਦੇ ਇਲਾਕੇ 'ਤੇ ਰਾਜ ਕਰਦਾ ਸੀ। ਉਹਦੀ ਇੱਕ ਬੜੀ ਸੁੰਦਰ ਲੜਕੀ ਸੀ ਜਿਸ ਦਾ ਨਾਂ ਜੈਨੀਵੀਅਰ ਸੀ। ਉਹਨੂੰ ਵੇਖਦਿਆਂ ਹੀ ਆਰਥਰ ਉਹਦੇ 'ਤੇ ਮੋਹਿਤ ਹੋ ਗਿਆ। ਆਰਥਰ ਨੇ ਇਸ ਬਾਰੇ ਜਾਦੂਗਰ ਮਰਲਿਨ ਦੀ ਸਲਾਹ ਲਈ। ਮਰਲਿਨ ਨੇ ਬੜਾ ਉਦਾਸ ਚਿੱਤ ਹੋ ਕੇ ਕਿਹਾ, ਚੰਗਾ ਹੁੰਦਾ ਜੇ ਜੇਵੀਅਰ ਦੀ ਥਾਂ ਤੁਹਾਡਾ ਕਿਸੇ ਹੋਰ ਨਾਲ ਪਿਆਰ ਪੈਂਦਾ, ਪਰ ਕਿਸਮਤ ਦੇ ਅੱਗੇ ਕਿਸ ਦਾ ਜ਼ੋਰ ਹੈ। ਆਰਥਰ ਆਪਣੇ ਸਰਦਾਰਾਂ ਨੂੰ ਨਾਲ ਲੈ ਕੇ ਲਿਊਡੀਗਰਨੇਜ਼ ਪਾਸ ਗਿਆ ਅਤੇ ਆਪਣੇ ਲਈ ਜੈਨਵੀਅਰ ਦਾ ਰਿਸ਼ਤਾ ਮੰਗਿਆ। ਲਿਊਡੀਗਰੈਂਸ ਨੇ ਆਪਣੇ ਵੱਡੇ ਭਾਗ ਸਮਝੇ ਕਿ ਬਰਤਾਨੀਆ ਦੇ ਬਾਦਸ਼ਾਹ ਨੇ ਉਹਦੀ ਲੜਕੀ ਦੀ ਮੰਗ ਕੀਤੀ ਹੈ। ਉਹਨੇ ਇਸ ਮੰਗ ਨੂੰ ਖੁਸ਼ੀ-ਖੁਸ਼ੀ ਮੰਨ ਲਿਆ। ਜਲਦੀ ਹੀ ਕੈਂਟਰਬਰੀ ਦੇ ਵੱਡੇ ਗਿਰਜੇ ਵਿੱਚ ਬੜੀ ਧੂਮ-ਧਾਮ ਨਾਲ ਦੋਹਾਂ ਦਾ ਵਿਆਹ ਹੋ ਗਿਆ ਅਤੇ ਲੋਕਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ। ਉਸੇ ਦਿਨ ਹੀ ਆਰਥਰ ਨੇ ਗੋਲਮੇਜ਼ ਦੇ ਯੋਧਿਆਂ ਦੀ ਪ੍ਰਥਾ ਆਰੰਭ ਕੀਤੀ, ਜਿਸ ਦਾ ਇਹ ਮਸ਼ਹੂਰੀ ਦੁਨੀਆ ਦੇ ਕੋਨੇ-ਕੋਨੇ ਤੱਕ ਫੈਲ ਗਈ। ਇਹ ਗੋਲਮੇਜ਼ ਪਹਿਲੋਂ ਪਹਿਲ ਜਾਦੂਗਰ ਮਰਲਿਨ ਨੇ ਆਰਥਰ ਦੇ ਪਿਤਾ ਬਾਦਸ਼ਾਹ ਊਥਰ ਲਈ ਬਣਾਈ ਸੀ, ਤਾਂ ਜੋ ਸਭ ਦੁਨੀਆ ਨੂੰ ਪਤਾ ਲੱਗ ਜਾਏ ਕਿ ਦੁਨੀਆ ਗੋਲ ਹੈ। ਊਥਰ ਦੀ ਮੌਤ ਪਿੱਛੋਂ ਇਹ ਮੇਜ਼ ਰਾਜਾ ਲਿਊਡੀਗਰਨੇਜ਼ ਦੇ ਹੱਥ ਲੱਗੀ। ਉਹਨੇ ਆਪਣੀ ਲੜਕੀ ਜੈਨਵੀਅਰ ਦੇ ਆਰਥਰ ਨਾਲ ਵਿਆਹ ਹੋਣ ਸਮੇਂ ਇਹ ਮੇਜ਼ ਉਹਨੂੰ ਦਾਜ ਵਿੱਚ ਦਿੱਤੀ। ਬਾਦਸ਼ਾਹ ਆਰਥਰ ਇਹਨੂੰ ਲੈ ਕੇ ਬਹੁਤ ਖੁਸ਼ ਹੋਇਆ। ਉਸ ਦੇ ਦੁਆਲੇ 150 ਦੇ ਲਗਭਗ ਯੋਧੇ ਬੈਠ ਸਕਦੇ ਸਨ। ਆਪਣੇ ਵਿਆਹ ਦੀ ਖੁਸ਼ੀ ਵਿੱਚ ਆਰਥਰ ਨੇ ਜਿਹੜੀ ਰੋਟੀ ਕੀਤੀ, ਉਸ ਵਿੱਚ 128 ਸਰਦਾਰ ਹਾਜ਼ਰ ਹੋਏ। ਉਹਨਾਂ ਨੂੰ ਆਰਥਰ ਨੇ ਰੀਤ ਅਨੁਸਾਰ ਨਾਈਟ ਜਾਂ ਯੋਧੇ ਸਜਾਇਆ। ਉਸ ਤੋਂ ਪਿੱਛੋਂ ਕੋਈ ਵੀ ਯੋਧਾ ਮਰ ਜਾਂਦਾ ਜਾਂ ਲੜਾਈ ਵਿੱਚ ਮਾਰਿਆ ਜਾਂਦਾ ਤਾਂ ਉਹਦੀ ਖਾਲੀ ਥਾਂ 'ਤੇ ਕਿਸੇ ਗੈਬੀ ਤਾਕਤ ਨਾਲ ਨਵੇਂ ਬਣਨ ਵਾਲੇ ਨਾਈਟ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਉਕਰਿਆ ਜਾਂਦਾ ਸੀ ਅਤੇ ਉਸ ਨੂੰ ਨਾਈਟ ਬਣਾਉਣ ਦੀ ਰੀਤ ਪੂਰੀ ਕੀਤੀ ਜਾਂਦੀ ਸੀ। ਇੱਕ ਥਾਂ ਬੜੇ ਚਿਰ ਤੱਕ ਖਾਲੀ ਰਹੀ। ਉਸ ਥਾਂ ਦਾ ਨਾਂ ਖਤਰਨਾਕ ਥਾਂ ਸੀ ਅਤੇ ਉਸ ਨੂੰ ਉਹ ਹੀ ਮਲ ਸਕਦਾ ਸੀ ਜਿਸ ਦਾ ਜੀਵਨ ਬਿਲਕੁਲ ਪਵਿੱਤਰ ਹੋਏ, ਜਿਸ ਨੇ ਕਦੀ ਕੋਈ ਪਾਪ ਨਾ ਕੀਤਾ ਹੋਵੇ, ਨਹੀਂ ਤਾਂ ਉਹਦੇ ਲਈ ਉਹ ਥਾਂ ਮਲਣੀ ਮੌਤ ਨਾਲ ਘੁਲਣ ਦੇ ਬਰਾਬਰ ਸੀ। ਇਹ ਥਾਂ ਆਖਰ ਇੱਕ ਬੜੇ ਉੱਚੇ ਆਚਰਣ ਦੇ ਯੋਧੇ ਸਰ ਗੈਲਾਰਡ ਨੇ ਮੱਲੀ। ਹਰ ਨਵਾਂ ਨਾਈਟ ਜਾਂ ਯੋਧਾ ਬੜੀ ਧੂਮ-ਧਾਮ ਨਾਲ ਨਾਈਟ ਸਜਾਇਆ ਜਾਂਦਾ ਸੀ। ਉਹਨੂੰ ਉੱਚ ਆਦਰਸ਼ਾਂ 'ਤੇ ਚੱਲਣ ਦੀ ਸਹੁੰ ਖਾਣੀ ਪੈਂਦੀ ਸੀ। ਉਹ ਇਹ ਸਨ ਕਿ ਨਾਈਟ ਆਪਣੇ ਬਾਦਸ਼ਾਹ ਦਾ ਆਗਿਆਕਾਰ ਰਹੇ। ਜਿਹੜਾ ਉਸਨੂੰ ਦਇਆ ਲਈ ਪ੍ਰਾਰਥਨਾ ਕਰੇ, ਉਹ ਉਹਦੇ 'ਤੇ ਦਇਆ ਕਰੇ, ਅਨਾਥਾਂ ਦੀ ਰੱਖਿਆ ਕਰੇ, ਬਿਨਾਂ ਕਿਸੇ ਦੁਨਿਆਵੀ ਲਾਭ ਦੇ ਮੁੱਖ ਰੱਖਿਆ ਬੁਰਾਈ ਦਾ ਟਾਕਰਾ ਕਰੇ, ਬਾਕੀ ਯੋਧਿਆਂ ਨਾਲ ਰਲ ਮਿਲ ਕੇ ਖੁਸ਼ੀਆਂ ਮਨਾਵੇ ਅਤੇ ਆਪਣੇ ਬਾਦਸ਼ਾਹ ਤੇ ਰਾਣੀ ਦੀ ਪੂਰੀ ਇੱਜ਼ਤ ਕਰੇ। ਇਹ ਰਸਮ ਪੂਰੀ ਹੋਣ ਪਿੱਛੋਂ ਉਹ ਘੋੜੇ 'ਤੇ ਚੜ੍ਹ ਕੇ ਨਿਕਲ ਤੁਰੇ ਅਤੇ ਜਿੱਥੇ ਵੀ ਕਿਤੇ ਅਤਿਆਚਾਰ ਜਾਂ ਜ਼ੁਲਮ ਹੋ ਰਿਹਾ ਹੋਵੇ, ਉਹ ਉਹਦਾ ਪੂਰੀ ਤਾਕਤ ਨਾਲ ਟਾਕਰਾ ਕਰਕੇ ਨਿਆਂ ਦਾ ਝੰਡਾ ਉੱਚਾ ਕਰੇ। ਕਾਂਡ ਤੀਜਾ, ਜਾਦੂਗਰਨੀ ਅਨੂਰ। ਪਹਿਲੇ ਪਹਿਲ ਜਦੋਂ ਆਰਥਰ ਨਾਈਟ ਸੱਜਿਆ ਸੀ ਤਾਂ ਉਹ ਬਾਕੀ ਜਵਾਨ ਨਾਈਟਾਂ ਵਾਂਗ ਖਤਰਨਾਕ ਘਟਨਾਵਾਂ ਦੀ ਤਲਾਸ਼ ਵਿੱਚ ਨਿਕਲ ਤੁਰਦਾ ਸੀ ਅਤੇ ਜੰਗਲ ਬਿਆਬਾਨਾਂ ਵਿੱਚ ਇਕੱਲਾ ਹੀ ਫਿਰਦਾ ਰਹਿੰਦਾ ਸੀ। ਉਹਨੂੰ ਇਸ ਗੱਲ ਦੀ ਪਰਵਾਹ ਨਹੀਂ ਸੀ ਹੁੰਦੀ ਕਿ ਜੇ ਕਿਤੇ ਉਹ ਕਿਸੇ ਔਕੜ ਵਿੱਚ ਫਸ ਗਿਆ ਤਾਂ ਉਹਦੇ ਰਾਜ ਦਾ ਕੀ ਹਾਲ ਹੋਏਗਾ। ਉਹਦੇ ਅਹਿਲਕਾਰਾਂ ਨੂੰ ਇਸ ਗੱਲ ਦੀ ਬੜੀ ਚਿੰਤਾ ਲੱਗੀ ਰਹਿੰਦੀ ਸੀ। ਫਿਰ ਵੀ ਉਹ ਆਰਥਰ ਨੂੰ ਉਹਦੀ ਇਸ ਨਿਡਰਤਾ ਅਤੇ ਦਲੇਰੀ ਕਰਕੇ ਹੋਰ ਵੀ ਜ਼ਿਆਦਾ ਪਿਆਰ ਕਰਨ ਲੱਗ ਪਏ। ਇੱਕ ਦਿਨ ਅਚਾਨਕ ਜਦੋਂ ਇੱਕ ਬੜੇ ਸੰਘਣੇ ਅਤੇ ਖਤਰਨਾਕ ਜੰਗਲ ਵਿੱਚੋਂ ਲੰਘ ਰਿਹਾ ਸੀ ਤਾਂ ਉਹਨੂੰ ਇੱਕ ਜਾਦੂਗਰਨੀ ਮਿਲੀ ਜਿਸ ਦਾ ਨਾਂ ਅਨੂਰ ਸੀ। ਉਹ ਆਪਣੀ ਸਾਰੀ ਸ਼ਕਤੀ ਆਪਣੇ ਮਨ ਦੀਆਂ ਖਾਹਿਸ਼ਾਂ ਨੂੰ ਪੂਰੀਆਂ ਕਰਨ ਵਿੱਚ ਵਰਤਦੀ ਸੀ। ਉਹਨੇ ਆਪਣੇ ਮਹੱਲ ਦੇ ਬੁਰਜ ਵਿੱਚੋਂ, ਜਿੱਥੇ ਉਹ ਉਸ ਵੇਲੇ ਖੜੀ ਸੀ, ਬਾਦਸ਼ਾਹ ਆਰਥਰ ਨੂੰ ਘੋੜੇ 'ਤੇ ਜੰਗਲ ਵਿੱਚੋਂ ਲੰਘਦਿਆਂ ਵੇਖਿਆ। ਸੂਰਜ ਦੀਆਂ ਕਿਰਨਾਂ ਵਿੱਚ ਉਹਦਾ ਸੰਜੋਗ ਅਤੇ ਸੁਨਹਿਰੀ ਵਾਲ ਲਿਸ਼ਕਾਂ ਮਾਰ ਰਹੇ ਸਨ। ਆਰਥਰ ਦੀ ਸੁੰਦਰਤਾ ਅਤੇ ਜਲਾਲ ਵੇਖਦਿਆਂ ਹੀ ਜਾਦੂਗਰਨੀ ਅਨੂਰ ਨੇ ਪੱਕਾ ਫੈਸਲਾ ਕਰ ਲਿਆ ਕਿ ਉਹ ਆਪਣੇ ਜਾਦੂ ਦੇ ਜ਼ੋਰ ਨਾਲ ਆਰਥਰ ਨੂੰ ਆਪਣੇ ਵੱਸ ਵਿੱਚ ਕਰ ਲਵੇਗੀ ਅਤੇ ਉਹਨੂੰ ਸਦਾ ਆਪਣੀ ਕੈਦ ਵਿੱਚ ਰੱਖੇਗੀ। ਉਹ ਆਪਣੇ ਕਿਲ੍ਹੇ ਦੇ ਬੁਰਜ ਵਿੱਚੋਂ ਉਤਰ ਕੇ ਥੱਲੇ ਆਈ ਅਤੇ ਆਪਣੀਆਂ ਗੋਲੀਆਂ ਨੂੰ ਨਾਲ ਲੈ ਕੇ ਆਰਥਰ ਨੂੰ ਬੜੇ ਸਤਿਕਾਰ ਨਾਲ ਅੱਗੋਂ ਮਿਲੀ ਅਤੇ ਉਹਨੂੰ ਇੱਕ ਰਾਤ ਲਈ ਆਪਣੇ ਕਿਲ੍ਹੇ ਵਿੱਚ ਠਹਿਰਨ ਦੀ ਬੇਨਤੀ ਕੀਤੀ। ਆਰਥਰ ਉਸ ਦੀ ਚਾਲ ਨੂੰ ਨਾ ਸਮਝਿਆ ਅਤੇ ਉਹਨੇ ਕਹਿ ਕੇ ਕਿਲ੍ਹੇ ਦੇ ਅੰਦਰ ਚਲਾ ਗਿਆ।
ਆਰਥਰ ਦੇ ਸਵਾਗਤ ਲਈ ਇੱਕ ਬੜੀ ਵੱਡੀ ਮਹਿਫਲ ਕੀਤੀ ਗਈ। ਅਨੂਰ ਨੇ ਆਰਥਰ ਨੂੰ ਆਪਣੇ ਨਾਲ ਹੀ ਸੱਜੇ ਪਾਸੇ ਬਿਠਾਇਆ। ਨੌਕਰ ਚਾਕਰ ਗੋਡਿਆਂ ਭਾਰ ਖੜੇ ਉਹਦੀ ਸੇਵਾ ਵਿੱਚ ਹਾਜ਼ਰ ਸਨ। ਖਾਣਾ ਖਤਮ ਹੋਣ ਪਿੱਛੋਂ ਆਰਥਰ ਆਪਣੀ ਥਾਂ ਤੋਂ ਉੱਠਿਆ ਤੇ ਬੜੀ ਨਿਮਰਤਾ ਨਾਲ ਕਹਿਣ ਲੱਗਾ, ਸੁੰਦਰੀ, ਦੱਸ ਮੈਂ ਤੇਰੀ ਕੀ ਸੇਵਾ ਕਰ ਸਕਦਾ ਹਾਂ। ਜੇ ਮੇਰਾ ਵੱਸ ਹੋਇਆ ਤਾਂ ਮੈਂ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗਾ। ਅੱਗੋਂ ਅਨੂਰ ਨੇ ਉੱਤਰ ਦਿੱਤਾ, ਮੈਨੂੰ ਪੂਰਾ ਯਕੀਨ ਹੈ ਕਿ ਤੁਹਾਡੇ ਵਰਗਾ ਇੱਕ ਉੱਚ ਕੋਟੀ ਦਾ ਨਾਈਟ ਆਪਣੇ ਇਕਰਾਰ ਨੂੰ ਜ਼ਰੂਰ ਪੂਰਾ ਕਰੇਗਾ, ਪਰ ਮੈਂ ਆਪਣੀ ਮੰਗ ਕਰਨ ਤੋਂ ਪਹਿਲਾਂ ਤੁਹਾਨੂੰ ਆਪਣਾ ਸਾਰਾ ਕਿਲ੍ਹਾ ਵਿਖਾਉਣਾ ਚਾਹੁੰਦੀ ਹਾਂ। ਇਹ ਕਹਿ ਕੇ ਜਾਦੂਗਰਨੀ ਨੇ ਆਰਥਰ ਨੂੰ ਆਪਣੇ ਕਿਲ੍ਹੇ ਦਾ ਹਰ ਇੱਕ ਕਮਰਾ ਵਿਖਾਇਆ। ਉਹਨਾਂ ਵਿੱਚ ਦੁਨੀਆ ਭਰ ਦੀ ਦੌਲਤ ਪਈ ਸੀ। ਕਿਸੇ ਵਿੱਚ ਆਲੀਸ਼ਾਨ ਕਾਲੀਨ ਪਏ ਹੋਏ ਸਨ, ਕਿਸੇ ਵਿੱਚ ਹੀਰਿਆਂ ਦੇ ਢੇਰ ਲੱਗੇ ਪਏ ਸਨ। ਬਾਦਸ਼ਾਹ ਹੈਰਾਨ ਸੀ ਕਿ ਇਤਨੀ ਦੌਲਤ ਦੀ ਮਾਲਕ ਹੋ ਕੇ ਵੀ ਉਹ ਉਸ ਤੋਂ ਕੀ ਮੰਗ ਸਕਦੀ ਹੈ। ਅਖੀਰ ਵਿੱਚ ਉਹ ਆਰਥਰ ਨੂੰ ਕਿਲ੍ਹੇ ਦੀ ਦੀਵਾਰ ਉੱਪਰ ਲੈ ਗਈ। ਕਿਲ੍ਹੇ ਦੇ ਆਲੇ ਦੁਆਲੇ 3 ਉੱਚੀਆਂ ਕੰਧਾਂ ਖੜੀਆਂ ਸਨ। ਉਹ ਇਤਨੀਆਂ ਉੱਚੀਆਂ ਸਨ ਕਿ ਉੱਥੋਂ ਜੰਗਲ ਦਾ ਨਾਂ ਨਿਸ਼ਾਨ ਵੀ ਨਹੀਂ ਸੀ ਦਿਸਦਾ। ਇਹ ਕੌਤਕ ਵੇਖ ਕੇ ਆਰਥਰ ਨੇ ਜਾਦੂਗਰਨੀ ਨੂੰ ਕਿਹਾ, ਮੈਂ ਹੈਰਾਨ ਹਾਂ ਕਿ ਮੇਰੇ ਵਰਗਾ ਸਧਾਰਨ ਨਾਈਟ ਇਤਨੇ ਵੱਡੇ ਕਿਲ੍ਹੇ ਦੀ ਮਾਲਕ ਨੂੰ ਕੀ ਦੇ ਸਕਦਾ ਹੈ। ਫਿਰ ਵੀ ਜੇ ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ ਦੱਸ, ਤਾਂ ਜੋ ਮੈਂ ਉਹਨੂੰ ਹੁਣੇ ਪੂਰਾ ਕਰਨ ਦੀ ਕੋਸ਼ਿਸ਼ ਕਰਾਂ। ਫਿਰ ਮੈਂ ਕਿਸੇ ਦੁਖੀਏ ਦੀ ਸਹਾਇਤਾ ਲਈ ਇੱਥੋਂ ਜਲਦੀ ਚਲੇ ਜਾਣਾ ਚਾਹੁੰਦਾ ਹਾਂ। ਜਾਦੂਗਰਨੀ ਅਨੂਰ ਹੱਸ ਕੇ ਕਹਿਣ ਲੱਗੀ, ਮੈਂ ਜਾਣਦੀ ਹਾਂ ਤੁਸੀਂ ਸਧਾਰਨ ਨਾਈਟ ਨਹੀਂ ਹੋ। ਤੁਸੀਂ ਬਾਦਸ਼ਾਹ ਆਰਥਰ ਹੋ ਤੇ ਸਾਰਾ ਬਰਤਾਨੀਆ ਤੁਹਾਡੇ ਸਾਹਮਣੇ ਝੁਕਦਾ ਹੈ। ਆਰਥਰ ਨੇ ਉੱਤਰ ਦਿੱਤਾ, ਤਾਂ ਤੇ ਮੈਨੂੰ ਉਹਨਾਂ ਲੋਕਾਂ ਦੀ ਸਹਾਇਤਾ ਲਈ ਹੁਣੇ ਤੁਰ ਪੈਣਾ ਚਾਹੀਦਾ ਹੈ ਜਿਹੜੇ ਮੇਰੇ ਵਫਾਦਾਰੀ ਦਾ ਦਮ ਭਰਦੇ ਨੇ। ਅਨੂਰ ਨੇ ਕਿਹਾ, ਮਾਲਕ ਨੂੰ ਕੀ ਲੋੜ ਪਈ ਹੈ ਕਿ ਉਹ ਆਪਣੇ ਨੌਕਰਾਂ ਚਾਕਰਾਂ ਨਾਲ ਮੂੰਹ ਚੁੱਕ ਕੇ ਖਵਾਰ ਹੁੰਦਾ ਫਿਰੇ। ਤੁਸੀਂ ਇੱਥੇ ਹੀ ਮੇਰੇ ਪਾਸ ਠਹਿਰੋ, ਮੈਂ ਤੁਹਾਨੂੰ ਬਰਤਾਨੀਆ ਤੋਂ ਵੀ ਵਧੇਰੇ ਅਮੀਰ ਦੇਸ਼ ਦਾ ਬਾਦਸ਼ਾਹ ਬਣਾ ਦਿਆਂਗੀ ਤੇ ਤੁਹਾਡੀ ਹਰ ਇੱਛਾ ਪੂਰੀ ਕਰਾਂਗੀ। ਆਰਥਰ ਨੇ ਕਿਹਾ, ਉਰਲੀਆਂ ਪਰਲੀਆਂ ਗੱਲਾਂ ਛੱਡੋ, ਮੈਨੂੰ ਦੱਸੋ ਮੈਂ ਤੁਹਾਡੀ ਕੀ ਸਹਾਇਤਾ ਕਰ ਸਕਦਾ ਹਾਂ ਤਾਂ ਜੋ ਇਹ ਕੰਮ ਕਰਕੇ ਮੈਂ ਆਪਣਾ ਰਾਹ ਲਵਾਂ। ਜਾਦੂਗਰਨੀ ਅਨੂਰ ਨੇ ਕਿਹਾ, ਗੁੱਸੇ ਵਿੱਚ ਨਾ ਆਓ, ਮੇਰੀ ਇਹੀ ਇੱਛਾ ਹੈ ਕਿ ਤੁਸੀਂ ਇੱਥੇ ਮੇਰੇ ਪਾਸ ਹੀ ਠਹਿਰੋ। ਜੇ ਮੇਰੀ ਇਹ ਬੇਨਤੀ ਮੰਨੋ ਤਾਂ ਤੁਹਾਡੀ ਹਰ ਖਾਹਿਸ਼ ਮੂੰਹੋਂ ਨਿਕਲਦਿਆਂ ਹੀ ਪੂਰੀ ਕਰ ਦਿਆਂਗੀ। ਤੁਸੀਂ ਨਾ ਕੇਵਲ ਇਸ ਸੁੰਦਰ ਕਿਲ੍ਹੇ ਦੇ ਮਾਲਕ ਬਣ ਜਾਓਗੇ, ਬਲਕਿ ਉਹ ਸਭ ਗੈਬੀ ਤਾਕਤਾਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਣਗੀਆਂ ਜਿਨ੍ਹਾਂ ਨੂੰ ਮੈਂ ਵੱਸ ਵਿੱਚ ਕੀਤਾ ਹੋਇਆ ਹੈ। ਆਪਣੀ ਅਨਮੋਲ ਜਵਾਨੀ ਕਿਉਂ ਮੁਸੀਬਤਾਂ ਵਿੱਚ ਵਿਅਰਥ ਗਵਾ ਰਹੇ ਹੋ? ਕਿਸੇ ਨੇ ਤੁਹਾਨੂੰ ਕਿਹੜਾ ਇਨਾਮ ਦੇ ਦੇਣਾ ਹੈ? ਇਸ 'ਤੇ ਆਰਥਰ ਕਿਲ੍ਹੇ ਵਿੱਚੋਂ ਬਾਹਰ ਜਾਣ ਲਈ ਕਿਲ੍ਹੇ ਦੇ ਉਸ ਦਰਵਾਜ਼ੇ ਵੱਲ ਗਿਆ ਜਿਸ ਵਿੱਚੋਂ ਉਹ ਅੰਦਰ ਆਇਆ ਸੀ, ਪਰ ਉਹਨੂੰ ਉਹ ਦਰਵਾਜ਼ਾ ਕਿਤੇ ਵੀ ਨਾ ਦਿਸਿਆ। ਆਰਥਰ ਦੀ ਨਿਰਾਸ਼ਤਾ 'ਤੇ ਜਾਦੂਗਰਨੀ ਖਿੜਖਿੜਾ ਕੇ ਹੱਸੀ ਤੇ ਕਹਿਣ ਲੱਗੀ, ਕੀ ਤੁਹਾਡਾ ਖਿਆਲ ਹੈ ਕਿ ਮੇਰੀ ਆਗਿਆ ਤੋਂ ਬਿਨਾਂ ਤੁਸੀਂ ਇੱਥੋਂ ਬਾਹਰ ਜਾ ਸਕੋਗੇ? ਕੀ ਤੁਸੀਂ ਉਹ ਦੀਵਾਰਾਂ ਨਹੀਂ ਵੇਖੀਆਂ ਜਿਹੜੀਆਂ ਕਿਲ੍ਹੇ ਦੇ 4 ਚੁਫੇਰੇ ਪਹਾੜਾਂ ਵਾਂਗ ਖੜੀਆਂ ਨੇ? ਕੀ ਤੁਹਾਡਾ ਖਿਆਲ ਹੈ ਕਿ ਮੇਰੇ ਹੁਕਮ ਦੀ ਤਾਮੀਲ ਕਰਨ ਨੂੰ ਇੱਥੇ ਕੋਈ ਸੇਵਕ ਨਹੀਂ? ਇਹ ਗੱਲ ਕਹਿ ਕੇ ਉਹਨੇ ਹੱਥਾਂ ਨਾਲ ਤਾਲੀ ਵਜਾਈ, ਜਿਸ ਨੂੰ ਸੁਣ ਕੇ ਸੇਵਕਾਂ ਦਾ ਇੱਕ ਦਸਤਾ ਅਨੂਰ ਸਾਹਮਣੇ ਆ ਖੜਾ ਹੋਇਆ। ਅਨੂਰ ਦੇ ਕਹਿਣ 'ਤੇ ਉਹ ਆਰਥਰ ਨੂੰ ਚੁੱਕ ਕੇ ਲੈ ਗਏ ਤੇ ਉਹਨੂੰ ਕਿਲ੍ਹੇ ਦੇ ਇੱਕ ਮਜ਼ਬੂਤ ਕਮਰੇ ਵਿੱਚ ਡੱਕ ਦਿੱਤਾ। ਇਸ ਤਰ੍ਹਾਂ ਬਾਦਸ਼ਾਹ ਆਰਥਰ ਨੇ ਜਾਦੂਗਰਨੀ ਦੀ ਕੈਦ ਵਿੱਚ ਰਾਤ ਕੱਟੀ। ਉਹਨੂੰ ਉਸ ਬੰਦ ਕਮਰੇ ਵਿੱਚੋਂ ਨਿਕਲਣ ਦੀ ਕੋਈ ਆਸ ਨਹੀਂ ਸੀ, ਪਰ ਉਹਨੇ ਹੌਸਲਾ ਨਾ ਹਾਰਿਆ ਤੇ ਸਾਰੀ ਰਾਤ ਜਾਗਦਾ ਰਿਹਾ ਤਾਂ ਜੋ ਜਾਦੂਗਰਨੀ ਉਸ 'ਤੇ ਹੋਰ ਕੋਈ ਖਤਰਨਾਕ ਵਾਰ ਨਾ ਕਰ ਸਕੇ। ਸਵੇਰੇ ਸਵੇਰੇ ਅਨੂਰ ਉਹਨੂੰ ਮਿਲਣ ਲਈ ਆਈ। ਉਹ ਪਿਛਲੀ ਰਾਤ ਨਾਲੋਂ ਵੀ ਜ਼ਿਆਦਾ ਸੁੰਦਰ ਤੇ ਸਡੋਲ ਲੱਗਦੀ ਸੀ। ਉਹਦਾ ਲਿਬਾਸ ਹੀਰੇ ਜਵਾਹਰਾਤਾਂ ਨਾਲ ਇਤਨਾ ਲਿਸ਼ਕ ਰਿਹਾ ਸੀ ਕਿ ਉਸ 'ਤੇ ਨਜ਼ਰ ਨਹੀਂ ਸੀ ਟਿਕਦੀ। ਉਹਨੇ ਬਾਦਸ਼ਾਹ ਨੂੰ ਇੰਝ ਸੰਬੋਧਨ ਕੀਤਾ ਜਿਵੇਂ ਕੋਈ ਮਾਲਕ ਆਪਣੇ ਨੌਕਰ ਨੂੰ ਕਰਦਾ ਹੈ ਤੇ ਪੁੱਛਣ ਲੱਗੀ ਕਿ ਉਹਨੇ ਰਾਤ ਕਿਵੇਂ ਗੁਜ਼ਾਰੀ। ਬਾਦਸ਼ਾਹ ਨੇ ਉੱਤਰ ਦਿੱਤਾ, ਉਸ ਨਾਈਟ ਵਾਂਗ ਜੋ ਖਤਰੇ ਵਿੱਚ ਘਿਰਿਆ ਹੋਵੇ, ਮੈਂ ਰਾਤ ਜਾਗ ਕੇ ਕੱਟੀ ਏ। ਆਰਥਰ ਦੀ ਬਹਾਦਰੀ ਤੇ ਨਿਡਰਤਾ ਵੱਲ ਵੇਖ ਕੇ ਜਾਦੂਗਰਨੀ ਅਨੂਰ ਆਰਥਰ ਨੂੰ ਪਹਿਲਾਂ ਨਾਲੋਂ ਵੀ ਵੱਧ ਚਾਹੁਣ ਲੱਗ ਪਈ ਤੇ ਉਹਨੂੰ ਆਪਣੇ ਵੱਸ ਕਰਨ ਦਾ ਹੋਰ ਵੀ ਪੱਕਾ ਨਿਸ਼ਚਾ ਕਰ ਲਿਆ। ਉਹ ਕਹਿਣ ਲੱਗੀ, ਮੈਂ ਤੁਹਾਡੀ ਬਹਾਦਰੀ ਤੇ ਹਿੰਮਤ ਵੇਖ ਕੇ ਮੋਹੀ ਗਈ ਹਾਂ। ਜੇ ਤੁਸੀਂ ਮੇਰੇ ਪਾਸ ਇੱਥੇ ਰਹਿਣਾ ਕਬੂਲ ਕਰੋ ਤਾਂ ਮੈਂ ਤੁਹਾਡੀ ਦਾਸੀ ਬਣ ਕੇ ਰਹਿਣ ਨੂੰ ਤਿਆਰ ਹਾਂ। ਜੇ ਤੁਸੀਂ ਮੇਰੀ ਮੰਗ ਪੂਰੀ ਕਰ ਦਿਓ ਤਾਂ ਤੁਹਾਡਾ ਕੀ ਘਟਦਾ ਹੈ? ਦੁਨੀਆ ਵਿੱਚ ਬੁਰਾਈ ਇਤਨੀ ਪ੍ਰਬਲ ਹੈ ਕਿ ਇਸ ਨੂੰ ਖਤਮ ਕਰਨਾ ਅਸੰਭਵ ਹੈ। ਮਨੁੱਖਾਂ ਨੂੰ ਸੱਚਾਈ ਦੇ ਰਾਹ 'ਤੇ ਲਿਆਉਣਾ ਮਾਨੋ ਤਾਰਿਆਂ ਨੂੰ ਅਸਮਾਨ ਤੋਂ ਤੋੜ ਲਿਆਉਣ ਦੇ ਬਰਾਬਰ ਹੈ। ਇਹ ਸੁਣ ਕੇ ਆਰਥਰ ਨੂੰ ਬੜਾ ਕ੍ਰੋਧ ਆਇਆ। ਉਹਨੇ ਕਿਹਾ, ਮੈਨੂੰ ਪਤਾ ਲੱਗ ਗਿਆ ਹੈ ਕਿ ਤੂੰ ਜਾਦੂਗਰਨੀ ਹੈ ਤੇ ਤੂੰ ਮੈਨੂੰ ਕੁਰਾਏ ਪਾਉਣਾ ਚਾਹੁੰਦੀ ਹੈ। ਮਕਾਰ ਔਰਤ, ਮੈਂ ਤੇਰੀ ਚਾਲ ਵਿੱਚ ਬਿਲਕੁਲ ਨਹੀਂ ਫਸਾਂਗਾ। ਜੋ ਕੁਝ ਮਰਜ਼ੀ ਹੈ ਕਰ ਲੈ। ਜਾਦੂਗਰਨੀ ਆਰਥਰ ਦਾ ਗੁੱਸਾ ਵੇਖ ਕੇ ਕੰਬ ਗਈ ਤੇ ਉਹਦਾ ਮਨ ਘਿਰਣਾ ਨਾਲ ਭਰ ਗਿਆ, ਪਰ ਉਹਨੇ ਕਿਹਾ, ਤੂੰ ਇੱਕ ਨਿੱਕੇ ਜਿਹੇ ਦੇਸ਼ ਦਾ ਰਾਜਾ ਹੈ। ਮੈਂ ਚਾਹੁੰਦੀ ਸਾਂ ਕਿ ਗੈਬੀ ਦੁਨੀਆ 'ਤੇ ਤੇਰਾ ਰਾਜ ਹੋ ਜਾਏ ਤੇ ਤੇਰੇ ਹੱਥ ਇੱਕ ਜ਼ਬਰਦਸਤ ਤਾਕਤ ਆ ਜਾਏ, ਪਰ ਤੂੰ ਇਸ ਦੇ ਕਾਬਲ ਨਹੀਂ। ਜਾ, ਚਲਾ ਜਾ। ਮੈਂ ਤੈਨੂੰ ਤੇਰੀ ਮਰਜ਼ੀ ਦੇ ਵਿਰੁੱਧ ਆਪਣੇ ਪਾਸ ਨਹੀਂ ਰੱਖਣਾ ਚਾਹੁੰਦੀ। ਇਹ ਕਹਿ ਕੇ ਉਹ ਬਾਹਰ ਚਲੀ ਗਈ। ਉਹਨੇ ਆਪਣੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਆਰਥਰ ਨੂੰ ਦਰਵਾਜ਼ਿਓਂ ਬਾਹਰ ਪਹੁੰਚਾ ਦਿੱਤਾ ਜਾਏ ਤੇ ਉਹਦਾ ਘੋੜਾ ਉਹਦੇ ਹਵਾਲੇ ਕਰ ਦਿੱਤਾ ਜਾਏ ਤਾਂ ਜੋ ਜਿੱਥੇ ਉਹਦਾ ਜੀਅ ਕਰੇ ਜਾ ਸਕੇ।
ਉਹਦੇ ਨੌਕਰਾਂ ਨੇ ਇਸੇ ਤਰ੍ਹਾਂ ਕੀਤਾ। ਬਾਦਸ਼ਾਹ ਬੜਾ ਹੈਰਾਨ ਸੀ ਕਿ ਇਸ ਜ਼ਾਲਮ ਜਾਦੂਗਰਨੀ ਪਾਸੋਂ ਸਹਿਲ ਹੀ ਕਿਵੇਂ ਛੁਟਕਾਰਾ ਹੋ ਗਿਆ ਹੈ, ਪਰ ਉਹਨੂੰ ਪਤਾ ਸੀ ਕਿ ਨੂਰ ਜ਼ਰੂਰ ਕੋਈ ਨਾ ਕੋਈ ਗੁੱਲ ਖਿੜਾਏਗੀ। ਗੱਲ ਇੰਜੀ ਹੋਈ, ਜਦ ਉਹਨੂੰ ਪਤਾ ਲੱਗ ਗਿਆ ਕਿ ਉਹ ਕਿਸੇ ਤਰੀਕੇ ਨਾਲ ਵੀ ਆਰਥਰ ਨੂੰ ਵਸ ਨਹੀਂ ਕਰ ਸਕਦੀ, ਤਾਂ ਉਹਨੇ ਆਪਣੇ ਜਾਦੂ ਦੇ ਜ਼ੋਰ ਨਾਲ ਆਰਥਰ ਦੀ ਬੇਇੱਜ਼ਤੀ ਅਤੇ ਮੌਤ ਦੀਆਂ ਵਿਉਂਤਾਂ ਘੜਨ ਲੱਗ ਪਈ। ਉਹਨੇ ਆਪਣੀ ਸ਼ਕਤੀ ਨਾਲ ਬਾਦਸ਼ਾਹ ਨੂੰ ਉਸ ਰਾਹ ਪਾ ਦਿੱਤਾ ਜਿੱਥੇ ਇੱਕ ਚਸ਼ਮੇ ਦੇ ਕੰਢੇ 'ਤੇ ਕਿਸੇ ਹੋਰ ਨਾਈਟ ਨੇ ਆਪਣਾ ਤੰਬੂ ਲਾਇਆ ਹੋਇਆ ਸੀ, ਅਤੇ ਉਹਨੇ ਬਾਕੀ ਸਾਰੇ ਨਾਈਟਾਂ ਦਾ ਰਸਤਾ ਰੋਕਿਆ ਹੋਇਆ ਸੀ। ਇਸ ਨਾਈਟ ਦਾ ਨਾਂ ਸਰ ਪੈਲੀਨੋਰ ਸੀ, ਅਤੇ ਉਹਨੂੰ ਹਾਲੀ ਤੱਕ ਕੋਈ ਵੀ ਐਸਾ ਵਿਰੋਧੀ ਨਹੀਂ ਸੀ ਟੱਕਰਿਆ ਜਿਹੜਾ ਉਹਦਾ ਮੁਕਾਬਲਾ ਕਰ ਸਕਦਾ ਹੋਵੇ। ਜਦੋਂ ਬਾਦਸ਼ਾਹ ਆਰਥਰ ਉਹਦੇ ਲਾਗੇ ਆਇਆ ਤਾਂ ਉਹਨੇ ਲਲਕਾਰ ਕੇ ਕਿਹਾ, ਜਿੰਨਾ ਚਿਰ ਮੇਰੇ ਨਾਲ ਮੁਕਾਬਲਾ ਕਰਕੇ ਮੈਨੂੰ ਕੋਈ ਹਰਾ ਨਹੀਂ ਦਿੰਦਾ, ਉਹ ਇੱਥੋਂ ਨਹੀਂ ਲੰਘ ਸਕਦਾ। ਆਰਥਰ ਨੇ ਉੱਤਰ ਦਿੱਤਾ, ਇਸ ਤਰ੍ਹਾਂ ਫੜ ਮਾਰਨੀ ਇੱਕ ਨਾਈਟ ਨੂੰ ਸੋਭਦੀ ਨਹੀਂ, ਚੰਗਾ ਹੋਏ ਜੇ ਤੂੰ ਇਸ ਸ਼ਰਤ ਨੂੰ ਹਟਾ ਦੇਵੇਂ। ਇਹ ਮੇਰੀ ਮਰਜ਼ੀ ਏ, ਜੇ ਹੈ ਹਿੰਮਤ ਤਾਂ 2 ਹੱਥ ਕਰ ਲੈ, ਨਹੀਂ ਤਾਂ ਵਾਪਸ ਮੁੜ ਜਾ, ਉਹਨੇ ਕਿਹਾ। ਆਰਥਰ ਨੇ ਉੱਤਰ ਦਿੱਤਾ, ਜੇ ਇਹੀ ਗੱਲ ਏ ਤਾਂ ਮੈਂ 2 ਹੱਥ ਕਰਨ ਨੂੰ ਤਿਆਰ ਹਾਂ, ਪਰ ਮੇਰੇ ਪਾਸ ਇਸ ਵੇਲੇ ਕੇਵਲ ਤਲਵਾਰ ਏ, ਨੇਜ਼ਾ ਨਹੀਂ। ਇਸ 'ਤੇ ਪੈਲੀਨੋਰ ਨੇ ਆਪਣੇ ਅਰਦਲੀ ਨੂੰ ਕਿਹਾ ਕਿ ਉਹ ਆਰਥਰ ਨੂੰ ਵੀ ਇੱਕ ਨੇਜ਼ਾ ਲਿਆ ਦੇਵੇ। ਫਿਰ ਦੋਵੇਂ ਨੇਜ਼ੇ ਅਤੇ ਢਾਲਾਂ ਨਾਲ ਲੈਸ ਹੋ ਕੇ ਇੱਕ ਦੂਜੇ ਦੇ ਟੱਕਰੇ ਲਈ ਆਮੋ ਸਾਹਮਣੇ ਆ ਡਟੇ। ਬਾਦਸ਼ਾਹ ਆਰਥਰ ਰਾਤ ਦੇ ਨਿੰਦਰੇ ਨਾਲ ਥੱਕਿਆ ਟੁੱਟਿਆ ਹੋਇਆ ਸੀ। ਉਹਦੇ ਮੁਕਾਬਲੇ ਵਿੱਚ ਪੈਲੀਨੋਰ ਵਿੱਚ 3 ਆਦਮੀਆਂ ਜਿੰਨੀ ਤਾਕਤ ਸੀ, ਸੋ ਪਹਿਲੇ ਵਾਰ ਨਾਲ ਉਹਨੇ ਆਰਥਰ ਨੂੰ ਘੋੜੇ ਤੋਂ ਥੱਲੇ ਸੁੱਟ ਲਿਆ। ਆਰਥਰ ਨੇ ਕਿਹਾ, ਘੋੜੇ 'ਤੇ ਤਾਂ ਮੈਂ ਹਾਰ ਗਿਆ, ਚੱਲ ਹੁਣ ਪੈਦਲ ਹੀ ਟੱਕਰਾ ਕਰੀਏ। ਇਸ 'ਤੇ ਪੈਲੀਨੋਰ ਵੀ ਘੋੜੇ ਤੋਂ ਥੱਲੇ ਉਤਰ ਆਇਆ। ਦੋਹਾਂ ਵਿੱਚ ਐਸਾ ਜ਼ਬਰਦਸਤ ਮੁਕਾਬਲਾ ਹੋਇਆ ਕਿ ਦੋਵੇਂ ਸੰਜੋਆਂ ਦੇ ਬਾਵਜੂਦ ਵੀ ਲਹੂ ਲੁਹਾਨ ਹੋ ਗਏ। ਆਖਰ ਆਰਥਰ ਦੀ ਤਲਵਾਰ ਮੁੱਠ ਲਾਗਿਓਂ 2 ਟੋਟੇ ਹੋ ਗਈ ਅਤੇ ਉਹ ਨਿਹੱਥਾ ਹੋ ਕੇ ਖੜੋ ਗਿਆ। ਪੈਲੀਨੋਰ ਨੇ ਕਿਹਾ, ਤੂੰ ਮੇਰੀ ਈਨ ਮੰਨ ਲੈ, ਨਹੀਂ ਤਾਂ ਮੈਂ ਤੈਨੂੰ ਜਾਨੋਂ ਮਾਰ ਦੇਵਾਂਗਾ। ਆਰਥਰ ਨੇ ਉੱਤਰ ਦਿੱਤਾ, ਮੈਂ ਤੇਰੀ ਈਨ ਮੰਨਣ ਨੂੰ ਬਿਲਕੁਲ ਤਿਆਰ ਨਹੀਂ, ਭਾਵੇਂ ਤੂੰ ਮੈਨੂੰ ਜਾਨੋਂ ਮਾਰ ਦੇ। ਇਹ ਕਹਿੰਦਿਆਂ ਹੀ ਉਹਨੇ ਬਿਜਲੀ ਦੀ ਤੇਜ਼ੀ ਨਾਲ ਪੈਲੀਨੋਰ ਨੂੰ ਲੱਕ ਤੋਂ ਕੁੱਟ ਕੇ ਜੱਫਾ ਪਾਇਆ ਅਤੇ ਚੁੱਕ ਕੇ ਜ਼ਮੀਨ 'ਤੇ ਮਾਰਿਆ। ਉਹ ਆਪ ਵੀ ਨਾਲ ਹੀ ਉਸ 'ਤੇ ਡਿੱਗ ਪਿਆ। ਇਸ 'ਤੇ ਪੈਲੀਨੋਰ ਬੜਾ ਹੈਰਾਨ ਹੋਇਆ, ਕਿਉਂਕਿ ਉਹਨੇ ਇਸ ਤੋਂ ਪਹਿਲਾਂ ਕਦੀ ਐਡਾ ਕੋਈ ਹਿੰਮਤੀ ਅਤੇ ਦ੍ਰਿੜਤਾ ਵਾਲਾ ਨਾਈਟ ਨਹੀਂ ਸੀ ਵੇਖਿਆ। ਪਰ ਫਿਰ ਵੀ ਉਹ ਆਪਣਾ ਸਾਰਾ ਜ਼ੋਰ ਲਾ ਕੇ ਥੱਲਿਓਂ ਨਿਕਲ ਆਇਆ ਅਤੇ ਆਰਥਰ ਦੀ ਛਾਤੀ 'ਤੇ ਸਵਾਰ ਹੋ ਕੇ ਬੈਠ ਗਿਆ। ਜੇ ਉਸੇ ਵੇਲੇ ਜਾਦੂਗਰ ਮਰਲਿਨ ਆਰਥਰ ਦੀ ਸਹਾਇਤਾ ਨਾ ਕਰਦਾ ਤਾਂ ਆਰਥਰ ਦਾ ਅੰਤ ਹੋ ਜਾਂਦਾ। ਪੋਲੀਨਰ ਤਲਵਾਰ ਨਾਲ ਆਰਥਰ ਦਾ ਸਿਰ ਲਾਉਣ ਹੀ ਲੱਗਾ ਸੀ ਕਿ ਮਰਲਿਨ ਨੇ ਕਿਹਾ, ਪੈਲੀਨੋਰ, ਜੇ ਤੂੰ ਇਸ ਨਾਈਟ ਨੂੰ ਜਾਨੋਂ ਮਾਰ ਦਿੱਤਾ ਤਾਂ ਦੇਸ਼ ਦਾ ਸਾਰਾ ਰਾਜ ਖਤਰੇ ਵਿੱਚ ਪੈ ਜਾਏਗਾ, ਕਿਉਂਕਿ ਇਹ ਨਾਈਟ ਬਾਦਸ਼ਾਹ ਆਰਥਰ ਆਪ ਹੀ ਏ। ਡਰ ਨਾਲ ਪੈਲੀਨੋਰ ਦਾ ਚਿਹਰਾ ਉਤਰ ਗਿਆ। ਉਹ ਕਹਿਣ ਲੱਗਾ, ਤਾਂ ਤੇ ਇਹਦਾ ਹੁਣੇ ਹੀ ਸਫਾਇਆ ਕਰ ਦੇਣਾ ਚਾਹੀਦਾ ਏ, ਨਹੀਂ ਤਾਂ ਇਹਨੇ ਮੈਨੂੰ ਨਹੀਂ ਛੱਡਣਾ। ਇਹ ਵਿਚਾਰ ਕੇ ਪੈਲੀਨੋਰ ਨੇ ਆਰਥਰ ਨੂੰ ਮਾਰਨ ਲਈ ਤਲਵਾਰ ਚੁੱਕੀ ਹੀ ਸੀ ਕਿ ਮਰਲਿਨ ਨੇ ਜਾਦੂ ਦੇ ਜ਼ੋਰ ਨਾਲ ਉਹਨੂੰ ਬੇਹੋਸ਼ ਕਰ ਦਿੱਤਾ ਅਤੇ ਬਾਦਸ਼ਾਹ ਆਰਥਰ ਨੂੰ ਚੁੱਕ ਕੇ ਉਹ ਆਪਣੇ ਘਰ ਲੈ ਗਿਆ। ਉਹਨੇ ਉਸਦੇ ਜ਼ਖਮਾਂ 'ਤੇ ਪੱਟੀ ਬੰਨੀ ਅਤੇ ਉਹਨੂੰ ਹੋਸ਼ ਵਿੱਚ ਲੈ ਆਂਦਾ। ਚਾਂਕਾਂਡ ਚੌਥਾ, ਸਰ ਲਾਂਸਲਾਟ। ਇਸ ਤਰ੍ਹਾਂ ਸਮਾਂ ਪਾ ਕੇ ਬਾਦਸ਼ਾਹ ਆਰਥਰ ਦੇ ਦਰਬਾਰ ਵਿੱਚ ਅਣਗਿਣਤ ਯੋਧੇ ਇਕੱਠੇ ਹੋ ਗਏ ਜੋ ਸਦਾ ਸੱਚਾਈ ਅਤੇ ਨਿਆਂ ਦੀ ਖਾਤਰ ਜਾਨ ਵਾਰਨ ਨੂੰ ਤਿਆਰ ਰਹਿੰਦੇ ਸਨ। ਇਹਨਾਂ ਸਾਰਿਆਂ ਵਿੱਚੋਂ ਵੱਧ ਚੜ੍ਹ ਕੇ ਸਰ ਲਾਂਸਲਾਟ ਸੀ। ਉਹ ਨੇਜ਼ਾਬਾਜ਼ੀ, ਤਲਵਾਰਜ਼ਨੀ ਅਤੇ ਤੀਰਅੰਦਾਜ਼ੀ ਵਿੱਚ ਨਿਪੁੰਨ ਸੀ। ਇਹ ਫਰਾਂਸ ਦਾ ਰਹਿਣ ਵਾਲਾ ਸੀ ਅਤੇ ਇੱਕ ਰਾਜੇ ਦਾ ਲੜਕਾ ਸੀ। ਇਹ ਬਾਦਸ਼ਾਹ ਆਰਥਰ ਦਾ ਜਸ ਸੁਣ ਕੇ ਉਹਦੇ ਦਰਬਾਰ ਵਿੱਚ ਆਣ ਹਾਜ਼ਰ ਹੋਇਆ ਅਤੇ ਬਾਦਸ਼ਾਹ ਦਾ ਬੜਾ ਪੱਕਾ ਮਿੱਤਰ ਬਣ ਗਿਆ। ਆਰਥਰ ਦਾ ਵਿਆਹ ਇੱਕ ਬੜੀ ਸੁੰਦਰ ਸ਼ਹਿਜ਼ਾਦੀ ਜੈਨਵੀਅਰ ਨਾਲ ਹੋਣਾ ਨੀਅਤ ਹੋਇਆ। ਵਿਆਹ ਲਈ ਜੈਨਵੀਅਰ ਨੂੰ ਕੈਂਟਰਬਰੀ ਦੇ ਗਿਰਜੇ ਵਿੱਚ ਲਿਆਉਣ ਲਈ ਸਰ ਲੈਂਸਲਾਟ ਨੂੰ ਭੇਜਿਆ ਗਿਆ। ਇਹ ਘਟਨਾ ਲੈਂਸਲਾਟ ਲਈ ਬੜੇ ਦੁੱਖ ਦਾ ਕਾਰਨ ਬਣੀ, ਕਿਉਂਕਿ ਸੁੰਦਰੀ ਜੈਨਵੀਅਰ ਨੂੰ ਵੇਖਦਿਆਂ ਹੀ ਲੈਂਸਲਾਟ ਦਾ ਉਹਦੇ ਨਾਲ ਪਿਆਰ ਪੈ ਗਿਆ। ਇਸੇ ਖਾਤਰ ਉਹਨੇ ਸਾਰੀ ਉਮਰ ਵਿਆਹ ਨਾ ਕਰਵਾਇਆ। ਪਰ ਚੁਗਲਖੋਰਾਂ ਨੇ ਆਰਥਰ ਅਤੇ ਜੈਨਵੀਅਰ ਬਾਰੇ ਬੜੀਆਂ ਮਨ ਘੜਤ ਕਹਾਣੀਆਂ ਬਣਾਈਆਂ, ਜਿਨ੍ਹਾਂ ਕਾਰਨ ਬਾਦਸ਼ਾਹ ਆਰਥਰ ਦੇ ਮਨ ਨੂੰ ਬੜਾ ਦੁੱਖ ਹੋਇਆ। ਪਰ ਇਹ ਬਹੁਤ ਪਿੱਛੋਂ ਦੀ ਗੱਲ ਹੈ, ਜਦੋਂ ਬਾਦਸ਼ਾਹ ਅਤੇ ਉਹਦੇ ਯੋਧਿਆਂ ਦਾ ਯਸ਼ ਦੁਨੀਆ ਦੇ ਕੋਨੇ-ਕੋਨੇ ਵਿੱਚ ਫੈਲ ਚੁੱਕਾ ਸੀ। ਇੱਕ ਦਿਨ ਜਦ ਸਰ ਲਾਂਸਲਾਟ ਇੱਕ ਜੰਗਲ ਵਿੱਚੋਂ ਲੰਘ ਰਿਹਾ ਸੀ ਤਾਂ ਉਹਨੂੰ ਇੱਕ ਸੁੰਦਰੀ ਮਿਲੀ ਜੋ ਇਕੱਲੀ ਬੈਠੀ ਰੋ ਰਹੀ ਸੀ। ਲਾਂਸਲਾਟ ਦੇ ਪੁੱਛਣ 'ਤੇ ਉਹਨੇ ਦੱਸਿਆ ਕਿ ਮੇਰਾ ਭਰਾ ਬਹਾਦਰ ਯੋਧੇ ਸਰ ਗਿਲਬਰਟ ਨਾਲ ਲੜਾਈ ਵਿੱਚ ਸਖਤ ਜ਼ਖਮੀ ਹੋ ਗਿਆ ਹੈ। ਜੇ ਉਹਦਾ ਖਿਆਲ ਨਾ ਕੀਤਾ ਗਿਆ ਤਾਂ ਉਹ ਅਨਿਆਈ ਮੌਤੇ ਮਰ ਜਾਏਗਾ। ਤੁਸੀਂ ਉਹ ਜੋ ਮੇਰੀ ਮਦਦ ਕਰ ਸਕਦੇ ਹੋ। ਸਰ ਲਾਂਸਲਾਟ ਦੇ ਪੁੱਛਣ 'ਤੇ ਸੁੰਦਰੀ ਨੇ ਦੱਸਿਆ ਕਿ ਉਹਦੇ ਭਰਾ ਦਾ ਨਾਂ ਮੈਲੀਓਟ ਹੈ। ਲਾਂਸਲਾਟ ਕਹਿਣ ਲੱਗਾ, ਤਾਂ ਤੇ ਉਹ ਗੋਲ ਮੇਜ਼ ਦਾ ਯੋਧਾ ਏ, ਮੇਰਾ ਫਰਜ਼ ਬਣਦਾ ਏ ਕਿ ਮੈਂ ਉਹਦੀ ਹਰ ਤਰ੍ਹਾਂ ਸਹਾਇਤਾ ਕਰਾਂ। ਉਹ ਸੁੰਦਰੀ ਲਾਂਸਲਾਟ ਨੂੰ ਥੋੜ੍ਹੀ ਦੂਰ ਇੱਕ ਗਿਰਜੇ ਵਿੱਚ ਲੈ ਗਈ। ਉਹਦੇ ਗਿਰਦ ਟੁੱਟੀਆਂ ਹੋਈਆਂ ਕਬਰਾਂ ਦੀ ਇੱਕ ਲੰਮੀ ਪਾਲ ਲੱਗੀ ਹੋਈ ਸੀ ਅਤੇ ਅੰਦਰ ਬਹੁਤ ਸਾਰੇ ਯੋਧਿਆਂ ਦੀਆਂ ਢਾਲਾਂ ਪੁੱਠੀਆਂ ਲਟਕ ਰਹੀਆਂ ਸਨ, ਜਿਨ੍ਹਾਂ ਵਿੱਚ ਕਈਆਂ ਨੂੰ ਲਾਂਸਲਾਟ ਜਾਣਦਾ ਸੀ। ਹਾਲੀ ਉਹ ਹੈਰਾਨ ਹੋ ਕੇ ਇੱਧਰ ਉੱਧਰ ਹੀ ਵੇਖ ਰਿਹਾ ਸੀ ਕਿ ਹੱਥਾਂ ਵਿੱਚ ਤਲਵਾਰਾਂ ਅਤੇ ਢਾਲਾਂ ਫੜੀ 30 ਕੁ ਯੋਧਿਆਂ ਨੇ ਉਹਨੂੰ ਘੇਰ ਲਿਆ। ਉਹਨਾਂ ਨੇ ਲਾਂਸਲਾਟ ਨੂੰ ਧਮਕੀ ਦਿੰਦਿਆਂ ਕਿਹਾ, ਲੈਂਸਲਾਟ ਇੱਥੋਂ ਪੁੱਠੇ ਪੈਰੀ ਚਲੇ ਜਾਓ,
ਤਾਂ ਚੰਗਾ ਏ, ਨਹੀਂ ਤਾਂ ਤੁਹਾਨੂੰ ਕਿਤੇ ਲੈਣੀਆਂ ਦੀਆਂ ਦੇਣੀਆਂ ਨਾ ਪੈ ਜਾਣ। ਵਿਰੋਧੀਆਂ ਦੀ ਗਿਣਤੀ ਜ਼ਿਆਦਾ ਸੀ, ਪਰ ਲਾਂਸਲਟ ਨੇ ਨਿਧੜਕ ਹੋ ਕੇ ਕਿਹਾ, ਮੈਂ ਧਮਕੀਆਂ ਤੋਂ ਡਰਨ ਵਾਲਾ ਨਹੀਂ, ਆਓ ਫਿਰ ਵੇਖ ਹੀ ਲਵਾਂ ਕਿ ਜੇ ਕਿੰਨੀ ਕੁ ਜਾਣ ਏ ਤੁਹਾਡੇ ਵਿੱਚ। ਇਹ ਕਹਿੰਦੇ ਹੀ ਲਾਂਸਲਟ ਉਹਨਾਂ 'ਤੇ ਬਿਜਲੀ ਵਾਂਗ ਟੁੱਟ ਕੇ ਪਿਆ। ਇਹ ਵੇਖ ਕੇ ਉਹ ਸਾਰੇ ਯੋਧੇ ਅੱਖ ਦੇ ਫੋਰ ਵਿੱਚ ਗਾਇਬ ਹੋ ਗਏ। ਇਸ ਪਿੱਛੋਂ ਤਲਵਾਰ ਹੱਥ ਵਿੱਚ ਫੜੀ ਲੈਂਸਲਟ ਗਿਰਜੇ ਦੇ ਅੰਦਰ ਦਾਖਲ ਹੋਇਆ। ਅੰਦਰ ਗੁੱਪ ਹਨੇਰਾ ਸੀ, ਕੇਵਲ ਛੱਤ ਤੋਂ ਇੱਕੋ ਇੱਕ ਦੀਵਾ ਲਟਕ ਰਿਹਾ ਸੀ, ਜਿਸ ਦੀ ਮੱਧਮ ਰੋਸ਼ਨੀ ਵਿੱਚ ਉਹਨੇ ਇੱਕ ਯੋਧੇ ਦੀ ਲੋਥ ਵੇਖੀ, ਜੋ ਸਿਰਾਂ ਤੋਂ ਲੈ ਕੇ ਪੈਰਾਂ ਤੱਕ ਸੰਜੋਗ ਨਾਲ ਟੱਕੀ ਹੋਈ ਸੀ। ਹੋਰ ਨੇੜੇ ਜਾ ਕੇ ਲਾਂਸਲਟ ਨੇ ਵੇਖਿਆ ਕਿ ਉਹ ਯੋਧਾ ਇੱਕ ਲਹੂ ਨਾਲ ਲਿਬੜੇ ਹੋਏ ਕੱਪੜੇ ਤੇ ਪਿਆ ਸੀ। ਉਹਦੀ ਨੰਗੀ ਤਲਵਾਰ ਇੱਕ ਪਾਸੇ ਪਈ ਹੋਈ ਸੀ ਤੇ ਗੁੱਟ ਥੱਲਿਓਂ ਉਹਦੀ ਬਾਂਹ ਤਲਵਾਰ ਦੇ ਵਾਰ ਨਾਲ ਕੱਟੀ ਪਈ ਸੀ। ਲਾਂਸਲਟ ਨੇ ਬੜੀ ਦਲੇਰੀ ਕੀਤੀ ਤੇ ਆਪਣੀ ਤਲਵਾਰ ਨਾਲ ਲਹੂ ਨਾਲ ਭਿੱਜੇ ਹੋਏ ਕੱਪੜੇ ਦਾ ਇੱਕ ਟੁਕੜਾ ਕੱਟ ਲਿਆ। ਇਸ ਵੇਲੇ ਇੰਝ ਲੱਗਾ ਕਿ ਇੱਕ ਜ਼ਬਰਦਸਤ ਭੁਚਾਲ ਆ ਰਿਹਾ ਹੈ, ਜਿਸ ਨਾਲ ਸਾਰਾ ਗਿਰਜਾ ਘਰ ਹਿੱਲ ਰਿਹਾ ਹੈ। ਲੈਂਸਲਟ ਉੱਥੋਂ ਨਿਕਲ ਕੇ ਬਾਹਰ ਜਾਣ ਹੀ ਲੱਗਾ ਸੀ ਕਿ ਇੱਕ ਸੁੰਦਰੀ ਜੋ ਬਹੁਤ ਹੀ ਸੋਹਣੀ ਪੁਸ਼ਾਕ ਪਹਿਨੇ ਉੱਥੇ ਖੜੀ ਸੀ, ਸਰ ਲਾਂਸਲਟ ਨੂੰ ਕਹਿਣ ਲੱਗੀ, ਇਹ ਤਲਵਾਰ ਸੁੱਟ ਦਿਓ, ਨਹੀਂ ਤਾਂ ਤੁਹਾਨੂੰ ਕਿਤੇ ਮੌਤ ਦਾ ਮੂੰਹ ਨਾ ਵੇਖਣਾ ਪਵੇ। ਸਰ ਲਾਂਸਲਟ ਨੇ ਉੱਤਰ ਦਿੱਤਾ, ਸੁੰਦਰੀ, ਮੇਰਾ ਅਸੂਲ ਹੈ ਕਿ ਜੋ ਗੱਲ ਮੈਂ ਮੂੰਹੋਂ ਕੱਢਾਂ ਉਸ ਨੂੰ ਪੂਰੀ ਕਰਦਾ ਹਾਂ, ਤੇ ਜੋ ਕੁਝ ਮੈਂ ਜਿੱਤ ਵਿੱਚ ਪ੍ਰਾਪਤ ਕਰਦਾ ਹਾਂ ਉਹ ਕਦੀ ਮੈਂ ਹੱਥੋਂ ਨਹੀਂ ਗਵਾਉਂਦਾ। ਇਸ ਤੇ ਉਸ ਸੁੰਦਰੀ ਨੇ ਕਿਹਾ, ਜੇ ਤੁਸੀਂ ਇਹ ਤਲਵਾਰ ਸੁੱਟ ਦਿੰਦੇ ਤਾਂ ਸੱਚਮੁੱਚ ਤੁਹਾਨੂੰ ਮੌਤ ਦਾ ਮੂੰਹ ਵੇਖਣਾ ਪੈਣਾ ਸੀ। ਹੁਣ ਤੁਸੀਂ ਮੇਰੀ ਬੇਨਤੀ ਕਬੂਲ ਕਰੋ ਤੇ ਇੱਥੇ ਮੇਰੇ ਪਾਸ ਹੀ ਠਹਿਰੋ। ਲੈਂਸਲਟ ਨੇ ਉੱਤਰ ਦਿੱਤਾ, ਬਿਲਕੁਲ ਨਹੀਂ। ਉਸ ਸੁੰਦਰੀ ਨੇ ਫਿਰ ਕਿਹਾ, ਸਰ ਲਾਂਸਲਟ, ਜਾਓ, ਤੁਸੀਂ ਜਿੱਤੇ ਤੇ ਮੈਂ ਹਾਰੀ। ਜੇ ਤੁਸੀਂ ਮੇਰੇ ਪਾਸ ਠਹਿਰਦੇ ਤਾਂ ਤੁਹਾਡੀ ਲੋਥ ਵੀ ਉਸੇ ਅਰਥੀ ਤੇ ਡਿੱਗੀ ਪਈ ਹੋਣੀ ਸੀ। ਮੈਂ ਤੁਹਾਨੂੰ ਕਾਬੂ ਕਰਨ ਦੀ ਬੜੀ ਕੋਸ਼ਿਸ਼ ਕੀਤੀ ਹੈ, ਇਸੇ ਕਰਕੇ ਹੀ ਮੈਂ ਇਹ ਗਿਰਜਾ ਬਣਵਾਇਆ ਸੀ। ਬਹੁਤ ਸਾਰੇ ਯੋਧੇ ਮੇਰੇ ਅੜਿੱਕੇ ਚੜ੍ਹ ਚੁੱਕੇ ਨੇ, ਪਰ ਤੁਸੀਂ ਮੇਰੇ ਝਾਂਸੇ ਵਿੱਚ ਨਹੀਂ ਆਏ। ਸੱਚਮੁੱਚ ਮਲਕਾ ਜੈਨਵੇਅਰ ਹੀ ਤੁਹਾਡੇ ਪਿਆਰ ਦੇ ਯੋਗ ਏ। ਇਹ ਕਹਿੰਦਿਆਂ ਹੀ ਉਹ ਸੁੰਦਰੀ ਅਲੋਪ ਹੋ ਗਈ। ਸਰ ਲਾਂਸਲਟ ਘੋੜੇ ਤੇ ਚੜ੍ਹ ਕੇ ਉਸ ਜਾਦੂ ਦੇ ਤਿਲਿਸਮ ਤੋਂ ਦੂਰ ਚਲਾ ਗਿਆ। ਆਖਰ ਉਹ ਸਰ ਮੈਲੀਓਟ ਦੀ ਭੈਣ ਦੇ ਨਾਲ ਉਸ ਥਾਂ ਪਹੁੰਚਿਆ ਜਿੱਥੇ ਸਰ ਮੈਲੀਓਟ ਸਖਤ ਜ਼ਖਮੀ ਪਿਆ ਸੀ। ਉਸਨੇ ਸਰ ਲਾਂਸਲਟ ਨੂੰ ਵੇਖ ਕੇ ਪ੍ਰਣਾਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਇਤਨਾ ਡੰਡਾਲ ਸੀ ਕਿ ਉੱਠ ਨਾ ਸਕਿਆ। ਸਰ ਲਾਂਸਲਟ ਨੇ ਉਹਦੇ ਜ਼ਖਮਾਂ ਨੂੰ ਆਪਣੀ ਤਲਵਾਰ ਨਾਲ ਸਾਫ਼ ਕੀਤਾ ਤੇ ਉਸ ਖੂਨ ਦੇ ਭਿੱਜੇ ਕੱਪੜੇ ਨਾਲ ਪੱਟੀ ਕੀਤੀ। ਪੱਟੀ ਦੇ ਵੱਜਦਿਆਂ ਹੀ ਸਰ ਮੈਲੀਓਟ 9/9 ਹੋ ਗਿਆ ਤੇ ਉਹਨੇ ਸਰ ਲਾਂਸਲਟ ਦਾ ਬੜਾ ਧੰਨਵਾਦ ਕੀਤਾ। ਇਸ ਤੋਂ ਪਿੱਛੋਂ ਲਾਂਸਲਟ ਆਪਣੇ ਸਫ਼ਰ ਤੇ ਅਗਾਂਹ ਤੁਰ ਪਿਆ। ਉਸ ਗਿਰਜੇ ਦੀ ਜਾਦੂਗਰਨੀ ਬੜੇ ਦੁੱਖ ਵਿੱਚ ਘੁਲ ਕੇ ਮਰ ਗਈ, ਕਿਉਂਕਿ ਲਾਂਸਲਟ ਨੂੰ ਕਾਬੂ ਕਰਨ ਦੀ ਉਹਦੀ ਕੋਈ ਵੀ ਚਾਲ ਸਫਲ ਨਾ ਹੋਈ। ਕਾਂਡ 5ਵਾਂ, ਸਰ ਗੈਰਿਥ। ਗੈਵਨ ਤੇ ਮੋਡਰੈਡ ਬਾਦਸ਼ਾਹ ਆਰਥਰ ਦੇ ਦਰਬਾਰ ਵਿੱਚ ਮੰਨੇ ਪਰਮੰਨੇ ਯੋਧੇ ਗਿਣੇ ਜਾਂਦੇ ਸਨ। ਇਹਨਾਂ ਦਾ ਛੋਟਾ ਭਰਾ ਗੈਰਿਥ ਬਹੁਤ ਹੀ ਛੋਟੀ ਉਮਰ ਦਾ ਸੀ ਜਦੋਂ ਇਹ ਬਾਦਸ਼ਾਹ ਪਾਸ ਗਿਆ ਤਾਂ ਉਹਦੇ ਭਰਾਵਾਂ ਨੇ ਉਹਨੂੰ ਨਾ ਪਛਾਣਿਆ। ਉਹਨਾਂ ਦਿਨਾਂ ਵਿੱਚ ਆਰਥਰ ਆਪਣੇ ਸਰਦਾਰਾਂ ਸਮੇਤ ਸਕਾਟਲੈਂਡ ਵਿੱਚ ਠਹਿਰਿਆ ਹੋਇਆ ਸੀ। ਉਹਨੇ ਇਹ ਨੇਮ ਬਣਾਇਆ ਹੋਇਆ ਸੀ ਕਿ ਜਦ ਤੱਕ ਉਹ ਤੇ ਉਸਦੇ ਸਾਥੀ ਕੋਈ ਮਾਰਕਾ ਨਾ ਮਾਰ ਲੈਣ, ਉਹ ਦੁਪਹਿਰ ਦਾ ਖਾਣਾ ਨਹੀਂ ਸੀ ਖਾਂਦੇ। ਉਸ ਦਿਨ ਫਿਰਦੇ ਫਿਰਾਂਦੇ ਉਹਨਾਂ ਨੇ ਇੱਕ ਜਵਾਨ ਵੇਖਿਆ ਜੋ ਉਂਝ ਤਾਂ ਭਾਵੇਂ ਲੰਮਾ ਚੰਮਾ ਤੇ ਤਕੜਾ ਲੱਗਦਾ ਸੀ, ਪਰ ਉਹ ਆਪਣੇ ਦੋ ਸਾਥੀਆਂ ਦੇ ਸਹਾਰੇ ਉੱਧਰ ਆ ਰਿਹਾ ਸੀ। ਉਹ ਉਹਨਾਂ ਕੋਲ ਆ ਕੇ ਇੱਕਦਮ ਸਿੱਧਾ ਖੜੋ ਹੋ ਗਿਆ ਤੇ ਆਰਥਰ ਨੂੰ ਨਮਸਕਾਰ ਕਰਕੇ ਕਹਿਣ ਲੱਗਾ, ਹਜ਼ੂਰ, ਮੈਂ ਤੁਹਾਥੋਂ 3 ਵਾਰ ਮੰਗਦਾ ਹਾਂ, ਇੱਕ ਵਾਰ ਦੀ ਹੁਣੇ ਹੀ ਕਿਰਪਾ ਕਰੋ, ਦੂਜੇ ਲੋੜ ਪੈਣ ਤੇ ਮੰਗ ਲਵਾਂਗਾ। ਬਾਦਸ਼ਾਹ ਉਸ ਜਵਾਨ ਦੀ ਨੁਹਾਰ ਵੇਖ ਕੇ ਬੜਾ ਪ੍ਰਸੰਨ ਹੋਇਆ ਤੇ ਉਹਨੇ ਉੱਤਰ ਦਿੱਤਾ, ਬੇਟਾ, ਮੰਗ ਕੀ ਮੰਗਣਾ ਹੈ? ਉਸ ਜਵਾਨ ਨੇ ਕਿਹਾ, ਹਜ਼ੂਰ, ਮੇਰੀ ਪਹਿਲੀ ਮੰਗ ਹੈ ਕਿ ਤੁਸੀਂ ਸਾਲ ਭਰ ਲਈ ਮੇਰੇ ਖਾਣ ਪੀਣ ਦਾ ਪ੍ਰਬੰਧ ਕਰ ਦਿਓ। ਬਾਦਸ਼ਾਹ ਇਹ ਸੁਣ ਕੇ ਕਹਿਣ ਲੱਗਾ, ਵਾਹ, ਇਹ ਵੀ ਕੋਈ ਵੱਡੀ ਗੱਲ ਹੈ, ਪਰ ਇਹ ਤਾਂ ਦੱਸ ਤੇਰਾ ਨਾਂ ਕੀ ਹੈ? ਉਹਨੇ ਉੱਤਰ ਦਿੱਤਾ, ਇਹ ਮੈਂ ਫੇਰ ਦੱਸਾਂਗਾ। ਬਾਦਸ਼ਾਹ ਆਰਥਰ ਸੁਭਾਵਿਕ ਤੌਰ ਤੇ ਸਭ ਤੇ ਇਤਬਾਰ ਕਰਦਾ ਸੀ। ਉਹਨੂੰ ਯਕੀਨ ਹੋ ਗਿਆ ਕਿ ਇਹ ਲੜਕਾ ਬੜਾ ਬਹਾਦਰ ਯੋਧਾ ਬਣੇਗਾ, ਸੋ ਉਹਨੇ ਉਸਨੂੰ ਸਰ ਕੇ ਦੇ ਹਵਾਲੇ ਕਰ ਦਿੱਤਾ। ਪਰ ਸਰ ਕੇ ਉਹਨਾਂ ਸਾਰਿਆਂ ਨਾਲ ਬੜੀ ਸਖਤੀ ਨਾਲ ਪੇਸ਼ ਆਉਂਦਾ ਸੀ ਜਿਨ੍ਹਾਂ ਨੂੰ ਉਹ ਪਸੰਦ ਨਹੀਂ ਸੀ ਕਰਦਾ। ਉਹਨੂੰ ਸ਼ੁਰੂ ਤੋਂ ਹੀ ਇਸ ਨੌਜਵਾਨ ਨਾਲ ਕੁਝ ਘਿਰਨਾ ਜਿਹੀ ਹੋ ਗਈ ਸੀ। ਉਹਨੇ ਕਿਹਾ ਕਿ ਘੋੜਾ ਤੇ ਸ਼ਸਤਰ ਮੰਗਣ ਦੀ ਥਾਂ ਜਿਹੜਾ ਖਾਣ ਨੂੰ ਰੋਟੀ ਮੰਗਦਾ ਹੈ ਜ਼ਰੂਰ ਕੋਈ ਕਮੀਨਾ ਯੋਧਾ ਹੋਣਾ ਹੈ, ਸੂਰਬੀਰ ਨਹੀਂ ਹੋ ਸਕਦਾ। ਪਰ ਸਰ ਲਾਂਸਲਟ ਅਤੇ ਗੈਵਨ ਸਦਾ ਗੈਰਿਥ ਦਾ ਪੱਖ ਕਰਦੇ ਸਨ। ਇਸੇ ਤਰ੍ਹਾਂ 1 ਸਾਲ ਬੀਤ ਗਿਆ। ਇੱਕ ਦਿਨ ਇੱਕ ਸੁੰਦਰੀ ਬਾਦਸ਼ਾਹ ਆਰਥਰ ਦੇ ਦਰਬਾਰ ਵਿੱਚ ਆਈ ਤੇ ਉਹ ਕਹਿਣ ਲੱਗੀ, ਮੇਰੀ ਭੈਣ ਨੂੰ ਇੱਕ ਨਿਰਦਈ ਯੋਧੇ ਨੇ ਆਪਣੇ ਕਿਲੇ ਵਿੱਚ ਕੈਦ ਕਰ ਰੱਖਿਆ ਹੈ। ਉਹ ਉਹਦੀਆਂ ਜ਼ਮੀਨਾਂ ਨੂੰ ਬਰਬਾਦ ਕਰੀ ਜਾਂਦਾ ਹੈ। ਮੈਂ ਸੁਣਿਆ ਹੈ ਕਿ ਤੁਹਾਡੇ ਦਰਬਾਰ ਵਿੱਚ ਜਗਤ ਪ੍ਰਸਿੱਧ ਯੋਧੇ ਮੌਜੂਦ ਨੇ, ਇਸ ਲਈ ਮੈਂ ਤੁਹਾਡੇ ਦਰ ਸਹਾਇਤਾ ਲਈ ਚੋਲੀ ਟੱਗਡ ਕੇ ਆਈ ਹਾਂ। ਆਰਥਰ ਨੇ ਪੁੱਛਿਆ, ਤੇਰੀ ਭੈਣ ਦਾ ਕੀ ਨਾਂ ਹੈ ਤੇ ਉਹ ਨਿਰਦਈ ਯੋਧਾ ਕੌਣ ਹੈ? ਉਸ ਸੁੰਦਰੀ ਨੇ ਦੱਸਿਆ, ਉਸ ਨੂੰ ਲਾਲ ਯੋਧਾ ਕਹਿੰਦੇ ਨੇ, ਪਰ ਮੈਂ ਆਪਣੀ ਭੈਣ ਵੱਲੋਂ ਕੇਵਲ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਉਹ ਇੱਕ ਖਾਨਦਾਨੀ ਇਸਤਰੀ ਹੈ ਤੇ ਬੜੀਆਂ ਜ਼ਮੀਨਾਂ ਦੀ ਮਾਲਕ ਹੈ। ਬਾਦਸ਼ਾਹ ਨੇ ਕੁਝ ਖਫਾ ਹੋ ਕੇ ਕਿਹਾ, ਉਹਦਾ ਨਾਂ ਤਾਂ ਤੂੰ ਦੱਸਦੀ ਨਹੀਂ ਤੇ ਮਦਦ ਮੰਗਣ ਆ ਗਈ ਹੈ। ਮੈਂ ਕਿਸੇ ਯੋਧੇ ਨੂੰ ਤੇਰੀ ਸਹਾਇਤਾ ਲਈ ਭੇਜਣ ਨੂੰ ਤਿਆਰ ਨਹੀਂ। ਇਹ ਸੁਣ ਕੇ ਗੈਰਿਥ ਅਗਾਂਹ ਆਇਆ ਤੇ ਕਹਿਣ ਲੱਗਾ, ਮੈਂ ਪੂਰਾ 1 ਸਾਲ ਤੁਹਾਡਾ ਲੂਣ ਖਾਂਦਾ ਰਿਹਾ ਹਾਂ,
ਹੁਣ ਮੈਂ ਤੁਹਾਡੇ ਪਾਸੋਂ ਦੂਜੇ 2 ਵਰ ਮੰਗਦਾ ਹਾਂ। ਬਾਦਸ਼ਾਹ ਨੇ ਉੱਤਰ ਦਿੱਤਾ, ਹਾਂ ਮੰਗ, ਕੀ ਮੰਗਦਾ ਹੈ? ਗੈਰਿਥ ਨੇ ਕਿਹਾ, ਇੱਕ ਤਾਂ ਇਸ ਸੁੰਦਰੀ ਦੀ ਸਹਾਇਤਾ ਕਰਨ ਦੀ ਮੈਨੂੰ ਆਗਿਆ ਬਖਸ਼ੋ, ਦੂਜੇ ਸਰ ਲਾਂਸਲੈਟ ਨੂੰ ਮੇਰੇ ਮਗਰ ਭੇਜੋ ਤਾਂ ਜੋ ਜਿਸ ਵੇਲੇ ਮੈਂ ਚਾਹਾਂ ਉਹ ਮੈਨੂੰ ਨਾਈਟ ਸਜਾਉਣ ਦੀ ਰਸਮ ਪੂਰੀ ਕਰ ਸਕੇ। ਮੈਂ ਕੇਵਲ ਸਰ ਲਾਂਸਲੈਟ ਦੇ ਹੱਥੋਂ ਹੀ ਨਾਈਟ ਸੱਜਣ ਦਾ ਚਾਹਵਾਨ ਹੈ। ਮੈਨੂੰ ਮਨਜ਼ੂਰ ਹੈ, ਆਰਥਰ ਨੇ ਉੱਤਰ ਦਿੱਤਾ। ਜਦੋਂ ਸੁੰਦਰੀ ਨੇ ਇਹ ਗੱਲਬਾਤ ਸੁਣੀ ਤਾਂ ਗੁੱਸੇ ਨਾਲ ਲਾਲ ਪੀਲੀ ਹੋ ਕੇ ਕਹਿਣ ਲੱਗੀ, ਬੜੇ ਅਫਸੋਸ ਦੀ ਗੱਲ ਹੈ ਕਿ ਮੈਂ ਇੱਕ ਯੋਧੇ ਦੀ ਮੰਗ ਕਰਨ ਆਈ ਸਾਂ ਤੇ ਤੁਸੀਂ ਕੱਲ੍ਹ ਦੇ ਛੋਕਰੇ ਨੂੰ ਮੇਰੇ ਨਾਲ ਭੇਜ ਰਹੇ ਹੋ। ਇਹ ਕਹਿੰਦਿਆਂ ਹੀ ਉਹ ਹਾਲ ਵਿੱਚੋਂ ਬਾਹਰ ਨਿਕਲੀ ਤੇ ਆਪਣੇ ਘੋੜੇ ਤੇ ਚੜ੍ਹ ਕੇ ਉੱਥੋਂ ਅਲੋਪ ਹੋ ਗਈ। ਗੈਰਿਥ ਵੀ ਆਪਣੀ ਸੰਜੋਅ ਤੇ ਸ਼ਸਤਰ ਪਹਿਨ ਕੇ ਉਹਦੇ ਮਗਰ ਹੋ ਤੁਰਿਆ। ਜਦੋਂ ਸਰ ਕੇ ਨੂੰ ਗੈਰਿਥ ਦੇ ਸੁੰਦਰੀ ਦੇ ਮਗਰ ਜਾਣ ਬਾਰੇ ਪਤਾ ਲੱਗਾ ਤਾਂ ਉਹ ਉਸਨੂੰ ਵਾਪਸ ਲਿਆਉਣ ਲਈ ਤੁਰ ਪਿਆ। ਜਿਵੇਂ ਹੀ ਗੈਰਿਥ ਸੁੰਦਰੀ ਪਾਸ ਪਹੁੰਚਿਆ, ਸਰ ਕੇ ਵੀ ਉਹਦੇ ਨਾਲ ਜਾ ਰਲਿਆ ਤੇ ਕਹਿਣ ਲੱਗਾ, ਚੱਲ ਵਾਪਸ, ਤੂੰ ਮੈਨੂੰ ਜਾਣਦਾ ਨਹੀਂ, ਮੇਰੇ ਹੁਕਮ ਬਿਨਾਂ ਤੂੰ ਇੱਥੇ ਆ ਕਿਵੇਂ ਗਿਆ ਹੈ? ਗੈਰਿਥ ਨੇ ਉੱਤਰ ਦਿੱਤਾ, ਹਾਂ ਮੈਂ ਜਾਣਦਾ, ਤੂੰ ਬਾਦਸ਼ਾਹ ਆਰਥਰ ਦੇ ਦਰਬਾਰ ਦਾ ਸਭ ਤੋਂ ਬਦਸਲੂਕ ਯੋਧਾ ਹੈ। ਇਸ ਤੇ ਸਰ ਕੇ ਨੇ ਕ੍ਰੋਧ ਵਿੱਚ ਆ ਕੇ ਗੈਰਿਥ ਤੇ ਨੇਜ਼ੇ ਨਾਲ ਵਾਰ ਕੀਤਾ। ਗੈਰਿਥ ਵਾਰ ਬਚ ਗਿਆ ਤੇ ਜਵਾਬੀ ਹਮਲੇ ਵਿੱਚ ਉਹਨੇ ਆਪਣੀ ਤਲਵਾਰ ਨਾਲ ਸਰ ਕੇ ਨੂੰ ਫੱਟੜ ਕਰ ਦਿੱਤਾ ਤੇ ਉਹ ਮੂਰਛਾ ਖਾ ਕੇ ਥੱਲੇ ਡਿੱਗ ਪਿਆ। ਇਤਨੇ ਵਿੱਚ ਉਹ ਸੁੰਦਰੀ ਉੱਥੋਂ ਕਾਫੀ ਦੂਰ ਜਾ ਚੁੱਕੀ ਸੀ। ਗੈਰਿਥ ਉਹਨੂੰ ਫਿਰ ਜਾ ਮਿਲਿਆ। ਜਦੋਂ ਦੋਵੇਂ ਇੱਕ ਦੂਜੇ ਦੇ ਪਿੱਛੇ ਜਾ ਰਹੇ ਸਨ ਤਾਂ ਰਾਹ ਵਿੱਚ ਉਹਨਾਂ ਨੂੰ ਇੱਕ ਯੋਧਾ ਮਿਲਿਆ ਜਿਸ ਨੂੰ 7 ਡਾਕੂਆਂ ਨੇ ਘੇਰਿਆ ਹੋਇਆ ਸੀ। ਗੈਰਿਥ ਨੇ ਆਪਣੀ ਬਹਾਦਰੀ ਦੇ ਐਸੇ ਜ਼ੋਰ ਵਿਖਾਏ ਕਿ ਉਹਨਾਂ ਸਭਨਾਂ ਨੂੰ ਭੱਜਣਾ ਪਿਆ। ਰਾਹ ਵਿੱਚ ਇੱਕ ਨਦੀ ਸੀ, ਉਸ ਤੇ 2 ਯੋਧੇ ਖੜੇ ਸਨ ਜਿਨ੍ਹਾਂ ਦਾ ਟੱਕਰਾ ਕਰੇ ਬਿਨਾਂ ਉਹ ਅਗਾਂਹ ਨਹੀਂ ਸਨ ਜਾ ਸਕਦੇ। ਸੁੰਦਰੀ ਨੇ ਕਿਹਾ, ਹੁਣ ਵੇਖਦੇ ਹਾਂ ਕਿ ਤੂੰ ਜਾਨ ਬਚਾ ਕੇ ਨੱਠਦਾ ਹੈ ਕਿ ਇਹਨਾਂ ਦਾ ਟੱਕਰਾ ਕਰਦਾ ਹੈ। ਇਹ ਡਾਕੂ ਨਹੀਂ ਜਿਹੜੇ ਤੇਥੋਂ ਡਰ ਜਾਣਗੇ। ਗੈਰਿਥ ਨੇ ਉੱਤਰ ਦਿੱਤਾ, ਇਹ ਤਾਂ 2 ਜਣੇ ਨੇ, 10 ਵੀ ਆ ਜਾਣ ਤਾਂ ਮੈਂ ਉਹਨਾਂ ਦੀ ਪਰਵਾਹ ਨਹੀਂ ਕਰਦਾ। ਇਹ ਕਹਿ ਕੇ ਗੈਰਿਥ ਨੇ ਇੱਕ ਯੋਧੇ ਨੂੰ ਨਦੀ ਦੇ ਅੱਧ ਵਿਚਕਾਰ ਹੀ ਜਾ ਦਬੋਚਿਆ ਤੇ ਉਸ ਤੇ ਐਸਾ ਭਰਵਾਂ ਵਾਰ ਕੀਤਾ ਕਿ ਉਹ ਉੱਥੇ ਹੀ ਚਿੱਤ ਹੋ ਗਿਆ। ਪਰਲੇ ਪਾਰ ਜਾ ਕੇ ਉਹਨੇ ਦੂਜੇ ਯੋਧੇ ਦਾ ਵੀ ਸਫਾਇਆ ਕਰ ਦਿੱਤਾ। ਉਹ ਸੁੰਦਰੀ ਨੇ ਗੈਰਿਥ ਨੂੰ ਮਖੌਲ ਕਰਦਿਆਂ ਕਿਹਾ, ਵੇਖੋ ਕੈਸੀ ਅਨਹੋਣੀ ਗੱਲ ਹੈ ਕਿ ਕੱਲ੍ਹ ਦੇ ਛੋਕਰੇ ਦੇ ਹੱਥੋਂ 2 ਸ਼ਾਨਦਾਰ ਯੋਧੇ ਮਾਰੇ ਗਏ ਨੇ। ਤੇਰੀ ਕਿਸਮਤ ਕੁਝ ਚੰਗੀ ਹੈ ਕਿ ਤੂੰ ਬਚ ਗਿਆ ਹੈ। ਗੈਰਿਥ ਨੇ ਕਿਹਾ, ਸੁੰਦਰੀ ਤੂੰ ਜੋ ਮਰਜ਼ੀ ਹੈ ਕਹੀ ਜਾ, ਮੈਂ ਤਾਂ ਜਿਸ ਕੰਮ ਆਇਆ ਹਾਂ ਪੂਰਾ ਕਰਕੇ ਹੀ ਸਾਹ ਲਵਾਂਗਾ। ਆਖਰ ਉਹ ਇੱਕ ਖੁੱਲ੍ਹੇ ਮੈਦਾਨ ਲੱਗੇ ਪਹੁੰਚੇ ਜਿੱਥੇ ਬਹੁਤ ਸਾਰੇ ਤੰਬੂ ਲੱਗੇ ਹੋਏ ਸਨ। ਇੱਕ ਤੰਬੂ ਦਾ ਰੰਗ ਨੀਲਾ ਸੀ, ਉਸ ਦੇ ਬਾਹਰ ਨੀਲੇ ਕੱਪੜੇ ਪਹਿਨੀ ਤੇ ਢਾਲਾਂ ਤਲਵਾਰਾਂ ਫੜੀ ਕੁਝ ਸਿਪਾਹੀ ਖੜੇ ਸਨ। ਉਸ ਸੁੰਦਰੀ ਨੇ ਗੈਰਿਥ ਨੂੰ ਕਿਹਾ, ਇਹ ਤੰਬੂ ਨੀਲੇ ਯੋਧੇ ਦਾ ਏ, ਉਸ ਜਿਹਾ ਜਾਨਵਰ ਯੋਧਾ ਘੱਟ ਹੀ ਦੁਨੀਆ ਵਿੱਚ ਹੋਏਗਾ। 500 ਯੋਧੇ ਹਮੇਸ਼ਾ ਉਹਦੇ ਲਈ ਜਾਨ ਵਾਰਨ ਨੂੰ ਤਿਆਰ ਰਹਿੰਦੇ ਹਨ। ਗੈਰਿਥ ਨੇ ਇਹ ਸੁਣ ਕੇ ਕਿਹਾ, ਫਿਰ ਕੀ ਹੋਇਆ, ਜੇ ਅਸੂਲਾਂ ਦਾ ਪੱਕਾ ਤੇ ਚੰਗਾ ਆਦਮੀ ਹੈ ਮੈਂ ਇਹਦਾ ਵੀ ਟੱਕਰਾ ਕਰ ਸਕਦਾ ਹਾਂ। ਕਹਿਣ ਤੇ ਕਰਨ ਵਿੱਚ ਬੜਾ ਫਰਕ ਹੁੰਦਾ ਹੈ। ਉਸ ਸੁੰਦਰੀ ਨੇ ਗੈਰਿਥ ਨੂੰ ਕਿਹਾ, ਚੜਾਉਂਦਿਆਂ ਹੋਇਆ ਕਿਹਾ, ਤੂੰ ਆਸਮਾਨ ਨੂੰ ਮੂੰਹ ਜ਼ਬਾਨੀ ਟਾਕੀਆਂ ਲਾਉਣ ਗਿੱਜਿਆ ਹੋਇਆ ਹੈ। ਫਰਜ਼ ਕੀਤਾ ਜੇ ਇਹਨੂੰ ਜਿੱਤ ਵੀ ਲਵੇਂ, ਤੂੰ ਲਾਲ ਯੋਧੇ ਦਾ ਟੱਕਰਾ ਕਿਵੇਂ ਕਰੇਗਾ ਜੋ ਇਹਦੇ ਨਾਲੋਂ ਵੀ 100 ਗੁਣਾ ਤਕੜਾ ਹੈ। ਜੇ ਜਾਨ ਪਿਆਰੀ ਹੈ ਤਾਂ ਇੱਥੋਂ ਹੀ ਮੁੜ ਜਾ। ਗੈਰਿਥ ਨੇ ਜਰਾ ਖਿੱਚ ਕੇ ਉੱਤਰ ਦਿੱਤਾ, ਸੁੰਦਰੀ ਤੈਨੂੰ ਇਸ ਤਰ੍ਹਾਂ ਮੇਰਾ ਅਪਮਾਨ ਕਰਨਾ ਠੀਕ ਨਹੀਂ। ਮੈਂ ਤੇਥੋਂ ਕੁਝ ਲੈਣ ਨਹੀਂ ਆਇਆ, ਤੇਰੀ ਸੇਵਾ ਕਰਨ ਆਇਆ ਹਾਂ ਤੇ ਜੋ ਪ੍ਰਣ ਮੈਂ ਕੀਤਾ ਹੈ ਜਾਨ ਚਲੀ ਜਾਏ ਪਰ ਉਸਨੂੰ ਪੂਰਾ ਕਰਕੇ ਹੀ ਛੱਡਾਂਗਾ। ਇਹ ਸੁਣ ਕੇ ਸੁੰਦਰੀ ਬੜੀ ਸ਼ਰਮਿੰਦੀ ਹੋਈ ਤੇ ਕਹਿਣ ਲੱਗੀ, ਮੈਂ ਹੈਰਾਨ ਹਾਂ ਕਿ ਤੂੰ ਕਿਸ ਮਿੱਟੀ ਦਾ ਬਣਿਆ ਹੋਇਆ ਹੈ। ਤੂੰ ਆਪਣੇ ਆਪ ਨੂੰ ਆਰਥਰ ਸਾਹਮਣੇ ਰਸੋਈਆ ਕਹਿੰਦਾ ਸਾਂ ਤੇ ਮੈਂ ਤੈਨੂੰ ਘੜੀ ਮੁੜੀ ਝਾੜਾਂ ਪਾਉਂਦੀ ਰਹੀ ਹਾਂ, ਪਰ ਤੂੰ ਸਭ ਕੁਝ ਖਿੜੇ ਮੱਥੇ ਚੱਲਦਾ ਰਿਹਾ ਹੈ। ਨਿਮਰਤਾ ਤਾਂ ਉੱਚ ਘਰਾਣੇ ਦੀ ਨਿਸ਼ਾਨੀ ਹੈ। ਤੂੰ ਦੱਸ ਅਸਲੀ ਗੱਲ ਕੀ ਹੈ? ਗੈਰਿਥ ਨੇ ਹੱਸ ਕੇ ਕਿਹਾ, ਉਹ ਯੋਧਾ ਕਾਹਦਾ ਜੋ ਇੱਕ ਸੁੰਦਰੀ ਦੇ ਸ਼ਬਦਾਂ ਤੇ ਗੁੱਸਾ ਚੜਾ ਕੇ ਲਏ। ਇਸ ਤਰ੍ਹਾਂ ਗੱਲਾਂ ਕਰਦਿਆਂ ਉਹ ਖੁੱਲ੍ਹੇ ਮੈਦਾਨ ਵਿੱਚ ਪਹੁੰਚ ਗਏ। ਉਹਨਾਂ ਨੂੰ ਨੀਲੇ ਯੋਧੇ ਵੱਲੋਂ ਭੇਜਿਆ ਹੋਇਆ ਇੱਕ ਦੂਤ ਮਿਲਿਆ ਜਿਸ ਰਾਹੀਂ ਉਸਨੇ ਪੁੱਛ ਘੱਲਿਆ ਸੀ ਕਿ ਗੈਰਿਥ ਉਹਨਾਂ ਵੱਲ ਦੋਸਤ ਦੇ ਤੌਰ ਤੇ ਆ ਰਿਹਾ ਹੈ ਜਾਂ ਦੁਸ਼ਮਣ ਦੇ ਤੌਰ ਤੇ। ਅੱਗੋਂ ਗੈਰਿਥ ਨੇ ਉੱਤਰ ਦਿੱਤਾ, ਮੈਂ ਐਵੇਂ ਹੀ ਰਾਜੀ ਹਾਂ ਜਿਵੇਂ ਤੇਰਾ ਮਾਲਕ ਪਸੰਦ ਕਰੇ। ਜਦ ਇਹ ਸੁਣਿਆ ਨੀਲੇ ਯੋਧੇ ਨੂੰ ਪਹੁੰਚਿਆ, ਉਹ ਘੋੜੇ ਤੇ ਚੜ੍ਹ ਕੇ ਆਪਣੀ ਢਾਲ ਅਤੇ ਨੇਜ਼ਾ ਲੈ ਕੇ ਗੈਰਿਥ ਵੱਲ ਆਇਆ। ਪਹਿਲੇ ਹੱਲੇ ਨਾਲ ਉਹਨਾਂ ਦੇ ਨੇਜ਼ੇ ਟੁਕੜੇ ਹੋ ਗਏ ਤੇ ਘੋੜੇ ਸਖਤ ਜ਼ਖਮੀ ਹੋ ਗਏ। ਫਿਰ ਉਹ ਢਾਲ ਅਤੇ ਤਲਵਾਰ ਲਈ ਇੱਕ ਦੂਜੇ ਤੇ ਟੁੱਟ ਕੇ ਪੈ ਗਏ। ਇਸ ਨਾਲ ਉਹਨਾਂ ਦੀਆਂ ਸੰਜੋਆਂ ਵੀ ਚੂਰ ਹੋ ਗਈਆਂ। ਆਖਰ ਗੈਰਿਥ ਨੇ ਇੱਕ ਜ਼ਬਰਦਸਤ ਵਾਰ ਨਾਲ ਨੀਲਾ ਯੋਧਾ ਚਾਰੋਂ ਸ਼ਾਨੇ ਚਿੱਤ ਭੌਂ ਤੇ ਜਾ ਪਿਆ। ਗੈਰਿਥ ਉਹਨੂੰ ਪਾਰ ਬੁਲਾਉਣ ਲੱਗਾ ਹੀ ਸੀ ਕਿ ਇੱਕ ਮਹਾਨ ਯੋਧੇ ਦੇ ਵਿੱਚ ਪੈਣ ਨਾਲ ਉਹਨੇ ਨੀਲੇ ਯੋਧੇ ਦੀ ਜਾਨ ਬਖਸ਼ ਦਿੱਤੀ। ਜਦ ਦੋਹਾਂ ਯੋਧਿਆਂ ਦੀ ਸੁਲ੍ਹਾ ਹੋ ਗਈ ਤਾਂ ਨੀਲਾ ਯੋਧਾ ਗੈਰਿਥ ਅਤੇ ਸੁੰਦਰੀ ਨੂੰ ਆਪਣੇ ਤੰਬੂ ਵਿੱਚ ਲੈ ਗਿਆ ਤੇ ਉਹਨਾਂ ਦੀ ਬੜੀ ਸੇਵਾ ਕੀਤੀ। ਜਦੋਂ ਮੇਜ਼ ਤੇ ਬੈਠੇ ਖਾਣਾ ਖਾ ਰਹੇ ਸਨ ਤਾਂ ਨੀਲੇ ਯੋਧੇ ਨੇ ਪੁੱਛਿਆ, ਸੁੰਦਰੀ ਕੀ ਤੇਰਾ ਨਾਂ ਸੁੰਦਰੀ ਲਿਨਟ ਤਾਂ ਨਹੀਂ? ਹਾਂ, ਮੇਰਾ ਨਾਂ ਲਿਨਟ ਹੀ ਹੈ। ਮੈਂ ਤੇ ਇਸ ਯੋਧੇ ਦੀ ਮਦਦ ਨਾਲ ਆਪਣੀ ਭੈਣ ਲਾਇਓਨੀਜ਼ ਨੂੰ ਇੱਕ ਜ਼ਾਲਮ ਸਰਦਾਰ ਦੇ ਪੰਜਿਆਂ ਵਿੱਚੋਂ ਛੁਡਾਉਣ ਆਈ ਹਾਂ। ਨੀਲੇ ਯੋਧੇ ਨੇ ਕਿਹਾ, ਪਰਮਾਤਮਾ ਤੁਹਾਡੀ ਸਹਾਇਤਾ ਕਰੇ, ਪਰ ਉਹ ਤਾਂ ਬੜਾ ਜ਼ਬਰਦਸਤ ਯੋਧਾ ਹੈ। ਉਹਨੇ ਤੁਹਾਡੀ ਭੈਣ ਨੂੰ ਕਦੇ ਤਾਂ ਕਾਬੂ ਕਰ ਲਿਆ ਹੋਣਾ ਸੀ, ਪਰ ਉਹ ਚਾਹੁੰਦਾ ਹੈ ਕਿ ਆਰਥਰ ਦੇ ਦਰਬਾਰ ਦਾ ਕੋਈ ਯੋਧਾ ਉਹਨੂੰ ਛੁਡਾਉਣ ਲਈ ਆਏ ਅਤੇ ਉਹਨੂੰ ਜਿੱਤ ਕੇ ਦੁਨੀਆ ਵਿੱਚ ਜਸ ਖੱਟ ਸਕੇ। ਜੇ ਤੂੰ ਉਹਨੂੰ ਹਰਾ ਸਕੇ ਤਾਂ ਤੇਰਾ ਨਾਂ ਵੀ ਸਰ ਲਾਂਸਲਟ ਤੇ ਸਰ
ट्रिस्ट्रैम वर्गे योद्धिਆਂ ਵਿੱਚ ਗਿਣਿਆ ਜਾਏਗਾ। ਗੈਰਿਥ ਇਹ ਸੁਣ ਕੇ ਬੋਲਿਆ, ਮੇਰਾ ਉਹਨਾਂ ਨਾਲ ਕੀ ਮੁਕਾਬਲਾ? ਮੈਨੂੰ ਸਰ ਲਾਂਸਲਾਟ ਨੇ ਆਪਣੇ ਹੱਥੀਂ ਯੋਧਾ ਸਜਾਇਆ ਹੈ। ਮੈਂ ਫਖਰ ਨਾਲ ਸਮਝਾਂਗਾ ਜੇ ਮੈਨੂੰ ਉਹਦੇ ਨਾਂ ਨੂੰ 4 ਚੰਨ ਲਾ ਸਕਾਂ। ਅਗਲੇ ਪਲਕ ਗੈਰਿਥ ਅਤੇ ਸੁੰਦਰੀ ਉੱਥੋਂ ਤੁਰ ਪਏ। ਨੀਲੇ ਯੋਧੇ ਨੇ ਪ੍ਰਣ ਕੀਤਾ ਕਿ ਉਹ ਗੈਰਿਥ ਦੇ ਸਾਰੇ ਮਾਰੇ ਹੋਏ ਮਾਰਕਿਆਂ ਦੀਆਂ ਖਬਰਾਂ ਬਾਦਸ਼ਾਹ ਆਰਥਰ ਨੂੰ ਪਹੁੰਚਾ ਦੇਵੇਗਾ। ਸਫ਼ਰ ਕਰਦੇ ਕਰਦੇ ਉਹ ਸ਼ਾਮ ਨੂੰ ਇੱਕ ਕੁਟੀਆ ਲਾਗੇ ਪਹੁੰਚੇ। ਉੱਥੇ ਸੁੰਦਰੀ ਲਾਇਓਨੀਜ਼ ਵੱਲੋਂ ਸਵਾਗਤ ਲਈ ਭੇਜਿਆ ਹੋਇਆ ਇੱਕ ਬੌਣਾ ਮਿਲਿਆ। ਉਹਨੇ ਦੋਹਾਂ ਦੇ ਆਰਾਮ ਲਈ ਝੌਂਪੜੀ ਵਿੱਚ ਥਾਂ ਬਣਾਈ ਹੋਈ ਸੀ ਤੇ ਖਾਣ ਲਈ ਹਰ ਪ੍ਰਕਾਰ ਦੇ ਖਾਣੇ ਤਿਆਰ ਕੀਤੇ ਹੋਏ ਸਨ। ਸਵੇਰੇ ਸਵੇਰੇ ਬੌਣਾ ਇਹਨਾਂ ਦੇ ਆਉਣ ਦੀ ਇਤਲਾਹ ਦੇਣ ਲਈ ਸੁੰਦਰੀ ਲਾਇਓਨੀਜ਼ ਦੇ ਕਿਲੇ ਵੱਲ ਤੁਰ ਪਿਆ। ਰਾਹ ਵਿੱਚ ਲਾਲ ਯੋਧੇ ਨੇ ਉਹਨੂੰ ਰੋਕ ਲਿਆ ਤੇ ਪੁੱਛਣ ਲੱਗਾ, ਤੂੰ ਕਿੱਥੋਂ ਆ ਰਿਹਾ ਹੈ? ਬੌਣੇ ਨੇ ਦੱਸਿਆ, ਹਜੂਰ ਮੈਂ ਸੁੰਦਰੀ ਲਾਇਓਨੀਜ਼ ਦੀ ਭੈਣ ਵੱਲੋਂ ਆਇਆ ਹਾਂ। ਉਹਦੇ ਨਾਲ ਸੁੰਦਰੀ ਲਾਇਓਨੀਜ਼ ਨੂੰ ਛਡਾਉਣ ਲਈ ਇੱਕ ਯੋਧਾ ਆ ਰਿਹਾ ਹੈ। ਅੱਗੋਂ ਲਾਲ ਯੋਧੇ ਨੇ ਕਿਹਾ, ਉਹ ਸੁੰਦਰੀ ਲਾਇਓਨੀਜ਼ ਨੂੰ ਛੁਡਾਉਣ ਨਹੀਂ ਆ ਰਿਹਾ, ਬਲਕਿ ਉਹਦੀ ਮੌਤ ਉਹਨੂੰ ਇੱਥੇ ਖਿੱਚ ਕੇ ਲਿਆਈ ਲੱਗਦੀ ਹੈ। ਮੈਂ ਸਰ ਲਾਂਸਲਟ ਵਰਗੇ ਯੋਧਿਆਂ ਦੀ ਪਰਵਾਹ ਨਹੀਂ ਕਰਦਾ, ਤੈਨੂੰ ਮੈਂ ਕੀ ਸਮਝਦਾ ਹਾਂ? ਬੌਣੇ ਨੇ ਅੱਗੋਂ ਉੱਤਰ ਦਿੱਤਾ, ਇਹ ਕੋਈ ਮਾਮੂਲੀ ਆਦਮੀ ਨਹੀਂ, ਇਹਨੇ ਆਪਣੀ ਬਾਂਹ ਦੇ ਬਲ ਨਾਲ ਨਦੀ ਵਾਲੇ ਤੇ ਨੀਲੇ ਯੋਧੇ ਦੋਹਾਂ ਨੂੰ ਸਖਤ ਹਾਰ ਦਿੱਤੀ ਹੈ। ਲਾਲ ਯੋਧੇ ਨੇ ਕਿਹਾ, ਤਦੇ ਹੀ ਉਹ ਸ਼ੇਰ ਹੋਇਆ ਫਿਰਦਾ ਹੈ। ਉਹਨੇ ਮੇਰੇ ਹੱਥ ਨਹੀਂ ਵੇਖੇ, ਨਹੀਂ ਤਾਂ ਉਹ ਇਸ ਰਾਹ ਨਾ ਪੈਂਦਾ। ਚੰਗਾ ਆਉਣ ਦਿਓ, ਮੈਂ ਸਿੱਝ ਲਵਾਂਗਾ ਉਹਨੂੰ। ਇਸ ਪਿੱਛੋਂ ਉਹਨੇ ਬੌਣੇ ਨੂੰ ਜਾਣ ਦੀ ਆਗਿਆ ਦੇ ਦਿੱਤੀ। ਜਲਦੀ ਹੀ ਗੈਰਿਥ ਅਤੇ ਸੁੰਦਰੀ ਲਿਨਟ ਦੇ ਕਿਲੇ ਵੱਲ ਤੁਰ ਪਏ। ਰਾਹ ਵਿੱਚ ਉਹਨਾਂ ਨੇ ਦਰਖਤਾਂ ਨਾਲ 40 ਕੁ ਯੋਧਿਆਂ ਦੀਆਂ ਪੁੱਠੀਆਂ ਲਟਕ ਰਹੀਆਂ ਲੋਥਾਂ ਵੇਖੀਆਂ। ਉਹਨਾਂ ਦੀਆਂ ਢਾਲਾਂ ਵੀ ਪੁੱਠੀਆਂ ਹੀ ਨਾਲ ਲਟਕ ਰਹੀਆਂ ਸਨ। ਗੈਰਿਥ ਦੇ ਪੁੱਛਣ ਤੇ ਸੁੰਦਰੀ ਲਿਨਟ ਨੇ ਦੱਸਿਆ, ਇਹ ਉਹਨਾਂ ਯੋਧਿਆਂ ਦੀਆਂ ਲੋਥਾਂ ਨੇ ਜਿਹੜੇ ਸੁੰਦਰੀ ਲਾਇਓਨੀਜ਼ ਨੂੰ ਛੁਡਾਉਣ ਦੀ ਕੋਸ਼ਿਸ਼ ਵਿੱਚ ਲਾਲ ਯੋਧੇ ਹੱਥੋਂ ਮਾਰੇ ਗਏ ਸਨ। ਲਾਲ ਯੋਧੇ ਦੀ ਇਹ ਨਿਰਦਇਤਾ ਵੇਖ ਕੇ ਗੈਰਿਥ ਨੂੰ ਬੜਾ ਰੋਹ ਚੜਿਆ। ਉਹਨੇ ਪੱਕਾ ਨਿਸ਼ਚਾ ਕਰ ਲਿਆ ਕਿ ਉਹ ਇਸ ਜ਼ਾਲਮ ਦਾ ਨਾਸ ਕਰਕੇ ਹੀ ਸਾਹ ਲਵੇਗਾ। ਜਦੋਂ ਕਿਲੇ ਲਾਗੇ ਪਹੁੰਚੇ ਤਾਂ ਉਹਨਾਂ ਨੇ ਮੈਦਾਨ ਵਿੱਚ ਦੂਰ ਦੂਰ ਤੱਕ ਤੰਬੂ ਲੱਗੇ ਵੇਖੇ, ਜਿਨ੍ਹਾਂ ਵਿੱਚੋਂ ਇਤਨਾ ਰੌਲਾ ਗੋਲਾ ਆ ਰਿਹਾ ਸੀ ਮਾਨੋ ਉਹਨਾਂ ਵਿੱਚ ਇੱਕ ਬਹੁਤ ਵੱਡੀ ਫੌਜ ਠਹਿਰੀ ਹੋਈ ਹੈ। ਲਾਗੇ ਦੀ ਇੱਕ ਰੁੱਖ ਤੇ ਹਾਥੀ ਦੰਦ ਦੀ ਬਣੀ ਹੋਈ ਇੱਕ ਸਿੰਗੀ ਲਟਕ ਰਹੀ ਸੀ। ਗੈਰਿਥ ਨੇ ਉਹਨੂੰ ਲਾ ਕੇ ਇਤਨੇ ਜ਼ੋਰ ਦੀ ਵਜਾਇਆ ਕਿ ਦੂਰ ਕਿਲੇ ਤੱਕ ਉਹਦੀ ਗੂੰਜ ਸੁਣਾਈ ਦਿੱਤੀ। ਸਾਰੇ ਯੋਧੇ ਆਪਣੇ ਤੰਬੂਆਂ ਵਿੱਚ ਨਿਕਲ ਕੇ ਵੇਖਣ ਲੱਗੇ ਕਿ ਇਹ ਸਿੰਗੀ ਵਜਾਉਣ ਵਾਲਾ ਕਿਹੜਾ ਜ਼ਬਰਦਸਤ ਯੋਧਾ ਹੈ। ਸੁੰਦਰੀ ਲਿਨਟ ਵੀ ਕਿਲੇ ਦੀ ਬਾਰੀ ਵਿੱਚੋਂ ਖੜੋ ਕੇ ਆਪਣੇ ਨਵੇਂ ਬੰਦੀ ਛੋੜ ਨੂੰ ਵੇਖਣ ਆਈ। ਗੈਰਿਥ ਨੇ ਉਸ ਵੱਲ ਝੁੱਕ ਕੇ ਪ੍ਰਣਾਮ ਕੀਤਾ। ਲਾਲ ਯੋਧਾ ਵੀ ਬੜੀ ਹੈਂਕੜ ਵਿੱਚ ਬਾਹਰ ਆਇਆ ਤੇ ਕਹਿਣ ਲੱਗਾ, ਸੁੰਦਰੀ ਲਿਨਟ ਮੇਰੀ ਮਲਕੀਅਤ ਹੈ, ਇਹਨੂੰ ਹਾਸਲ ਕਰਨ ਲਈ ਮੈਨੂੰ ਕਈ ਯੋਧਿਆਂ ਨਾਲ ਯੁੱਧ ਕਰਨਾ ਪਿਆ ਹੈ। ਗੈਰਿਥ ਨੇ ਅੱਗੋਂ ਉੱਤਰ ਦਿੱਤਾ, ਤੂੰ ਸੁੰਦਰੀ ਤੇ ਸੱਚਮੁੱਚ ਆਪਣਾ ਹੱਕ ਜਮਾ ਸਕਦਾ ਹੈ ਜੇ ਉਹ ਤੈਨੂੰ ਪਿਆਰ ਕਰਦੀ ਹੁੰਦੀ, ਪਰ ਉਹ ਤੈਨੂੰ ਨਫ਼ਰਤ ਕਰਦੀ ਏ। ਇਹ ਕੋਈ ਵੀ ਯੋਧਾ ਨਹੀਂ ਸਾਰ ਸਕਦਾ ਕਿ ਇੱਕ ਅਬਲਾ ਨੂੰ ਉਹਦੀ ਮਰਜ਼ੀ ਦੇ ਵਿਰੁੱਧ ਕਸ਼ਟ ਦੇਵੇ। ਮੈਂ ਤੈਨੂੰ ਤੇ ਤੇਰੇ ਪੰਜਿਆਂ ਚੋਂ ਛਡਾਉਣ ਲਈ ਆਇਆ ਹਾਂ। ਲਾਲ ਯੋਧੇ ਨੇ ਤੈਸ਼ ਵਿੱਚ ਆ ਕੇ ਕਿਹਾ, ਤੇਰੇ ਵਰਗੇ ਕਈ ਇੱਥੇ ਆਏ ਨੇ, ਤੂੰ ਵੇਖ ਲਿਆ ਹੋਣਾ ਹੈ ਕਿ ਉਹਨਾਂ ਦਾ ਕੀ ਹਾਲ ਹੋਇਆ ਹੈ। ਹੁਣੇ ਤੇਰੀ ਲੋਥ ਵੀ ਉਹਨਾਂ ਨਾਲ ਹੀ ਲਟਕ ਰਹੀ ਦਿਸੇਗੀ। ਦੋਹਾਂ ਨੇ ਆਪਣੇ ਨੇਜ਼ੇ ਤਾਣ ਕੇ ਘੋੜਿਆਂ ਨੂੰ ਅੱਡੀ ਲਾਈ ਤੇ ਇੱਕ ਦੂਜੇ ਤੇ ਜ਼ਬਰਦਸਤ ਹਮਲਾ ਕੀਤਾ। ਦੋਵੇਂ ਘੋੜਿਆਂ ਤੋਂ ਥੱਲੇ ਡਿੱਗ ਕੇ ਜਾ ਪਏ। ਕੁਝ ਚਿਰ ਮੁਰਦਿਆਂ ਵਾਂਗ ਬਿਨਾਂ ਹਿੱਲਣ ਜੁਲਣ ਦੇ ਉੱਥੇ ਪਏ ਰਹੇ, ਪਰ ਫਿਰ ਉਹ ਉੱਠ ਖੜੋਤੇ ਤੇ ਉਹਨਾਂ ਨੇ ਤਲਵਾਰਾਂ ਨਾਲ ਇੱਕ ਦੂਜੇ ਤੇ ਵਾਰ ਕੀਤਾ। ਦੁਪਹਿਰ ਤੱਕ ਲੜਾਈ ਹੁੰਦੀ ਰਹੀ। ਕੁਝ ਚਿਰ ਆਰਾਮ ਕਰਨ ਪਿੱਛੋਂ ਉਹ ਫਿਰ ਜੁਟ ਪਏ। ਉਹ ਇਤਨੇ ਜੋਸ਼ ਨਾਲ ਲੜਦੇ ਸਨ ਕਿ ਕਈ ਵਾਰ ਉਹ ਇਕੱਠੇ ਹੀ ਪੁੰਜੇ ਡਿੱਗ ਪੈਂਦੇ ਸਨ। ਸ਼ਾਮ ਪੈ ਗਈ, ਫਿਰ ਵੀ ਉਹਨਾਂ ਨੇ ਕੁਝ ਚਿਰ ਸਾਹ ਲਿਆ। ਜਦ ਗੈਰੀ ਦੀ ਨਜ਼ਰ ਕਿਲੇ ਵੱਲ ਪਈ ਤਾਂ ਸੁੰਦਰੀ ਲਾਇਓਨੀਜ਼ ਉਹਦੇ ਵੱਲ ਬੜੀਏ ਆਸ ਭਰੀਆਂ ਨਜ਼ਰਾਂ ਨਾਲ ਤੱਕ ਰਹੀ ਸੀ। ਇਸ ਤੇ ਗੈਰਿਥ ਲੜਾਈ ਲਈ ਫਿਰ ਤਿਆਰ ਹੋ ਗਿਆ ਤੇ ਲਾਲ ਯੋਧੇ ਨੂੰ ਕਹਿਣ ਲੱਗਾ, ਇਸ ਵਾਰ ਸਾਨੂੰ ਚਾਹੀਦਾ ਹੈ ਕਿ ਗੱਲ ਮੁਕਾ ਕੇ ਹੀ ਸਾਹ ਲਈਏ। ਇਹ ਗੱਲ ਲਾਲ ਯੋਧੇ ਨੇ ਵੀ ਮੰਨ ਲਈ ਤੇ ਉਹਨੇ ਲੜਾਈ ਸ਼ੁਰੂ ਕਰਦਿਆਂ ਹੋਇਆਂ ਗੈਰਿਥ ਦੀ ਬਾਂਹ ਤੇ ਐਸੇ ਜ਼ੋਰ ਨਾਲ ਇੱਕ ਵਾਰ ਕੀਤਾ ਕਿ ਉਹਦੀ ਤਲਵਾਰ ਹੱਥੋਂ ਛੁੱਟ ਕੇ ਦੂਰ ਜਾ ਡਿੱਗੀ। ਦੂਜੇ ਵਾਰ ਨਾਲ ਉਹਨੇ ਗੈਰਿਥ ਨੂੰ ਥੱਲੇ ਸੁੱਟ ਲਿਆ। ਇਹ ਵੇਖ ਕੇ ਸੁੰਦਰੀ ਲਿਨਟ ਰੋਣ ਲੱਗ ਪਈ। ਗੈਰਿਥ ਦੇ ਖੂਨ ਨੇ ਇੱਕ ਵਾਰ ਫਿਰ ਉਛਾਲਾ ਖਾਧਾ ਤੇ ਉਹ ਪੂਰਾ ਤਾਨ ਲਾ ਕੇ ਉੱਠਿਆ ਤੇ ਆਪਣੀ ਤਲਵਾਰ ਚੁੱਕ ਕੇ ਟੱਕਰੇ ਲਈ ਤਿਆਰ ਹੋ ਗਿਆ। ਉਹਨੇ ਲਾਲ ਯੋਧੇ ਨੂੰ ਬੜਾ ਪਰੇਸ਼ਾਨ ਕਰ ਦਿੱਤਾ। ਆਖਰ ਉਹਨੇ ਉਹਨੂੰ ਥੱਲੇ ਵਗਾ ਮਾਰਿਆ। ਉਹ ਆਪਣੀ ਤਲਵਾਰ ਨਾਲ ਉਹਨੂੰ ਪਾਰ ਬੁਲਾਉਣ ਹੀ ਲੱਗਾ ਸੀ ਕਿ ਲਾਲ ਯੋਧੇ ਨੇ ਉਹਨੂੰ ਆਪਣੀ ਜਾਨ ਬਖਸ਼ਣ ਲਈ ਵਾਸਤਾ ਪਾਇਆ। ਭਾਵੇਂ ਉਹਨੇ 40 ਯੋਧਿਆਂ ਦਾ ਖੂਨ ਕਰਕੇ ਉਹਨਾਂ ਦਾ ਅਪਮਾਨ ਕੀਤਾ ਸੀ, ਫਿਰ ਵੀ ਗੈਰਿਥ ਨੇ ਇਸ ਸ਼ਰਤ ਤੇ ਉਸ ਨੂੰ ਛੱਡ ਦਿੱਤਾ ਕਿ ਉਹ ਆਰਥਰ ਦੇ ਦਰਬਾਰ ਵਿੱਚ ਜਾ ਕੇ ਆਪਣੀਆਂ ਕੀਤੀਆਂ ਭੁੱਲਾਂ ਦੀ ਮਾਫੀ ਮੰਗੇ। ਫਿਰ ਗੈਰਿਥ ਨੂੰ ਬੜੀ ਧੂਮ-ਧਾਮ ਨਾਲ ਕਿਲੇ ਦੇ ਅੰਦਰ ਲਿਆਂਦਾ ਗਿਆ। ਸੁੰਦਰੀ ਲਿਨਟ ਨੇ ਉਹਦੀ ਮਲਮ ਪੱਟੀ ਕੀਤੀ। ਉਤਨਾ ਚਿਰ ਉਹਨੂੰ ਆਪਣੇ ਪਾਸ ਹੀ ਰੱਖਿਆ ਜਿੰਨੀ ਚਿਰ ਤੱਕ ਉਹ 9/9 ਨਾ ਹੋ ਗਿਆ। ਫਿਰ ਗੈਰਿਥ ਦਾ ਸੁੰਦਰੀ ਲਾਇਓਨੀਜ਼ ਨਾਲ ਵਿਆਹ ਹੋ ਗਿਆ। ਕਾਂਡ 6ਵਾਂ ਸਰ ਗੈਲਾਰਡ ਦਾ ਆਉਣਾ। ਆਰਥਰ ਆਪਣਾ ਦਰਬਾਰ ਕੈਮਲਟ ਦੇ ਸ਼ਹਿਰ ਵਿੱਚ ਲਾਉਂਦਾ ਹੁੰਦਾ ਸੀ। ਇੱਕ ਦਿਨ ਇੱਕ ਸੁੰਦਰੀ ਉੱਥੇ ਆਈ ਤੇ ਸਰ ਲਾਂਸਲਟ ਨੂੰ ਆਪਣੇ ਨਾਲ ਲੱਗੇ ਜੰਗਲ ਵਿੱਚ ਜਾਣ ਲਈ ਕਹਿਣ ਲੱਗੀ, ਪਰ ਉਹਨੇ ਆਪਣਾ ਮੰਤਵ ਨਾ ਦੱਸਿਆ। ਲਾਂਸਲਟ ਮੰਨ ਗਿਆ ਕਿ ਦੋਵੇਂ ਉਸ ਜੰਗਲ ਵਿੱਚ ਇੱਕ ਨਿਵੇਕਲੀ ਥਾਂ ਪਹੁੰਚੇ ਜਿੱਥੇ ਇੱਕ
ਮੱਠ ਸੀ। ਜਦੋਂ ਉਸਦੇ ਇੱਕ ਹਾਲ ਕਮਰੇ ਵਿੱਚ ਪਹੁੰਚੇ ਤਾਂ ਉੱਥੇ ਉਹਨਾਂ ਨੂੰ 12 ਭਿਕਸ਼ਣੀਆਂ ਮਿਲੀਆਂ, ਜਿਨ੍ਹਾਂ ਨਾਲ ਇੱਕ ਬੜਾ ਸੁੰਦਰ ਜਵਾਨ ਸੀ। ਉਹ ਭਿਕਸ਼ਣੀਆਂ ਕਹਿਣ ਲੱਗੀਆਂ, ਹਜ਼ੂਰ ਅਸੀਂ ਇਸ ਮੁੰਡੇ ਨੂੰ ਛੋਟੀ ਉਮਰ ਤੋਂ ਪਾਲਿਆ ਹੈ, ਹੁਣ ਇਹ ਜਵਾਨ ਹੋ ਗਿਆ ਹੈ, ਸਾਡੀ ਖਾਹਿਸ਼ ਹੈ ਤੁਸੀਂ ਇਸ ਨੂੰ ਨਾਈਟ ਸਜਾ ਦਿਓ। ਲਾਂਸਲੈਟ ਨੇ ਉਹਨਾਂ ਦੀ ਬੇਨਤੀ ਮੰਨ ਲਈ ਅਤੇ ਅਗਲੇ ਦਿਨ ਉਹਨੂੰ ਨਾਈਟ ਸਜਾਉਣ ਦੀ ਰਸਮ ਪੂਰੀ ਕਰ ਦਿੱਤੀ। ਇਸ ਨਵੇਂ ਨਾਈਟ ਦਾ ਨਾਂ ਸਰ ਗੈਲਾਰਡ ਸੀ। ਇਹ ਰਸਮ ਪੂਰੀ ਕਰਕੇ ਸਰ ਲਾਂਸਲੈਟ ਗੋਲਮੇਜ਼ ਦੇ ਯੋਧਿਆਂ ਦੀ ਨੀਅਤ ਕੀਤੀ ਮਹਿਫਲ ਵਿੱਚ ਸਮੇਂ ਸਿਰ ਪਹੁੰਚ ਗਿਆ। ਰਿਵਾਜ ਅਨੁਸਾਰ ਬਾਦਸ਼ਾਹ ਆਰਥਰ ਉਦੋਂ ਤੱਕ ਖਾਣਾ ਸ਼ੁਰੂ ਨਹੀਂ ਸੀ ਕਰਦਾ ਜਦ ਤੱਕ ਉਹ ਕੋਈ ਗੈਬੀ ਚਮਤਕਾਰ ਹੁੰਦਾ ਨਹੀਂ ਸੀ ਵੇਖ ਲੈਂਦਾ। ਖਾਣਾ ਤਿਆਰ ਹੋਇਆ ਹੀ ਸੀ ਕਿ ਇੱਕ ਨੌਕਰ ਨੇ ਆ ਕੇ ਅੰਦਰ ਦੱਸਿਆ, ਹਜ਼ੂਰ ਦਰਿਆ ਵਿੱਚ ਇੱਕ ਬਹੁਤ ਵੱਡਾ ਸਾਰਾ ਪੱਥਰ ਤਰ ਰਿਹਾ ਹੈ ਅਤੇ ਉਸ ਵਿੱਚ ਇੱਕ ਹੀਰਿਆਂ ਨਾਲ ਜੜੀ ਹੋਈ ਮੁੱਠ ਵਾਲੀ ਤਲਵਾਰ ਖੁੱਭੀ ਹੋਈ ਹੈ। ਇਹ ਸੁਣ ਕੇ ਬਾਦਸ਼ਾਹ ਆਰਥਰ ਤੇ ਉਹਦੇ ਸਾਰੇ ਸਰਦਾਰ ਦਰਿਆ ਦੇ ਕੰਢੇ ਤੇ ਇਹ ਚਮਤਕਾਰ ਵੇਖਣ ਗਏ। ਉਸ ਤਲਵਾਰ ਦੇ ਇਹ ਅੱਖਰ ਉਕਰੇ ਹੋਏ ਸਨ, ਇਹ ਤਲਵਾਰ ਉਹੀ ਹਾਸਲ ਕਰ ਸਕਦਾ ਹੈ ਜੋ ਦੁਨੀਆ ਵਿੱਚ ਸਭ ਤੋਂ ਆਲਾ ਨਾਈਟ ਹੋਵੇ। ਆਰਥਰ ਦੇ ਹੁਕਮ ਨਾਲ ਸਭ ਯੋਧਿਆਂ ਨੇ ਵਾਰੀ-ਵਾਰੀ ਤਲਵਾਰ ਨੂੰ ਪੱਥਰ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਵੀ ਸਫਲ ਨਾ ਹੋ ਸਕਿਆ। ਹਾਲੀ ਸਭ ਵਾਪਸ ਹਾਲ ਵਿੱਚ ਗੋਲ ਮੇਜ਼ 'ਤੇ ਆਪੋ ਆਪਣੀ ਥਾਂ ਆ ਕੇ ਬੈਠੇ ਹੀ ਸਨ ਕਿ ਉੱਥੇ ਇੱਕ ਬੜਾ ਬੁੱਢਾ ਆਦਮੀ ਆਇਆ, ਜਿਹਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਫੈਦ ਬਸਤਰ ਪਹਿਨੇ ਹੋਏ ਸਨ। ਉਹਦੇ ਨਾਲ ਇੱਕ ਜਵਾਨ ਲੜਕਾ ਸੀ ਜਿਸ ਦੀ ਕਮਰ ਨਾਲ ਇੱਕ ਖਾਲੀ ਮਿਆਨ ਲਟਕ ਰਹੀ ਸੀ। ਇਸ ਬੁੱਢੇ ਨੇ ਬਾਦਸ਼ਾਹ ਆਰਥਰ ਨੂੰ ਝੁੱਕ ਕੇ ਪ੍ਰਣਾਮ ਕੀਤਾ ਤੇ ਕਿਹਾ, ਮੈਂ ਤੁਹਾਡੀ ਹਜ਼ੂਰੀ ਵਿੱਚ ਇਹ ਜਵਾਨ ਯੋਧਾ ਲਿਆਇਆ ਹਾਂ ਜੋ ਆਪਣੀ ਬਹਾਦਰੀ ਦੇ ਜੌਹਰ ਵਿਖਾ ਕੇ ਦੇਸ਼ ਦਾ ਨਾਂ ਰੌਸ਼ਨ ਕਰੇਗਾ। ਬਾਦਸ਼ਾਹ ਨੂੰ ਇਹ ਵੇਖ ਕੇ ਬੜੀ ਖੁਸ਼ੀ ਹੋਈ। ਉਹਨੇ ਇਸ ਜਵਾਨ ਯੋਧੇ ਦਾ ਸ਼ਾਹੀ ਸ਼ਾਨ ਨਾਲ ਸਵਾਗਤ ਕੀਤਾ। ਇਸ ਪਿੱਛੋਂ ਉਸ ਬਿਰਧ ਮਨੁੱਖ ਨੇ ਉਸ ਕੁਰਸੀ ਤੋਂ, ਜਿਸ ਦਾ ਨਾਂ ਖਤਰਨਾਕ ਥਾਂ ਸੀ, ਕੱਪੜਾ ਚੁੱਕਿਆ। ਇਹ ਵੇਖ ਕੇ ਸਭ ਸਰਦਾਰ ਹੈਰਾਨ ਹੋਏ ਕਿ ਉਸ 'ਤੇ ਇਹ ਸ਼ਬਦ ਲਿਖੇ ਹੋਏ ਸਨ, ਇਹ ਪ੍ਰਸਿੱਧ ਯੋਧੇ ਸਰ ਗੈਲਾਰਡ ਦੀ ਕੁਰਸੀ ਹੈ। ਉਹ ਜਵਾਨ ਯੋਧਾ ਫੌਰਨ ਉਸ ਕੁਰਸੀ 'ਤੇ ਜਾ ਬੈਠਾ ਜਿਸ 'ਤੇ ਬੈਠਣ ਦੀ ਕਿਸੇ ਦੀ ਵੀ ਹਿੰਮਤ ਨਹੀਂ ਸੀ ਪੈਂਦੀ। ਸਾਰੇ ਸਰਦਾਰ ਕਹਿਣ ਲੱਗੇ, ਸੱਚਮੁੱਚ ਇਹ ਯੋਧਾ ਹੋਲੀ ਗ੍ਰੇਲ ਦੇ ਦਰਸ਼ਨ ਕਰਨ ਵਿੱਚ ਜ਼ਰੂਰ ਕਾਮਯਾਬ ਹੋਏਗਾ। ਹੋਲੀ ਗ੍ਰੇਲ ਉਹ ਪਲੇਟ ਸੀ ਜਿਸ ਵਿੱਚ ਹਜ਼ਰਤ ਯਿਸੂ ਮਸੀਹ ਨੇ ਸੂਲੀ 'ਤੇ ਚੜ੍ਹਨ ਤੋਂ ਪਹਿਲਾਂ ਆਖਰੀ ਵਾਰ ਭੋਜਨ ਖਾਧਾ ਸੀ। ਇਹ ਆਰਮੇਥਿਆ ਦੇ ਰਹਿਣ ਵਾਲੇ ਜੋਜ਼ਫ ਨਾਂ ਦੇ ਇੱਕ ਯੋਧੇ ਨੇ ਯਰੂਸ਼ਲਮ ਤੋਂ ਬਰਤਾਨੀਆ ਵਿੱਚ ਆਂਦੀ ਸੀ, ਪਰ ਮਨੁੱਖੀ ਜੀਵਨ ਵਿੱਚ ਪਾਪਾਂ ਦੇ ਵੱਧ ਜਾਣ ਕਰਕੇ ਇਹ ਮਨੁੱਖੀ ਨਜ਼ਰਾਂ ਤੋਂ ਸਦਾ ਲਈ ਓਹਲੇ ਹੋ ਗਈ ਸੀ। ਟਾਵੀਂ ਪਵਿੱਤਰ ਹਸਤੀ ਨੂੰ ਕਦੀ-ਕਦੀ ਇਹਦੇ ਦਰਸ਼ਨ ਨਸੀਬ ਹੁੰਦੇ ਸਨ। ਖਾਣਾ ਖਾਣ ਪਿੱਛੋਂ ਬਾਦਸ਼ਾਹ ਸਰ ਗੈਲਾਰਡ ਨੂੰ ਦਰਿਆ ਦੇ ਕੰਢੇ 'ਤੇ ਲੈ ਗਿਆ ਅਤੇ ਉਸ ਨੂੰ ਪਾਣੀ ਵਿੱਚ ਤਰ ਰਿਹਾ ਪੱਥਰ ਵਿਖਾਇਆ ਜਿਸ ਵਿੱਚ ਤਲਵਾਰ ਖੁੱਭੀ ਹੋਈ ਸੀ। ਸਰ ਗੈਲਾਰਡ ਨੇ ਉਹਨੂੰ ਵੇਖਦਿਆਂ ਹੀ ਕਿਹਾ, ਹਜ਼ੂਰ ਵੇਖੋ, ਮੇਰੀ ਮਿਆਨ ਖਾਲੀ ਏ। ਇਹ ਤਲਵਾਰ ਇਸੇ ਲਈ ਬਣੀ ਹੈ, ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ। ਮੇਰੇ ਬਿਨਾਂ ਕੋਈ ਵੀ ਯੋਧਾ ਇਸ ਨੂੰ ਕੱਢਣ ਵਿੱਚ ਸਫਲ ਨਹੀਂ ਹੋਇਆ। ਇਹ ਕਹਿੰਦਿਆਂ ਹੀ ਸਰ ਗੈਲਾਰਡ ਨੇ ਸਹਿਲੀ ਤਲਵਾਰ ਪੱਥਰ ਵਿੱਚੋਂ ਖਿੱਚ ਕੇ ਆਪਣੀ ਮਿਆਨ ਵਿੱਚ ਟਿਕਾ ਲਈ। ਹਾਲੀ ਇਸ ਚਮਤਕਾਰ 'ਤੇ ਸਭ ਹੈਰਾਨ ਹੋ ਰਹੇ ਸਨ ਕਿ ਉਸੇ ਵੇਲੇ ਚਿੱਟੇ ਦੁੱਧ ਘੋੜੇ 'ਤੇ ਇੱਕ ਚੜੀ ਸੁੰਦਰੀ ਉੱਥੇ ਆ ਪਹੁੰਚੀ। ਉਹ ਸੁੰਦਰੀ ਬਾਦਸ਼ਾਹ ਨੂੰ ਕਹਿਣ ਲੱਗੀ, ਤਪਸਵੀ ਨੇਸੀਅਨ ਨੇ ਤੁਹਾਨੂੰ ਸੁਨੇਹਾ ਭੇਜਿਆ ਹੈ ਕਿ ਤੁਹਾਨੂੰ ਤੇ ਤੁਹਾਡੇ ਸਾਰੇ ਖਾਨਦਾਨ 'ਤੇ ਅੱਜ ਰੱਬੀ ਮਿਹਰ ਹੋਏਗੀ। ਇਸ ਹਾਲ ਕਮਰੇ ਵਿੱਚ ਹੋਲੀ ਗ੍ਰੇਲ ਦੇ ਦਰਸ਼ਨ ਹੋਣਗੇ ਤੇ ਸਭ ਯੋਧਿਆਂ ਨੂੰ ਉਸ ਵਿੱਚੋਂ ਖਾਣਾ ਮਿਲੇਗਾ। ਸ਼ਾਮ ਨੂੰ ਜਦ ਸਭ ਯੋਧੇ ਗੋਲਮੇਜ਼ ਦੇ ਗਿਰਦ ਖਾਣਾ ਖਾਣ ਲਈ ਬੈਠੇ ਸਨ ਤਾਂ ਅਚਾਨਕ ਇੱਕ ਜ਼ਬਰਦਸਤ ਪ੍ਰਕਾਸ਼ ਹੋਇਆ ਜਿਸ ਨਾਲ ਸਭ ਦੀਆਂ ਅੱਖਾਂ ਚੁੰਧਿਆ ਗਈਆਂ ਤੇ ਹੋਲੀ ਗ੍ਰੇਲ ਦੇ ਸਭ ਨੂੰ ਪ੍ਰਤੱਖ ਦਰਸ਼ਨ ਹੋਏ। ਆਲੇ ਦੁਆਲੇ ਸਭ ਥਾਂ ਖੁਸ਼ਬੂ ਫੈਲ ਗਈ ਤੇ ਰੱਬੀ ਨੂਰ ਦੀ ਝਲਕ ਪੈਣ ਨਾਲ ਸਭ ਦੇ ਚਿਹਰਿਆਂ ਉੱਤੇ ਇੱਕ ਅਕਹਿ ਜਲਾਲ ਆ ਗਿਆ। ਬਾਦਸ਼ਾਹ ਆਰਥਰ ਨੇ ਪਰਮਾਤਮਾ ਦਾ ਧੰਨਵਾਦ ਕੀਤਾ ਕਿ ਉਸ 'ਤੇ ਰੱਬ ਦੀ ਅਪਾਰ ਮਿਹਰ ਹੋਈ ਹੈ। ਇਸ 'ਤੇ ਸਭ ਤੋਂ ਪਹਿਲਾਂ ਸਰ ਗੈਵਨ ਨੇ ਕਿਹਾ, ਮੈਂ ਹੋਲੀ ਗ੍ਰੇਲ ਦਾ ਪਿੱਛਾ ਕਰਾਂਗਾ, ਸ਼ਾਇਦ ਮੈਨੂੰ ਇਹਦੇ ਖੁੱਲ੍ਹੇ ਦੀਦਾਰ ਨਸੀਬ ਹੋਣ। ਇਸ 'ਤੇ ਬਾਕੀ ਸਭ ਯੋਧਿਆਂ ਨੇ ਵੀ ਹੋਲੀ ਗ੍ਰੇਲ ਦੀ ਖੋਜ ਦਾ ਬੀੜਾ ਚੁੱਕ ਲਿਆ। ਇਹ ਸੁਣ ਕੇ ਬਾਦਸ਼ਾਹ ਆਰਥਰ ਨੂੰ ਬੜਾ ਦੁੱਖ ਹੋਇਆ। ਉਹਨੇ ਸਰ ਗੈਵਨ ਨੂੰ ਕਿਹਾ ਕਿ ਤੂੰ ਬਹੁਤ ਬੁਰਾ ਕੰਮ ਕੀਤਾ ਹੈ। ਜੇ ਸਭ ਯੋਧੇ ਹੋਲੀ ਗ੍ਰੇਲ ਦੀ ਖੋਜ ਵਿੱਚ ਤੁਰ ਪਏ ਤਾਂ ਇਹ ਗੋਲਮੇਜ਼ ਦੀ ਪ੍ਰਥਾ ਜੋ ਮੈਂ ਇਤਨੀ ਮਿਹਨਤ ਨਾਲ ਬਣਾਈ ਸੀ ਖੇਰੂ ਹੋ ਜਾਏਗੀ। ਮੈਂ ਸਭ ਯੋਧਿਆਂ ਨੂੰ ਜਾਨ ਨਾਲੋਂ ਵੱਧ ਪਿਆਰਦਾ ਹਾਂ, ਇਹਨਾਂ ਤੋਂ ਵਿਛੜ ਕੇ ਮੇਰਾ ਹਿਰਦਾ ਦੁਖੀ ਹੋਏਗਾ। ਬਾਦਸ਼ਾਹ ਦੀ ਇਹ ਗੱਲ ਸੁਣ ਕੇ ਸਭ ਉਦਾਸ ਹੋ ਗਏ, ਪਰ ਹੁਣ ਕੀ ਹੋ ਸਕਦਾ ਸੀ ਕਿਉਂਕਿ ਇੱਕ ਨਾਈਟ ਤੱਕ ਕੀਤਾ ਹੋਇਆ ਪ੍ਰਣ ਟੁੱਟ ਨਹੀਂ ਸੀ ਸਕਦਾ। ਕਾਂਡ 7ਵਾਂ, ਹੋਲੀ ਗ੍ਰੇਲ ਦੇ ਦਰਸ਼ਨ। ਸਰ ਗੈਲਾਰਡ ਆਪਣੇ ਸਫ਼ਰ 'ਤੇ ਤੁਰ ਪਿਆ। ਸਾਰਾ ਦਿਨ ਸਫ਼ਰ ਕਰਨ ਪਿੱਛੋਂ ਉਹ ਰਾਤ ਨੂੰ ਇੱਕ ਤਪੋਵਨ ਵਿੱਚ ਠਹਿਰਿਆ। ਉੱਥੇ ਇੱਕ ਸੁੰਦਰੀ ਆਈ ਜੋ ਸਰ ਗੈਲਾਰਡ ਨੂੰ ਮਿਲਣਾ ਚਾਹੁੰਦੀ ਸੀ। ਸਰ ਗੈਲਾਰਡ ਨੂੰ ਉਹਨੇ ਕਿਹਾ, ਘੋੜੇ 'ਤੇ ਚੜ੍ਹ ਕੇ ਮੇਰੇ ਮਗਰ ਆਓ, ਮੈਂ ਤੁਹਾਨੂੰ ਹੋਲੀ ਗ੍ਰੇਲ ਦੀ ਖੋਜ ਵਿੱਚ ਮਦਦ ਦੇਣ ਆਈ ਹਾਂ। ਸਰ ਗੈਲਾਰਡ ਉਸ ਸੁੰਦਰੀ ਦੇ ਨਾਲ ਤੁਰ ਪਿਆ। ਤੁਰਦੇ ਉਹ ਸਮੁੰਦਰ ਦੇ ਕੰਢੇ 'ਤੇ ਪਹੁੰਚੇ। ਉੱਥੇ ਇੱਕ ਜਹਾਜ਼ ਖੜਾ ਸੀ। ਉਸ ਸੁੰਦਰੀ ਨੇ ਸਰ ਗੈਲਾਰਡ ਨੂੰ ਜਹਾਜ਼ ਵਿੱਚ ਬਿਠਾ ਦਿੱਤਾ ਤੇ ਆਪ ਉੱਥੋਂ ਚਲੀ ਗਈ। ਜਹਾਜ਼ ਵਿੱਚ ਸਰ ਪਰਸੀਵਾਲ ਤੇ ਸਰ ਬੋਰਸ ਵਰਗੇ ਹੋਰ ਵੀ ਉੱਘੇ ਯੋਧੇ ਬੈਠੇ ਸਨ। ਜਹਾਜ਼ ਕੁਝ ਦਿਨਾਂ ਪਿੱਛੋਂ ਰਾਜਾ ਪੈਲੇਸ ਦੇ ਰਾਜ ਵਿੱਚ ਪਹੁੰਚਿਆ। ਰਾਜੇ ਨੇ ਇਹਨਾਂ ਯੋਧਿਆਂ ਦਾ ਨਿੱਘਾ ਸਵਾਗਤ ਕੀਤਾ। ਜਦ ਹਾਲ ਕਮਰੇ ਵਿੱਚ ਸਭ ਖਾਣਾ ਖਾ ਰਹੇ ਸਨ, ਅਚਾਨਕ ਕਮਰਾ ਰੌਸ਼ਨੀ ਨਾਲ
ਭਰ ਗਿਆ ਤੇ ਸਭ ਨੂੰ ਹੋਲੀ ਗ੍ਰੇਲ ਦੇ ਦਰਸ਼ਨ ਹੋਏ। ਹਾਲੀ ਸਭ ਯੋਧੇ ਖੁਸ਼ੀ ਮਨਾ ਰਹੇ ਸਨ ਕਿ ਅਚਾਨਕ ਇੱਕ ਗੈਬੀ ਆਵਾਜ਼ ਸੁਣਾਈ ਦਿੱਤੀ ਜੋ ਕਹਿ ਰਹੀ ਸੀ, ਤੁਸਾਂ ਸਭੇ ਯੋਧਿਆਂ ਨੇ ਹੋਲੀ ਗ੍ਰੇਲ ਦੀ ਝਲਕ ਵੇਖੀਏ। ਜੇ ਤੁਸੀਂ ਇਹਦੇ ਪੂਰੀ ਤਰ੍ਹਾਂ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਸਿੱਧੇ ਸਾਰਸ ਦੇ ਸ਼ਹਿਰ ਵਿੱਚ ਜਾਓ। ਜਦ ਸਭ ਯੋਧੇ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉੱਥੇ ਇੱਕ ਜ਼ਾਲਮ ਰਾਜਾ ਐਸਟਰਾਉਸ ਰਾਜ ਕਰਦਾ ਹੈ। ਉਹਨੇ ਸਭ ਯੋਧਿਆਂ ਨੂੰ ਕੈਦ ਵਿੱਚ ਸੁੱਟ ਦਿੱਤਾ। ਉਹ ਸਾਲ ਭਰ ਉਸ ਦੀ ਕੈਦ ਵਿੱਚ ਰਹੇ। ਅਚਾਨਕ ਰਾਜੇ ਦੀ ਮੌਤ ਹੋ ਗਈ। ਉੱਥੋਂ ਦੇ ਸਭ ਬਜ਼ੁਰਗ ਇਹ ਫੈਸਲਾ ਕਰਨ ਲਈ ਇਕੱਠੇ ਹੋਏ ਕਿ ਹੁਣ ਰਾਜਾ ਕਿਸ ਨੂੰ ਬਣਾਇਆ ਜਾਏ। ਉਹਨਾਂ ਨੂੰ ਗੈਬ ਵਿੱਚੋਂ ਆਵਾਜ਼ ਆਈ ਕਿ ਜਿਨ੍ਹਾਂ ਯੋਧਿਆਂ ਨੂੰ ਕੈਦ ਵਿੱਚ ਪਾਇਆ ਗਿਆ ਹੈ ਉਹਨਾਂ ਵਿੱਚੋਂ ਸਭ ਤੋਂ ਛੋਟੇ ਯੋਧੇ ਨੂੰ ਆਪਣਾ ਰਾਜਾ ਚੁਣਨ। ਸਰ ਗੈਲਾਰਡ ਸਭ ਤੋਂ ਛੋਟਾ ਸੀ, ਸੋ ਉਹਨਾਂ ਨੇ ਉਸਨੂੰ ਆਪਣਾ ਰਾਜਾ ਚੁਣ ਲਿਆ। ਸਾਲ ਇਵੇਂ ਹੀ ਲੰਘ ਗਿਆ। ਇੱਕ ਦਿਨ ਸਰ ਗੈਲਾਰਡ ਅਤੇ ਦੂਜੇ ਯੋਧੇ ਗਿਰਜੇ ਘਰ ਵਿੱਚ ਗਏ। ਉੱਥੇ ਉਹਨਾਂ ਨੇ ਇੱਕ ਬੁੱਢਾ ਪਾਦਰੀ ਵੇਖਿਆ ਜੋ ਗੋਡਿਆਂ ਭਾਰ ਬੈਠ ਕੇ ਪ੍ਰਾਰਥਨਾ ਕਰ ਰਿਹਾ ਸੀ। ਯੋਧਿਆਂ ਨੇ ਉਹਨੂੰ ਚੁੱਕ ਕੇ ਪ੍ਰਣਾਮ ਕੀਤਾ। ਉਸ ਬੁੱਢੇ ਨੇ ਉਹਨਾਂ ਵੱਲ ਮੁੜ ਕੇ ਕਿਹਾ, ਮੈਂ ਜੋਜ਼ਫ ਹਾਂ ਤੇ ਤੁਹਾਨੂੰ ਹੋਲੀ ਗ੍ਰੇਲ ਦੇ ਦਰਸ਼ਨ ਕਰਾਉਣ ਲਈ ਇੱਥੇ ਆਇਆ ਹਾਂ। ਉਹਦੇ ਮੂੰਹੋਂ ਇਹ ਸ਼ਬਦ ਕੱਢਦਿਆਂ ਹੀ ਹੋਲੀ ਗ੍ਰੇਲ ਪ੍ਰਤੱਖ ਉਹਨਾਂ ਸਾਹਮਣੇ ਆ ਗਈ। ਉਹਦੀ ਚਮਕ ਨਾਲ ਸਭ ਦੀਆਂ ਅੱਖਾਂ ਝੁੰਦਿਆ ਗਈਆਂ। ਜਦ ਸਰ ਗੈਲਾਰਡ ਦੇ ਸਾਥੀ ਯੋਧਿਆਂ ਦੀਆਂ ਅੱਖਾਂ ਖੁੱਲੀਆਂ ਤਾਂ ਉਹ ਕੀ ਵੇਖਦੇ ਹਨ ਕਿ ਸਰ ਗੈਲਾਰਡ ਮਰਿਆ ਪਿਆ ਹੈ। ਦੋਹਾਂ ਯੋਧਿਆਂ ਨੇ ਬੜਾ ਸੋਗ ਮਨਾਇਆ ਤੇ ਗਿਰਜੇ ਦੀ ਇੱਕ ਨਿਵੇਕਲੀ ਥਾਂ ਉਹਨੂੰ ਦਬਾ ਦਿੱਤਾ। ਸਰ ਪਰਸੀਵਾਲ ਇਸ ਸੋਗ ਵਿੱਚ ਸਾਧੂ ਬਣ ਗਿਆ ਤੇ 2 ਮਹੀਨਿਆਂ ਪਿੱਛੋਂ ਉਹ ਵੀ ਮਰ ਗਿਆ। ਇਸ ਤੇ ਸਰ ਬੋਰਸ ਵਾਪਸ ਬਰਤਾਨੀਆ ਵੱਲ ਮੁੜ ਆਇਆ ਤੇ ਆਪਣੀ ਰਾਜਧਾਨੀ ਕੈਮਲਟ ਵਿੱਚ ਪਹੁੰਚ ਗਿਆ। ਬਾਦਸ਼ਾਹ ਤੇ ਦੂਜੇ ਯੋਧੇ ਉਸ ਨੂੰ ਮਿਲ ਕੇ ਬੜੇ ਖੁਸ਼ ਹੋਏ। ਕਾਂਡ 8ਵਾਂ, ਐਸਟੋਲਾਟ ਦੀ ਸੁੰਦਰੀ। ਹੋਲੀ ਗ੍ਰੇਲ ਦੀ ਖੋਜ ਤੋਂ ਯੋਧਿਆਂ ਦੀ ਵਾਪਸੀ ਦੀ ਖੁਸ਼ੀ ਵਿੱਚ ਕੈਮਲਟ ਦੇ ਸ਼ਹਿਰ ਵਿੱਚ ਟੂਰਨਾਮੈਂਟ ਕਰਾਉਣ ਦਾ ਹੁਕਮ ਦਿੱਤਾ। ਬਾਦਸ਼ਾਹ ਨੇ ਉਸ ਸ਼ਹਿਰ ਵੱਲ ਜਾਣ ਦੀ ਤਿਆਰੀ ਕੀਤੀ। ਉਹਨੇ ਸਰ ਲਾਂਸਲਟ ਨੂੰ ਵੀ ਨਾਲ ਜਾਣ ਲਈ ਕਿਹਾ, ਪਰ ਉਹਨੇ ਇੱਕ ਪੁਰਾਣੇ ਜ਼ਖਮ ਦੀ ਦਰਦ ਦਾ ਬਹਾਨਾ ਬਣਾ ਕੇ ਜਾਣੋਂ ਨਾ ਕਰ ਦਿੱਤੀ। ਬਾਦਸ਼ਾਹ ਉਦਾਸ ਹੋ ਕੇ ਉੱਥੋਂ ਤੁਰ ਪਿਆ। ਲਾਂਸਲਟ ਦੇ ਪਿੱਛੇ ਰਹਿਣ ਤੇ ਰਾਣੀ ਉਹਨੂੰ ਨਾਰਾਜ਼ ਹੋਈ ਤੇ ਉਹਨੇ ਹੁਕਮ ਦਿੱਤਾ ਕਿ ਉਹ ਜ਼ਰੂਰ ਜਾ ਕੇ ਮੁਕਾਬਲਿਆਂ ਵਿੱਚ ਆਪਣੀ ਤਾਕਤ ਦੇ ਜ਼ੋਰ ਵਿਖਾਏ। ਲਾਂਸਲਟ ਨੇ ਕਿਹਾ, ਮੈਂ ਤੁਹਾਡੇ ਹੁਕਮ ਦਾ ਬੱਦਾ ਜਾਣ ਨੂੰ ਤਿਆਰ ਹਾਂ, ਪਰ ਮੇਰੇ ਵਿੱਚ ਪਹਿਲਾਂ ਜਿੰਨੀ ਤਾਕਤ ਨਹੀਂ ਰਹੀ। ਅਗਲੇ ਪਲਕ ਸਰ ਲਾਂਸਲਟ ਇਕੱਲਾ ਹੀ ਕੈਮਲਟ ਵੱਲ ਤੁਰ ਪਿਆ। ਰਾਹ ਵਿੱਚ ਜਦੋਂ ਐਸਟੋਲਾਟ ਦੇ ਸ਼ਹਿਰ ਲੱਗੇ ਪਹੁੰਚਿਆ ਤਾਂ ਰਾਤ ਪੈ ਗਈ। ਉਹ ਉਸ ਸ਼ਹਿਰ ਦੇ ਕਿਲੇ ਵਿੱਚ ਠਹਿਰ ਗਿਆ। ਉਸ ਕਿਲੇ ਦੇ ਮਾਲਕ ਨੇ ਲਾਂਸਲਟ ਨੂੰ ਨਾ ਪਛਾਣਿਆ, ਪਰ ਉਹਦਾ ਰੂਪ ਦਾ ਵੇਖ ਕੇ ਉਹਨੇ ਉਹਦਾ ਬੜਾ ਚੰਗੀ ਤਰ੍ਹਾਂ ਸਵਾਗਤ ਕੀਤਾ। ਰਾਤ ਵੇਲੇ ਖਾਣਾ ਖਾਣ ਸਮੇਂ ਮੇਜ਼ ਤੇ ਲਾਂਸਲਟ ਦੇ ਨਾਲ ਕਿਲੇ ਦਾ ਬੁੱਢਾ ਸਰਦਾਰ, ਉਹਦਾ ਲੜਕਾ ਸਰ ਲੇਵਨ ਤੇ ਉਹਦੀ ਲੜਕੀ ਸੁੰਦਰੀ ਇਲੇਨ ਵੀ ਬੈਠੇ ਹੋਏ ਸਨ। ਸਰ ਲਾਂਸਲਟ ਨੇ ਉਹਨਾਂ ਨੂੰ ਦੱਸਿਆ, ਹਾਂ ਮੈਂ ਉਧਰ ਹੀ ਜਾ ਰਿਹਾ ਹਾਂ, ਪਰ ਜੇ ਤੁਸੀਂ ਮੈਨੂੰ ਇੱਕ ਕੋਰੀ ਢਾਲ ਦੇ ਦਿਓ ਜਿਸ ਤੇ ਕੋਈ ਤਸਵੀਰ ਨਾ ਉਕਰੀ ਹੋਏ ਤਾਂ ਮੈਂ ਤੁਹਾਡਾ ਬੜਾ ਧੰਨਵਾਦੀ ਹੋਵਾਂਗਾ। ਕਿਲੇ ਦੇ ਸਰਦਾਰ ਨੇ ਕਿਹਾ, ਜ਼ਰੂਰ ਤੁਸੀਂ ਮੇਰੇ ਪੁੱਤਰ ਸਰ ਟਾਇਰ ਦੀ ਢਾਲ ਲੈ ਸਕਦੇ ਹੋ। ਉਹ ਪਹਿਲੇ ਹੀ ਟਾਕਰੇ ਵਿੱਚ ਜ਼ਖਮੀ ਹੋ ਗਿਆ ਸੀ, ਇਸ ਲਈ ਉਹਦੀ ਢਾਲ ਤੇ ਜਿੱਤ ਦਾ ਕੋਈ ਚਿੱਤਰ ਨਹੀਂ। ਮੇਰਾ ਛੋਟਾ ਪੁੱਤਰ ਸਰ ਲੇਵਨ ਤੁਹਾਡੇ ਵਰਗੇ ਬਹਾਦਰ ਸੂਰਬੀਰ ਨਾਲ ਜਾਣਾ ਆਪਣੇ ਵੱਡੇ ਭਾਗ ਸਮਝੇਗਾ। ਉਸ ਕਿਲੇ ਦੇ ਸਰਦਾਰ ਦੀ ਲੜਕੀ ਸੁੰਦਰੀ ਇਲੇਨ ਸਰ ਲਾਂਸਲਟ ਨੂੰ ਵੇਖ ਕੇ ਬੜੀ ਪ੍ਰਭਾਵਿਤ ਹੋਈ। ਅਗਲੇ ਦਿਨ ਸਰ ਲਾਂਸਲਟ ਤੇ ਸਰ ਲੇਵਨ ਦੋਵੇਂ ਕੈਮਲਟ ਵਿੱਚ ਪਹੁੰਚੇ ਤੇ ਇੱਕ ਅਮੀਰ ਆਦਮੀ ਦੇ ਘਰ ਜਾ ਕੇ ਠਹਿਰ ਗਏ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਕਿ ਇਹ ਕੌਣ ਹਨ। ਜਦ ਟੂਰਨਾਮੈਂਟ ਲਈ ਦੋਵੇਂ ਫੌਜਾਂ ਤਿਆਰ ਹੋਈਆਂ ਤਾਂ ਦੋਵੇਂ ਲਾਗੇ ਦੇ ਜੰਗਲ ਵਿੱਚ ਜਾ ਕੇ ਵੇਖਣ ਲੱਗੇ ਕਿ ਕਿਹੜਾ ਪਾਸਾ ਤਕੜਾ ਹੈ। ਇੱਕ ਪਾਸੇ 2 ਰਾਜੇ ਤੇ ਉਹਨਾਂ ਦੇ 2 ਫੌਜੀ ਦਸਤੇ ਸਨ, ਦੂਜੇ ਪਾਸੇ ਗੋਲਮੇਜ਼ ਦੇ ਸਭ ਯੋਧੇ ਸਨ। ਗੋਲਮੇਜ਼ ਦੇ ਯੋਧਿਆਂ ਦਾ ਪਾਸਾ ਭਾਰਾ ਸੀ। ਇਹ ਵੇਖ ਕੇ ਸਰ ਲਾਂਸਲਟ ਨੇ ਸਰ ਲੇਵਨ ਨੂੰ ਕਿਹਾ, ਜੇ ਅਸੀਂ ਕਮਜ਼ੋਰ ਪਾਸੇ ਦੀ ਸਹਾਇਤਾ ਨਾ ਕੀਤੀ ਤਾਂ ਉਹ ਜਲਦੀ ਹਾਰ ਜਾਏਗਾ। ਕੀ ਤੂੰ ਕਮਜ਼ੋਰ ਪਾਸੇ ਨੂੰ ਮਦਦ ਦੇਣ ਵਿੱਚ ਮੇਰਾ ਸਾਥ ਦੇਵੇਂਗਾ? ਸਰ ਲੇਵਨ ਨੇ ਦਿੱਤਾ, ਕਿਉਂ ਨਹੀਂ। ਇਸ ਤੇ ਸਰ ਲਾਂਸਲਟ ਆਪਣਾ ਨੇਜ਼ਾ ਤੇ ਢਾਲ ਲੈ ਕੇ ਉੱਥੇ ਪਹੁੰਚਿਆ ਜਿੱਥੇ ਕਮਸਾਨ ਦੀ ਲੜਾਈ ਹੋ ਰਹੀ ਸੀ। ਉਹਨੇ ਜਾਂਦਿਆਂ ਹੀ 4 ਨਾਈਟ ਅੜੁੰਬ ਲਏ। ਸਰ ਲੇਵਨ ਨੇ ਵੀ ਬੜੀ ਬਹਾਦਰੀ ਵਿਖਾਈ ਤੇ ਸਰ ਬੈਡੀਵੀਅਰ ਦੇ ਘੋੜੇ ਨੂੰ ਘਾਇਲ ਕਰ ਦਿੱਤਾ। ਫਿਰ ਆਪਣੀਆਂ ਤਲਵਾਰਾਂ ਧੂ ਕੇ ਉਹਨਾਂ ਨੇ ਵਿਰੋਧੀਆਂ ਦੇ ਇਤਨੇ ਛੱਕੇ ਛੁਡਾਏ ਕਿ ਉਹਨਾਂ ਨੂੰ ਕਾਫੀ ਪਿਛਾਂ ਹਟਣਾ ਪਿਆ। ਸਭ ਹੈਰਾਨ ਸਨ ਕਿ ਇਹ ਯੋਧਾ ਕਿਹੜਾ ਹੈ ਜਿਹਨੇ ਆ ਕੇ ਲੜਾਈ ਦਾ ਪਾਸਾ ਹੀ ਪਲਟ ਦਿੱਤਾ ਹੈ। ਬਾਦਸ਼ਾਹ ਆਰਥਰ ਦੇ ਯੋਧੇ ਇਸ ਪਸਪਾਈ ਤੇ ਬੜੇ ਦੁਖੀ ਹੋਏ। ਖਾਸ ਕਰਕੇ ਸਰ ਲਾਂਸਲਟ ਦੇ ਸੰਬੰਧੀ ਤਾਂ ਹੋਰ ਵੀ ਤਪੇ ਕਿ ਇਹ ਨਵਾਂ ਯੋਧਾ ਬਹਾਦਰੀ ਵਿੱਚ ਸਰ ਲਾਂਸਲਟ ਕੋਲੋਂ ਵੀ ਨੰਬਰ ਲੈ ਗਿਆ ਹੈ। ਸੋ ਉਹਨਾਂ ਨੇ ਸਭ ਨੇ ਰਲ ਕੇ ਲਾਂਸਲਟ ਤੇ ਹੱਲਾ ਬੋਲਿਆ। ਨੇਜ਼ੇ ਹੱਥਾਂ ਵਿੱਚ ਸੂਤ ਕੇ ਸਰ ਲਾਇਨਲ, ਸਰ ਬੋਰਸ ਤੇ ਸਰ ਐਕਟਰ ਉਸ ਤੇ ਟੁੱਟ ਕੇ ਪਏ ਤੇ ਇੱਕ ਅਦਾ ਨੇਜ਼ਾ ਐਸਾ ਨਿਸ਼ਾਨੇ ਤੇ ਵੱਜਾ ਕਿ ਸਰ ਲਾਂਸਲਟ ਕਾਇਲ ਹੋ ਕੇ ਘੋੜੇ ਤੋਂ ਥੱਲੇ ਜਾ ਪੈ ਗਿਆ। ਇਹ ਵੇਖ ਕੇ ਸਰ ਲੇਵਨ ਦਾ ਖੂਨ ਖੋਲਿਆ ਤੇ ਉਹਨੇ ਨਾਰਥਾ ਗਲੀ ਦੇ ਨਾਈਟ ਤੇ ਹਮਲਾ ਕਰਕੇ ਉਹਦਾ ਘੋੜਾ ਖੋਹ ਲਿਆ ਤੇ ਸਰ ਲਾਂਸਲਟ ਨੂੰ ਦੇ ਦਿੱਤਾ। ਆਪਣੇ ਜ਼ਖਮ ਦੇ ਬਾਵਜੂਦ ਵੀ ਸਰ ਲਾਂਸਲਟ ਨੇ ਉਹਨੂੰ ਉਸ ਤੇ ਚੜ੍ਹ ਕੇ ਫਿਰ ਦੁਸ਼ਮਣਾਂ ਤੇ ਧਾਵਾ ਬੋਲ ਦਿੱਤਾ ਤੇ ਐਸੀ ਗਜ਼ਬ ਦੀ ਤਲਵਾਰ ਚਲਾਈ ਕਿ ਲੜਾਈ ਖਤਮ ਹੋਣ ਦੇ ਬਿਗਲ ਵੱਜਣ ਤੋਂ ਪਹਿਲਾਂ ਹੀ ਉਹਨੇ 30 ਕੁ ਯੋਧਿਆਂ ਨੂੰ ਨਿਹੱਥੇ ਕਰ ਦਿੱਤਾ।
ਸਕਾਟਲੈਂਡ ਤੇ ਆਇਰਲੈਂਡ ਦੇ ਰਾਜਿਆਂ ਨੇ ਜਿਨ੍ਹਾਂ ਦੀ ਸਰ ਲਾਂਸਲਟ ਨੇ ਸਹਾਇਤਾ ਕੀਤੀ ਸੀ ਉਹਦਾ ਬੜਾ ਧੰਨਵਾਦ ਕੀਤਾ ਤੇ ਜਿੱਤ ਦਾ ਇਨਾਮ ਪ੍ਰਾਪਤ ਕਰਨ ਲਈ ਆਪਣੇ ਨਾਲ ਆਉਣ ਲਈ ਕਿਹਾ। ਸਰ ਲਾਂਸਲਟ ਨੇ ਉੱਤਰ ਦਿੱਤਾ, ਨਹੀਂ ਹੁਣ ਤੂੰ ਮੈਨੂੰ ਆਗਿਆ ਦਿਓ ਤਾਂ ਜੋ ਤੁਹਾਡੀ ਸਹਾਇਤਾ ਮੈਂ ਤੁਹਾਨੂੰ ਦਿੱਤੀ ਹੈ ਇਹਦਾ ਨਤੀਜਾ ਮੈਨੂੰ ਭੁਗਤਣਾ ਪੈਣਾ ਹੈ। ਇਹ ਕਹਿ ਕੇ ਉਹ ਤੇ ਸਰ ਲੈਵਨ ਉੱਥੋਂ ਤੁਰ ਪਏ। ਪੀੜ ਨਾਲ ਨਿਡਾਲ ਉਹ ਇੱਕ ਸਾਧੂ ਦੀ ਕੁਟੀਆ ਕੋਲ ਪਹੁੰਚੇ। ਇਹ ਸਾਧੂ ਸਰ ਲਾਂਸਲਟ ਦਾ ਪੁਰਾਣਾ ਵਾਕਫ ਸੀ। ਉਹਨੇ ਸਰ ਲਾਂਸਲਟ ਦੀ ਮਲਮ ਪੱਟੀ ਕੀਤੀ ਤੇ ਉਹਨੂੰ ਹੌਸਲਾ ਦਿੱਤਾ। ਜਦ ਟੂਰਨਾਮੈਂਟ ਵਿੱਚ ਇਹ ਖਬਰ ਪਹੁੰਚੀ ਕਿ ਜਿੱਤ ਹਾਸਲ ਕਰਨ ਵਾਲਾ ਯੋਧਾ ਸਖਤ ਜ਼ਖਮੀ ਹਾਲਤ ਵਿੱਚ ਮੈਦਾਨ ਵਿੱਚੋਂ ਕਿਤੇ ਦੂਰ ਚਲਾ ਗਿਆ ਹੈ ਤਾਂ ਸਰ ਗੈਵਨ ਨੇ ਨਿਸ਼ਚਾ ਕਰ ਲਿਆ ਕਿ ਉਹ ਇਸ ਨਾਈਟ ਨੂੰ ਲੱਭ ਕੇ ਹੀ ਛੱਡੇਗਾ। ਲੱਭਦੇ ਲਭਾਉਂਦਿਆਂ ਉਹ ਅੰਤ ਐਸਟਰੋਲਾਟ ਵਿੱਚ ਪਹੁੰਚਿਆ। ਕਿਲੇ ਦੇ ਸਰਦਾਰ ਨੇ ਉਸ ਤੋਂ ਟੂਰਨਾਮੈਂਟ ਦਾ ਹਾਲ ਪੁੱਛਿਆ, ਜਿਸ ਦੇ ਉੱਤਰ ਵਿੱਚ ਸਰ ਗੈਵਨ ਨੇ ਦੱਸਿਆ ਕਿ 2 ਅਜਨਬੀ ਯੋਧਿਆਂ ਨੇ ਗੋਲਮੇਜ ਦੇ ਯੋਧਿਆਂ ਨੂੰ ਹਰਾ ਦਿੱਤਾ ਹੈ। ਇਹ ਸੁਣ ਕੇ ਸੁੰਦਰੀ ਇਲੈਨ ਦਾ ਚਿਹਰਾ ਖੁਸ਼ੀ ਨਾਲ ਚਮਕ ਪਿਆ। ਸਰ ਗੈਵਨ ਨੇ ਪੁੱਛਿਆ, ਸੁੰਦਰੀ ਕੀ ਤੂੰ ਇਹਨਾਂ ਯੋਧਿਆਂ ਨੂੰ ਜਾਣਦੀ ਹੈ? ਉਹਨੇ ਉੱਤਰ ਦਿੱਤਾ, ਉਹਨਾਂ ਦਾ ਨਾਂ ਤਾਂ ਮੈਨੂੰ ਪਤਾ ਨਹੀਂ, ਪਰ ਉਹ ਹੈ ਸੀ ਬੜੀ ਬਹਾਦਰ। ਇਹ ਕਹਿ ਕੇ ਉਹਨੇ ਸਰ ਗੈਵਨ ਨੂੰ ਲਾਂਸਲਟ ਦੀ ਢਾਲ ਵਿਖਾਈ। ਢਾਲ ਵੇਖਦਿਆਂ ਹੀ ਸਰ ਗੈਵਨ ਬੋਲ ਉੱਠਿਆ, ਇਹ ਤਾਂ ਸਰ ਲਾਂਸਲਟ ਦੀ ਢਾਲ ਹੈ। ਸਾਡੀ ਕਿੱਡੀ ਬਦਕਿਸਮਤੀ ਹੈ ਕਿ ਸਾਡਾ ਆਪਣਾ ਸਾਥੀ ਤੇ ਲਾਸਾਨੀ ਯੋਧਾ ਲਾਂਸਲਟ ਸਾਡੇ ਆਪਣੇ ਹੱਥੋਂ ਹੀ ਮੌਤ ਦੇ ਮੂੰਹ ਵਿੱਚ ਧੱਕਿਆ ਗਿਆ ਹੈ। ਸਰ ਬੋਰਜ਼ ਨੂੰ ਇਹ ਸੁਣ ਕੇ ਬੜਾ ਦੁੱਖ ਹੋਏਗਾ। ਅਗਲੇ ਪਲਕ ਸਰ ਗੈਵਨ ਇਹ ਦੱਸਣ ਲਈ ਲੰਡਨ ਵੱਲ ਵਾਪਸ ਚਲਾ ਗਿਆ ਕਿ ਸਰ ਲਾਇਲੈਂਡ ਤੇ ਬੇਨਾਮ ਯੋਧਾ ਇੱਕੋ ਆਦਮੀ ਹਨ। ਉਧਰ ਐਸਟਰੋਲਾਟ ਦੀ ਸੁੰਦਰੀ ਸਵੇਰੇ ਸਵੇਰੇ ਉੱਠੀ ਤੇ ਆਪਣੇ ਪਿਤਾ ਦੀ ਆਗਿਆ ਲੈ ਕੇ ਸਰ ਲੈਂਸਲਟ ਤੇ ਉਸਦੇ ਭਰਾ ਸਰ ਲੈਵਨ ਦੀ ਭਾਲ ਵਿੱਚ ਤੁਰ ਪਈ। ਬੜਾ ਲੰਮਾ ਸਫ਼ਰ ਕਰਨ ਪਿੱਛੋਂ ਉਹ ਉਸ ਤਪੋਵਨ ਵਿੱਚ ਪਹੁੰਚੀ ਜਿੱਥੇ ਲਾਂਸਲਟ ਜ਼ਖਮੀ ਨਾਲ ਕਾਇਲ ਪਿਆ ਸੀ। ਉਸ ਨੂੰ ਲਾਂਸਲਟ ਦੀ ਇਹ ਹਾਲਤ ਵੇਖ ਕੇ ਬੜਾ ਦੁੱਖ ਹੋਇਆ। ਉਹ ਕਈ ਦਿਨ ਉਹਦੀ ਸੇਵਾ ਵਿੱਚ ਉੱਥੇ ਠਹਿਰੀ ਰਹੀ। ਆਖਰ ਤਪਸਵੀ ਦੇ ਇਲਾਜ ਅਤੇ ਐਸਟਰੋਲਾਟ ਦੀ ਸੁੰਦਰੀ ਦੀ ਦੇਖਭਾਲ ਨਾਲ ਸਰ ਲਾਂਸਲਟ ਰਾਜ਼ੀ ਹੋ ਗਿਆ। ਉਹ 3 ਜਣੇ ਵਾਪਸ ਐਸਟਰੋਲਾਟ ਦੇ ਕਿਲੇ ਵੱਲ ਆਏ। ਉਹਨਾਂ ਦੀ ਵਾਪਸੀ ਤੇ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਕੁਝ ਦਿਨ ਉੱਥੇ ਠਹਿਰ ਕੇ ਲਾਂਸਲਟ ਨੇ ਵਾਪਸ ਜਾਣ ਦੀ ਖਾਹਿਸ਼ ਪ੍ਰਗਟ ਕੀਤੀ। ਸੁੰਦਰੀ ਇਲੈਨ ਨੇ ਰੋ ਰੋ ਕੇ ਸਰ ਲਾਂਸਲਟ ਦੇ ਹਾੜੇ ਕੱਢੇ, ਕਿਹਾ ਮੈਨੂੰ ਵੀ ਆਪਣੇ ਨਾਲ ਹੀ ਲੈ ਚਲੋ, ਤੁਹਾਡਾ ਵਿਛੋੜਾ ਮੈਂ ਨਹੀਂ ਸਹਾਰ ਸਕਣਾ। ਸਰ ਲਾਂਸਲਟ ਨੇ ਕਿਹਾ, ਤੇਰਾ ਮੇਰੇ ਨਾਲ ਜਾਣਾ ਠੀਕ ਨਹੀਂ। ਹਾਂ, ਜਦੋਂ ਤੂੰ ਵੱਡੀ ਹੋਏਗੀ, ਕਿਸੇ ਯੋਧੇ ਨਾਲ ਤੇਰਾ ਵਿਆਹ ਹੋਏਗਾ ਤਾਂ ਮੈਂ ਤੈਨੂੰ ਦਾਜ ਵਿੱਚ ਜ਼ਮੀਨਾਂ ਤੇ ਬੇਸ਼ੁਮਾਰ ਦੌਲਤ ਦੇਵਾਂਗਾ। ਵੈਸੇ ਜਿਸ ਵੇਲੇ ਵੀ ਮੇਰੀ ਸੇਵਾ ਦੀ ਲੋੜ ਪਵੇ ਮੈਨੂੰ ਯਾਦ ਕਰਨਾ। ਸਰ ਲਾਂਸਲਟ ਦੇ ਚਲੇ ਜਾਣ ਪਿੱਛੋਂ ਸੁੰਦਰੀ ਇਲੈਨ ਗਮ ਦੀ ਇੱਕ ਮੂਰਤ ਬਣ ਗਈ। ਉਹ ਨਾ ਕੁਝ ਖਾਂਦੀ ਸੀ ਨਾ ਪੀਂਦੀ ਸੀ ਤੇ ਚੁੱਪਚਾਪ ਇੱਕ ਥਾਂ ਬੈਠੀ ਰਹਿੰਦੀ ਸੀ। ਇਸ ਹਾਲਤ ਵਿੱਚ 10 ਦਿਨ ਲੰਘ ਗਏ। 10ਵੇਂ ਦਿਨ ਉਹਨੇ ਆਪਣੀ ਚੁੱਪ ਤੋੜੀ ਤੇ ਆਪਣੇ ਪਿਤਾ ਨੂੰ ਕਹਿਣ ਲੱਗੀ, ਮੇਰਾ ਅੰਤ ਸਮੇਂ ਨੇੜੇ ਆ ਗਿਆ ਹੈ। ਮੇਰੀ ਇੱਕ ਮੰਗ ਹੈ, ਜੇ ਤੁਸੀਂ ਪੂਰੀ ਕਰ ਦਿਓ। ਉਹਦੇ ਪਿਤਾ ਨੇ ਕਿਹਾ, ਕਿਉਂ ਨਹੀਂ ਬੇਟਾ, ਦੱਸ ਤੂੰ ਕੀ ਚਾਹੁੰਦੀ ਹੈ? ਉਹਨੇ ਉੱਤਰ ਦਿੱਤਾ, ਜਦ ਮੈਂ ਮਰ ਜਾਵਾਂਗੀ ਤਾਂ ਮੈਨੂੰ ਸੋਹਣੇ ਸੋਹਣੇ ਕੱਪੜੇ ਪਾ ਕੇ ਇੱਕ ਬੇੜੀ ਵਿੱਚ ਲਟਾ ਦੇਣਾ। ਜਦ ਬੇੜੀ ਲੰਡਨ ਵਿੱਚ ਪਹੁੰਚ ਜਾਏ ਤਾਂ ਸ਼ਾਇਦ ਸਰ ਲਾਂਸਲਟ ਦੀ ਨਜ਼ਰ ਮੇਰੇ ਤੇ ਪੈ ਜਾਏ। ਇਸ ਘਟਨਾ ਤੋਂ ਜਲਦੀ ਹੀ ਪਿੱਛੋਂ ਸੁੰਦਰੀ ਇਲੈਨ ਗਮ ਵਿੱਚ ਘੁਲ ਕੇ ਮਰ ਗਈ। ਉਹਦੇ ਪਿਤਾ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਇਲੈਨ ਨੇ ਕਿਹਾ ਸੀ। ਜਦ ਬੇੜੀ ਹੌਲੀ ਹੌਲੀ ਲੰਡਨ ਲੱਗੇ ਪਹੁੰਚੀ ਤਾਂ ਸ਼ਾਹੀ ਮਹਲ ਦੀ ਬਾਰੀ ਵਿੱਚੋਂ ਬਾਦਸ਼ਾਹ ਆਰਥਰ ਤੇ ਮਲਕਾ ਜੈਨਵੀਅਰ ਦੀ ਉਸ ਤੇ ਨਜ਼ਰ ਪਈ। ਉਹ ਦੋਵੇਂ ਬਹੁਤ ਸਾਰੇ ਐਲਕਰਾ ਸਮੇਤ ਇਹ ਅਜੀਬ ਕੌਤਕ ਵੇਖਣ ਲਈ ਦਰਿਆ ਦੇ ਕੰਢੇ ਤੇ ਗਏ। ਸੁੰਦਰੀ ਇਲੈਨ ਦੇ ਹੱਥ ਵਿੱਚ ਇੱਕ ਚਿੱਠੀ ਫੜੀ ਹੋਈ ਸੀ। ਬਾਦਸ਼ਾਹ ਨੇ ਉਹ ਹੌਲੀ ਜਿਹੀ ਕੱਢ ਕੇ ਪੜ੍ਹੀ। ਉਸ ਤੇ ਲਿਖਿਆ ਸੀ, ਸਰ ਲਾਂਸਲਟ, ਮੈਂ ਆਪਣੇ ਆਪ ਨੂੰ ਸੁਭਾਗਾ ਸਮਝਾਂਗੀ ਜੇ ਮੇਰੇ ਆਖਰੀ ਸੰਸਕਾਰ ਤੁਹਾਡੇ ਹੱਥੋਂ ਹੋਣ। ਮੇਰੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨੀ। ਤੁਸੀਂ ਦੇਵਤਿਆਂ ਦੇ ਤੁੱਲੋ, ਤੁਹਾਡੀ ਪ੍ਰਾਰਥਨਾ ਸਵੀਕਾਰ ਹੋਵੇਗੀ। ਬਾਦਸ਼ਾਹ ਆਰਥਰ ਨੇ ਲਾਂਸਲਟ ਨੂੰ ਕਿਹਾ, ਤੁਸੀਂ ਬੜੇ ਨੇਕ ਦਿਲ ਯੋਧੇ ਹੋ, ਇਸ ਸੁੰਦਰੀ ਦੀ ਇਹ ਆਖਰੀ ਇੱਛਾ ਪੂਰੀ ਕਰੋ। ਸਰ ਲਾਂਸਲਟ ਨੇ ਉੱਤਰ ਦਿੱਤਾ, ਇਸ ਸੁੰਦਰੀ ਦੀ ਇੱਛਾ ਪੂਰੀ ਕਰਨਾ ਮੇਰਾ ਸਭ ਤੋਂ ਪਹਿਲਾ ਫਰਜ਼ ਬਣਦਾ ਹੈ। ਇਹ ਕਹਿ ਕੇ ਬਾਦਸ਼ਾਹ ਮਲਕਾ ਅਤੇ ਸਾਰੇ ਦਰਬਾਰ ਦੇ ਸਾਹਮਣੇ ਸਰ ਲਾਂਸਲਟ ਨੇ ਆਪਣੇ ਹੱਥੀਂ ਉਸ ਸੁੰਦਰੀ ਦੇ ਆਖਰੀ ਸੰਸਕਾਰ ਕੀਤੇ। ਉਸ ਸੁੰਦਰੀ ਦਾ ਪਿਆਰ ਵੇਖ ਕੇ ਸਭ ਦੀਆਂ ਅੱਖਾਂ ਭਰ ਆਈਆਂ। ਉਸ ਥਾਂ ਸੰਗਮਰਮਰ ਦੀ ਇੱਕ ਸੁੰਦਰ ਕਬਰ ਬਣਾਈ ਗਈ। ਉਸ ਨੂੰ ਮਾਣ ਦੇਣ ਲਈ ਕਬਰ ਤੇ ਸਰ ਲਾਂਸਲਟ ਦੀ ਢਾਲ ਦਾ ਚਿੱਤਰ ਉਕਰਿਆ ਗਿਆ। ਬਾਦਸ਼ਾਹ ਨੇ ਕਿਹਾ, ਜਿਵੇਂ ਲੜਾਈ ਵਿੱਚ ਸੁੰਦਰੀ ਦੀ ਢਾਲ ਨੇ ਸਰ ਲਾਂਸਲਟ ਦੀ ਰੱਖਿਆ ਕੀਤੀ ਸੀ, ਇਵੇਂ ਹੀ ਇਸ ਸੁੰਦਰੀ ਦੀ ਕਬਰ ਦੀ ਰਾਖੀ ਸਰ ਲਾਂਸਲਟ ਦੀ ਢਾਲ ਕਰੇਗੀ। ਕਾਂਡ 9ਵਾਂ, ਸਰ ਲਾਂਸਲਟ ਵਿਰੁੱਧ ਮੌਡਰੈਡ ਦੀ ਸਾਜ਼ਿਸ਼। ਬਾਦਸ਼ਾਹ ਆਰਥਰ ਦਾ ਇੱਕ ਭਣੇਵਾ ਸੀ ਜਿਸ ਦਾ ਨਾਮ ਮੌਡਰੈਡ ਸੀ। ਇਹ ਬੜਾ ਬੇਅਸੂਲਾ ਤੇ ਕਮੀਨਾ ਆਦਮੀ ਸੀ। ਇਹ ਦੂਜਿਆਂ ਦੀ ਬਹਾਦਰੀ ਦਾ ਜਸ ਸੁਣ ਕੇ ਬੜਾ ਸੜਦਾ ਸੀ। ਇਹ ਸਰ ਲਾਂਸਲਟ ਨੂੰ ਬੜੀ ਨਫ਼ਰਤ ਕਰਦਾ ਸੀ, ਖਾਸ ਕਰਕੇ ਇਸ ਲਈ ਕਿ ਮਲਕਾ ਜੈਨਵੀਅਰ ਲਾਂਸਲਟ ਨੂੰ ਬੜਾ ਚਾਹੁੰਦੀ ਸੀ। ਉਹਨੇ ਦੋਹਾਂ ਨੂੰ ਬਦਨਾਮ ਕਰਨ ਲਈ ਸਾਜ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਆਪਣੇ ਇੱਕ ਸਾਥੀ ਸਰ ਐਗਰੀਵੇਨ ਦੀ ਮਦਦ ਨਾਲ ਲਾਂਸਲਟ ਵਿਰੁੱਧ ਬਾਦਸ਼ਾਹ ਦੇ ਕੰਨ ਭਰਨ ਦੀ ਕੋਸ਼ਿਸ਼ ਕੀਤੀ। ਬਾਦਸ਼ਾਹ ਨੇ ਉਹਨਾਂ ਨੂੰ ਇਸ ਭੰਡੀ ਪ੍ਰਚਾਰ ਕਰਨ ਤੇ ਬੜਾ ਦੁਰਕਾਰਿਆ, ਪਰ ਉਹ ਬਾਜ਼ ਨਾ ਆਏ। ਇੱਕ ਦਿਨ ਜਦ ਬਾਦਸ਼ਾਹ ਸ਼ਿਕਾਰ ਖੇਡਣ ਗਿਆ ਹੋਇਆ ਸੀ ਤਾਂ ਮਲਕਾ ਜੈਨਵੀਅਰ ਨੇ ਸਰ ਲਾਂਸਲਟ ਨੂੰ ਕਿਸੇ ਕੰਮ ਲਈ ਮਹੱਲ ਵਿੱਚ ਸੱਦਿਆ। ਸਰ ਮੌਡਰੈਡ ਤੇ ਸਰ ਐਗਰੀਵੇਨ ਆਪਣੇ ਕੁਝ ਸਾਥੀ ਨਾਲ ਲੈ ਕੇ ਮਹੱਲ ਦੇ ਕੋਨੇ ਵਿੱਚ ਲੁਕ ਗਏ। ਸਰ ਲਾਂਸਲਟ ਬਿਨਾਂ ਸੰਜੋਗ ਅਤੇ ਸ਼ਸਤਰਾਂ ਤੋਂ ਮਲਕਾ ਨੂੰ ਮਿਲਣ ਆਇਆ।
ਇਹ ਦੋਵੇਂ ਬੂਹੇ ਕੋਲ ਖੜੇ ਹੋ ਗਏ ਤੇ ਕਹਿਣ ਲੱਗੇ, ਉਹ ਦਗੇਬਾਜ਼ ਲਾਂਜ਼ਲੈਟ, ਹੁਣ ਤੇਰਾ ਪਾਜ ਖੁੱਲ੍ਹ ਗਿਆ ਹੈ, ਤੂੰ ਬਾਦਸ਼ਾਹ ਦਾ ਲੂਣ ਖਾ ਕੇ ਨਮਕ ਹਰਾਮੀ ਕਰਦਾ ਹੈ। ਲਾਂਜ਼ਲੈਟ ਤੇ ਮਲਕਾ ਇਹ ਸੁਣ ਕੇ ਬੜੇ ਹੈਰਾਨ ਹੋਏ। ਉਧਰ ਮੋਡਰਡ ਨੇ ਆਪਣੇ 12 ਸਾਥੀਆਂ ਨਾਲ ਰਲ ਕੇ ਹੋਰ ਵੀ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਲਾਂਜ਼ਲੈਟ ਨੇ ਗੁੱਸੇ ਵਿੱਚ ਆ ਕੇ ਕਿਹਾ, ਇਸ ਬੇਇੱਜ਼ਤੀ ਨਾਲੋਂ ਮਰ ਮਿਟਣਾ ਚੰਗਾ ਹੈ। ਮਲਕਾ, ਜਦੋਂ ਦਾ ਬਾਦਸ਼ਾਹ ਆਰਥਰ ਨੇ ਮੈਨੂੰ ਨਾਈਟ ਸਜਾਇਆ ਹੈ, ਮੈਂ ਉਹਦੀ ਪੂਰੀ ਵਫਾਦਾਰੀ ਪਾਲੀ ਹੈ। ਹੁਣ ਜੇ ਮੈਂ ਆਪਣੀ ਇੱਜ਼ਤ ਨੂੰ ਬਚਾਉਂਦਾ ਹੋਇਆ ਮਾਰਿਆ ਗਿਆ ਤਾਂ ਮੇਰੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨੀ। ਇਸ ਪਿੱਛੋਂ ਬੂਹੇ ਕੋਲ ਜਾ ਕੇ ਕਹਿਣ ਲੱਗਾ, ਬੰਦ ਕਰੋ ਇਹ ਖੱਪ, ਮੈਂ ਹੁਣੇ ਬੂਹਾ ਖੋਲ੍ਹਦਾ ਹਾਂ, ਫਿਰ ਜੋ ਚਾਹੋ ਮੇਰੇ ਨਾਲ ਕਰ ਲੈਣਾ। ਇਹ ਕਹਿ ਕੇ ਉਹਨੇ ਬੂਹਾ ਇਤਨਾ ਕੁ ਖੋਲ੍ਹਿਆ ਜਿਸ ਵਿੱਚੋਂ ਕੇਵਲ ਇੱਕੋ ਹੀ ਆਦਮੀ ਅੰਦਰ ਲੰਘ ਸਕੇ। ਸਰ ਮੋਡਰਡ ਦਾ ਇੱਕ ਸਾਥੀ ਜੋ ਕੱਦ ਕਾਠ ਦਾ ਬੜਾ ਤਕੜਾ ਸੀ, ਆਪਣੀ ਤਲਵਾਰ ਸੂਤ ਕੇ ਭੁੱਖੇ ਸ਼ੇਰ ਵਾਂਗ ਸਰ ਲਾਂਜ਼ਲੈਟ ਤੇ ਪਿਆ, ਪਰ ਸਰ ਲਾਂਜ਼ਲੈਟ ਹੁਸ਼ਿਆਰੀ ਨਾਲ ਉਹਦਾ ਵਾਰ ਬਚਾ ਗਿਆ। ਜਵਾਬੀ ਵਾਰ ਵਿੱਚ ਲਾਂਜ਼ਲੈਟ ਨੇ ਉਹਨੂੰ ਥੱਲੇ ਸੁੱਟ ਲਿਆ ਤੇ ਬੂਹਾ ਅੰਦਰੋਂ ਬੰਦ ਕਰਕੇ ਉਸ ਟੱਠੇ ਹੋਏ ਯੋਧੇ ਦੀ ਸੰਜੋਲ ਲਾਈ ਤੇ ਆਪ ਪਹਿਨ ਲਈ। ਫਿਰ ਸਾਰੇ ਲਲਕਾਰ ਕੇ ਮੋਡਰੇਟ ਤੇ ਉਹਦੇ ਸਾਥੀਆਂ ਨੂੰ ਕਿਹਾ, ਜੇ ਹਿੰਮਤ ਹੈ ਤਾਂ ਕੱਲ ਇਕੱਲੇ ਜਾਂ ਸਾਰੇ ਜਣੇ ਰਲ ਕੇ ਮੇਰੇ ਨਾਲ 2 ਹੱਥ ਕਰ ਲੈਣੇ। ਪਰ ਵਿਰੋਧੀਆਂ ਵਿੱਚੋਂ ਕੋਈ ਐਸਾ ਆਦਮੀ ਨਹੀਂ ਸੀ ਜੋ ਸਰ ਲਾਂਜ਼ਲੈਟ ਦਾ ਖੁੱਲ੍ਹੇ ਮੈਦਾਨ ਵਿੱਚ ਮੁਕਾਬਲਾ ਕਰਨ ਦੀ ਹਿੰਮਤ ਰੱਖਦਾ ਹੋਏ। ਸੋ ਉਹਨਾਂ ਨੇ ਸੋਚਿਆ ਕਿ ਸਰ ਲਾਂਜ਼ਲੈਟ ਨੂੰ ਹੁਣੇ ਹੀ ਬੰਨੇ ਲਾ ਦੇਣਾ ਚਾਹੀਦਾ ਹੈ, ਕਿਉਂਕਿ ਇਸ ਵਕਤ ਉਹ ਉਹਨਾਂ ਦੇ ਅੜਿੱਕੇ ਚੜਿਆ ਹੋਇਆ ਹੈ। ਸਰ ਲਾਂਜ਼ਲੈਟ ਉਹਨਾਂ ਦਾ ਮੰਤਵ ਤਾੜ ਗਿਆ, ਇਸ ਲਈ ਉਹਨੇ ਬੂਹਾ ਚੋਰ ਚਪੱਟ ਖੋਲ੍ਹ ਕੇ ਪੂਰੇ ਤਾਨ ਨਾਲ ਉਹਨਾਂ ਤੇ ਹੱਲਾ ਬੋਲ ਦਿੱਤਾ। ਪਹਿਲੇ ਹੀ ਵਾਰ ਨਾਲ ਉਹਨੇ ਸਰ ਐਗਰੀਵੇਨ ਨੂੰ ਪਾਰ ਬੁਲਾ ਦਿੱਤਾ ਤੇ ਜਲਦੀ ਹੀ ਬਾਕੀਆਂ ਦਾ ਵੀ ਸਫਾਇਆ ਕਰ ਦਿੱਤਾ। ਕੇਵਲ ਮੋਡਰੇਟ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾ ਸਕਿਆ। ਇਸ ਪਿੱਛੋਂ ਸਰ ਲਾਂਜ਼ਲੈਟ ਨੇ ਮਲਕਾ ਨੂੰ ਕਿਹਾ, ਹੁਣ ਮੇਰਾ ਇੱਥੇ ਠਹਿਰਨਾ ਠੀਕ ਨਹੀਂ, ਕਿਉਂਕਿ ਅੱਜ ਦੇ ਟਾਕਰੇ ਕਾਰਨ ਮੇਰੇ ਬਹੁਤ ਸਾਰੇ ਵੈਰੀ ਬਣ ਗਏ ਨੇ। ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਵੀ ਮੈਂ ਐਸੀ ਥਾਂ ਪਹੁੰਚਾ ਦੇਵਾਂ ਜਿੱਥੇ ਤੁਹਾਨੂੰ ਕੋਈ ਖਤਰਾ ਨਾ ਹੋਵੇ। ਮਲਕਾ ਨੇ ਉੱਤਰ ਦਿੱਤਾ, ਨਹੀਂ, ਮੈਂ ਕਿਸੇ ਵੀ ਹੋਛੇ ਸ਼ੈਤਾਨ ਦੀ ਪਰਵਾਹ ਨਹੀਂ ਕਰਦੀ, ਮੈਂ ਇੱਥੇ ਹੀ ਠਹਿਰਾਂਗੀ। ਹਾਂ, ਮੇਰੀ ਖਾਤਰ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ, ਇਸ ਲਈ ਤੁਸੀਂ ਜਲਦੀ ਇੱਥੋਂ ਚਲੇ ਜਾਓ। ਇਸ ਤੇ ਸਰ ਲਾਂਜ਼ਲੈਟ ਆਪਣੇ ਟੱਬਰ ਸਮੇਤ ਉੱਥੋਂ ਚਲਾ ਗਿਆ ਤੇ ਆਉਣ ਵਾਲੀਆਂ ਘਟਨਾਵਾਂ ਨੂੰ ਉਡੀਕਣ ਲੱਗਾ। ਕਾਂਡ 10ਵਾਂ, ਮਲਕਾ ਨੂੰ ਮੌਤ ਦੀ ਸਜ਼ਾ। ਮੋਡਰੇਟ ਸਰ ਲਾਂਜ਼ਲੈਟ ਦੇ ਹੱਥੋਂ ਬਚ ਕੇ ਸਖਤ ਜ਼ਖਮੀ ਹਾਲਤ ਵਿੱਚ ਸਿੱਧਾ ਬਾਦਸ਼ਾਹ ਕੋਲ ਗਿਆ ਤੇ ਲਾਂਜ਼ਲੈਟ ਦੇ ਵਿਰੁੱਧ ਉਹਦੇ ਖੂਬ ਕੰਨ ਭਰੇ। ਭਾਵੇਂ ਬਾਦਸ਼ਾਹ ਨੂੰ ਮੋਡਰੇਟ ਦੀ ਕਿਸੇ ਵੀ ਗੱਲ ਤੇ ਯਕੀਨ ਨਹੀਂ ਸੀ, ਪਰ ਉਹਦਾ ਚਿੱਤ ਬੜਾ ਉਦਾਸ ਹੋ ਗਿਆ। ਬਾਦਸ਼ਾਹ ਦਾ ਲਾਂਜ਼ਲੈਟ ਨਾਲ ਬੜਾ ਪਿਆਰ ਸੀ। ਹੁਣ ਉਹਨੂੰ ਡਰ ਸੀ ਕਿ ਲਾਂਜ਼ਲੈਟ ਦੇ ਵਿਰੋਧੀ ਉਸ ਤੋਂ ਬਦਲਾ ਲਏ ਬਿਨਾਂ ਨਹੀਂ ਜਾਣਗੇ। ਇਸ ਲਈ ਆਪਸੀ ਝਗੜਿਆਂ ਵਿੱਚ ਗੋਲਮੇਜ਼ ਦੇ ਯੋਧਿਆਂ ਦੀ ਲਾਸਾਨੀ ਪ੍ਰਥਾ ਖਤਮ ਹੋ ਜਾਏਗੀ। ਬਾਦਸ਼ਾਹ ਦੀ ਪੇਸ਼ੋਨਗੋਈ ਠੀਕ ਨਿਕਲੀ। ਗੋਲਮੇਜ਼ ਦੇ ਯੋਧਿਆਂ ਵਿੱਚ 2 ਧੜੇ ਬਣ ਗਏ। ਬਹੁਤ ਸਾਰੇ ਯੋਧੇ ਮੋਡਰੇਟ ਨਾਲ ਮਿਲ ਗਏ, ਕੁਝ ਤਾਂ ਲਾਂਜ਼ਲੈਟ ਨਾਲ ਈਰਖਾ ਕਰਕੇ ਤੇ ਕੁਝ ਇਸ ਲਈ ਕਿ ਉਹਦੇ ਹੱਥੋਂ ਉਹਨਾਂ ਦੇ ਸੰਬੰਧੀ ਮਾਰੇ ਗਏ ਸਨ। ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਲਾਂਜ਼ਲੈਟ ਨਾਲ ਮਿਲ ਕੇ ਬਾਦਸ਼ਾਹ ਵਿਰੁੱਧ ਸਾਜ਼ਿਸ਼ ਕਰਨ ਦੇ ਦੋਸ਼ ਵਿੱਚ ਮਲਕਾ ਤੇ ਮੁਕੱਦਮਾ ਚਲਾਇਆ ਜਾਏ। ਉਸ ਸਮੇਂ ਕਾਨੂੰਨ ਇਹ ਸੀ ਕਿ ਬਾਦਸ਼ਾਹ ਦੇ ਵਿਰੁੱਧ ਸਾਜ਼ਿਸ਼ ਕਰਨ ਵਾਲੇ ਨੂੰ ਜਿਉਂਦਿਆਂ ਹੀ ਸਾੜ ਦਿੱਤਾ ਜਾਏ। ਹੁਣ ਆਰਥਰ ਬੜੀ ਕੜਿੱਕੀ ਵਿੱਚ ਫਸ ਗਿਆ। ਉਹਨੇ ਸੋਚਿਆ, ਬਾਦਸ਼ਾਹ ਹੋਣ ਦੀ ਹੈਸੀਅਤ ਵਿੱਚ ਮੈਨੂੰ ਪੂਰਾ ਨਿਆਂ ਕਰਨਾ ਚਾਹੀਦਾ ਹੈ, ਇਸ ਲਈ ਮੈਂ ਆਪਣੀ ਮਲਕਾ ਦਾ ਪੱਖ ਨਹੀਂ ਕਰ ਸਕਣਾ। ਹੁਣ ਉਹਦੀ ਸਹਾਇਤਾ ਕੌਣ ਕਰੇ? ਉਹਨੂੰ ਮਜਬੂਰਨ ਇਹ ਫੈਸਲਾ ਦੇਣਾ ਪਿਆ ਕਿ ਸ਼ਹਿਰੋਂ ਬਾਹਰ ਮਲਕਾ ਨੂੰ ਇੱਕ ਥੰਮ ਨਾਲ ਬੰਨ੍ਹ ਕੇ ਸਾੜ ਦਿੱਤਾ ਜਾਏ। ਇਸ ਫੈਸਲੇ ਨੂੰ ਅਮਲ ਵਿੱਚ ਲਿਆਉਣ ਲਈ ਉਹਨੇ ਪਹਿਲਾਂ ਸਰ ਗੈਵਨ ਨੂੰ ਸੱਦਿਆ, ਫਿਰ ਸਰ ਗੈਰਿਥ ਨੂੰ, ਪਰ ਦੋਹਾਂ ਨੇ ਬੜੀ ਨਿਮਰਤਾ ਨਾਲ ਇਨਕਾਰ ਕਰਦਿਆਂ ਕਿਹਾ, ਹਜ਼ੂਰ, ਮਲਕਾ ਨਿਰਦੋਸ਼ ਹੈ। ਉਹਨੂੰ ਸਜ਼ਾ ਦੇ ਕੇ ਤੁਸੀਂ ਮਾੜਾ ਕੰਮ ਕੀਤਾ ਹੈ। ਅਸੀਂ ਆਪਣੀ ਮਲਕਾ ਨੂੰ ਮਰਦਿਆਂ ਅੱਖੀਂ ਨਹੀਂ ਵੇਖ ਸਕਦੇ। ਇਹ ਕਹਿ ਕੇ ਉਹ ਉਸ ਨੂੰ ਸ਼ਹਿਰੋਂ ਦੂਰ ਚਲੇ ਗਏ। ਨਿਯਤ ਕੀਤੇ ਦਿਨ ਮਲਕਾ ਨੂੰ ਸ਼ਹਿਰੋਂ ਬਾਹਰ ਲੈ ਜਾ ਕੇ ਇੱਕ ਥੰਮ ਨਾਲ ਬੰਨ੍ਹ ਦਿੱਤਾ ਗਿਆ। ਮਹਲ ਦੀਆਂ ਗੋਲੀਆਂ ਵਿੱਚ ਚੀਕ ਚਿਹਾੜਾ ਮਰ ਗਿਆ ਤੇ ਮਲਕਾ ਦਾ ਪੱਖ ਕਰਨ ਵਾਲੇ ਸਾਰੇ ਯੋਧੇ ਜ਼ਾਰੋ-ਜ਼ਾਰ ਰੋਣ ਲੱਗ ਪਏ। ਐਨ ਜਿਸ ਵੇਲੇ ਲੱਕੜਾਂ ਨੂੰ ਲੰਬੂ ਲਾਇਆ ਜਾਣ ਵਾਲਾ ਸੀ, ਦੂਰੋਂ ਬਹੁਤ ਸਾਰੇ ਯੋਧੇ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਆਈ ਤੇ ਅੱਖ ਦੇ ਫੋਰ ਵਿੱਚ ਹਥਿਆਰਬੰਦ ਯੋਧਿਆਂ ਦਾ ਇੱਕ ਦਸਤਾ ਘਬਰਾਏ ਹੋਏ ਲੋਕਾਂ ਦੀ ਭੀੜ ਨੂੰ ਚੀਰਦਾ ਹੋਇਆ ਉੱਥੇ ਪਹੁੰਚਿਆ। ਜਿਸਨੇ ਵੀ ਉਹਨਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਉਹਦੇ ਟੁਕੜੇ ਟੁਕੜੇ ਕਰ ਦਿੱਤੇ। ਚੱਬਦੇ ਹੀ ਉਹਨਾਂ ਵਿੱਚੋਂ ਇੱਕ ਨੇ ਰੱਸੀਆਂ ਕੱਟ ਕੇ ਮਲਕਾ ਨੂੰ ਘੋੜੇ ਤੇ ਬਿਠਾਇਆ ਤੇ ਔ ਗਏ। ਹੁਣ ਸਭ ਨੂੰ ਪਤਾ ਲੱਗ ਗਿਆ ਕਿ ਮਲਕਾ ਨੂੰ ਛੁਡਾਉਣ ਵਾਲਾ ਯੋਧਾ ਸਰ ਲਾਂਜ਼ਲੈਟ ਤੋਂ ਬਿਨਾਂ ਹੋਰ ਕੋਈ ਨਹੀਂ ਸੀ। ਲੋਕ ਅੰਦਰੋਂ ਅੰਦਰ ਰਾਣੀ ਦੇ ਬਚ ਜਾਣ ਤੇ ਬੜੇ ਖੁਸ਼ ਹੋਏ। ਸਰ ਲਾਂਜ਼ਲੈਟ ਤੇ ਉਹਦੇ ਸਾਥੀਆਂ ਨੇ ਮਲਕਾ ਨੂੰ ਗਾਰਡ ਦੇ ਹਵਾਲੇ ਕਿਲੇ ਵਿੱਚ ਸੁੱਖੀ ਸੰਦੀ ਪਹੁੰਚਾ ਦਿੱਤਾ। ਇਸ ਘਟਨਾ ਨਾਲ ਮਲਕਾ ਤਾਂ ਬਚ ਗਈ, ਪਰ ਸਾਰੇ ਦੇਸ਼ ਵਿੱਚ ਤਰਥੱਲੀ ਮਚ ਗਈ। ਇਸ ਹੱਲੇ ਵਿੱਚ 2 ਸ਼ਾਨਦਾਰ ਯੋਧੇ ਸਰ ਗੈਰਿਥ ਅਤੇ ਸਰ ਗੈਰਿਸ, ਜਿਨ੍ਹਾਂ ਨੂੰ ਸਰ ਲਾਂਜ਼ਲੈਟ ਬੜਾ ਪਿਆਰ ਕਰਦਾ ਸੀ, ਉਸ ਦੇ ਹੱਥੋਂ ਹੀ ਮਾਰੇ ਗਏ। ਜਲਦੀ ਹੀ ਇਹ ਖਬਰ ਬਾਦਸ਼ਾਹ ਤੱਕ ਪਹੁੰਚ ਗਈ। ਉੱਥੇ ਸਰ ਗੈਵਨ ਵੀ ਮੌਜੂਦ ਸੀ। ਉਹਨੇ ਆਪਣੇ ਭਰਾਵਾਂ ਦੀ ਸੁੱਖ ਸਾਂਦ ਵੱਲੋਂ ਪੁੱਛਿਆ। ਹਰਕਾਰੇ ਨੇ ਦੱਸਿਆ ਕਿ ਉਹ ਸਰ ਲਾਂਜ਼ਲੈਟ ਦੇ ਹੱਥੋਂ
ਮਾਰੇ ਗਏ ਹਨ। ਸਰ ਗੈਵਨ ਨੇ ਕਿਹਾ, ਇਹ ਮੈਂ ਕਿਵੇਂ ਮੰਨ ਸਕਦਾ ਹਾਂ, ਉਹਨਾਂ ਨੂੰ ਤਾਂ ਸਰ ਲਾਂਸਲੈਟ ਜਾਣ ਤੋਂ ਵੱਧ ਪਿਆਰ ਕਰਦਾ ਸੀ। ਜਦ ਹਰਕਾਰੇ ਨੇ ਦੁਬਾਰਾ ਕਿਹਾ ਕਿ ਸੱਚਮੁੱਚ ਇਸੇ ਤਰ੍ਹਾਂ ਹੀ ਹੋਇਆ ਹੈ ਤਾਂ ਸਰ ਗੈਵਨ ਨੇ ਬੜੇ ਕ੍ਰੋਧ ਵਿੱਚ ਆ ਕੇ ਕਿਹਾ, ਮੈਂ ਅੱਜ ਤੋਂ ਪ੍ਰਣ ਕਰਦਾ ਹਾਂ ਕਿ ਜਿੰਨਾ ਚਿਰ ਮੈਂ ਲਾਂਸਲੈਟ ਕੋਲੋਂ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਨਹੀਂ ਲੈ ਲੈਂਦਾ, ਮੈਂ ਸੁੱਖ ਦਾ ਸਾਹ ਨਹੀਂ ਲਵਾਂਗਾ। ਸਰ ਗੈਵਨ ਨੇ ਬਾਦਸ਼ਾਹ ਨੂੰ ਮਨਾਇਆ ਕਿ ਫੌਜ ਇਕੱਠੀ ਕਰਕੇ ਗਾਰਡ ਦੇ ਕਿਲੇ ਨੂੰ ਘੇਰ ਲਿਆ ਜਾਏ। ਬਾਦਸ਼ਾਹ ਸਰ ਲਾਂਸਲੈਟ ਨਾਲ ਲੜਾਈ ਨਹੀਂ ਸੀ ਕਰਨਾ ਚਾਹੁੰਦਾ, ਪਰ ਸਰ ਗੈਵਨ ਨੇ ਉਹਨੂੰ ਉਕਸਾਉਂਦਿਆਂ ਹੋਇਆ ਕਿਹਾ, ਤੁਹਾਡੀ ਖਾਤਰ ਮੇਰੇ ਭਰਾ ਸਰ ਗੈਰਿਥ ਨੇ ਜਾਨ ਦੇ ਦਿੱਤੀ ਹੈ, ਪਰ ਤੁਹਾਡੇ ਜਾਣੇ ਬਲਾ ਜੇ ਤੁਸੀਂ ਇਨਸਾਫ ਨਹੀਂ ਕਰਨਾ ਤਾਂ ਮੈਂ ਤੇ ਮੇਰੇ ਸਾਥੀ ਉਸ ਨਾਲ ਦੋ ਹੱਥ ਕਰ ਲੈਣਗੇ। ਤੰਗ ਆ ਕੇ ਬਾਦਸ਼ਾਹ ਨੇ ਫੌਜ ਇਕੱਠੀ ਕੀਤੀ। ਉਹਨੇ ਸੋਚਿਆ ਕਿ ਸਰ ਗੈਵਨ ਕੋਲੋਂ ਧੋਖੇ ਨਾਲ ਮਾਰੇ ਜਾਣ ਦੀ ਥਾਂ ਸਰ ਲਾਂਸਲੈਟ ਲਈ ਬਿਹਤਰ ਹੈ ਕਿ ਉਹ ਫੌਜ ਦਾ ਟੱਕਰਾ ਕਰਦਾ ਹੋਇਆ ਰਣਭੂਮੀ ਵਿੱਚ ਕੰਮ ਆ ਜਾਏ। ਜਦ ਸਰ ਲਾਂਸਲੈਟ ਨੂੰ ਪਤਾ ਲੱਗਾ ਕਿ ਬਾਦਸ਼ਾਹ ਤੇ ਸਰ ਗੈਵਨ ਇੱਕ ਵੱਡੇ ਸਾਰੇ ਲਸ਼ਕਰ ਨਾਲ ਉਸ 'ਤੇ ਚੜ੍ਹਾਈ ਕਰਕੇ ਆ ਰਹੇ ਹਨ ਤਾਂ ਉੱਥੋਂ ਫਰਾਂਸ ਵਿੱਚ ਬੈਨਵਿਕ ਦੇ ਮਸ਼ਹੂਰ ਕਿਲੇ ਵਿੱਚ ਜਾ ਠਹਿਰਿਆ। ਜਲਦੀ ਹੀ ਫੌਜ ਨੇ ਕਿਲੇ ਨੂੰ ਘੇਰ ਲਿਆ, ਪਰ ਕਿਲਾ ਇਤਨਾ ਮਜ਼ਬੂਤ ਸੀ ਕਿ ਕਿਲੇ ਦੀ ਫੌਜ ਇਤਨੀ ਚੁਕੰਨੀ ਸੀ ਕਿ ਉਸਨੂੰ ਸਰ ਕਰਨਾ ਮਾਮੂਲੀ ਗੱਲ ਨਹੀਂ ਸੀ। ਇੱਕ ਦਿਨ ਵੇਲਜ਼ ਦੇ 7 ਬਹਾਦਰ ਯੋਧੇ ਸਰ ਲਾਂਸਲੈਟ ਪਾਸ ਆ ਕੇ ਬੇਨਤੀ ਕਰਨ ਲੱਗੇ, ਸਾਨੂੰ ਆਗਿਆ ਦਿਓ, ਅਸੀਂ ਮੈਦਾਨ ਵਿੱਚ ਜਾ ਕੇ ਬਾਦਸ਼ਾਹ ਦੀ ਸੈਨਾ ਦੇ ਛੱਕੇ ਛੁਡਾਈਏ। ਵੇਖੋ ਨਾ, ਉਹ ਤੁਹਾਡੀਆਂ ਸਾਰੀਆਂ ਜ਼ਮੀਨਾਂ ਬਰਬਾਦ ਕਰ ਦਿੱਤੀਆਂ ਨੇ। ਅੱਗੋਂ ਸਰ ਲਾਂਸਲੈਟ ਨੇ ਉੱਤਰ ਦਿੱਤਾ, ਆਪਣੇ ਬਾਦਸ਼ਾਹ ਨਾਲ ਜਿਸ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ, ਲੜਾਈ ਕਰਕੇ ਮੈਨੂੰ ਬੜਾ ਦੁੱਖ ਹੋਏਗਾ। ਜਿਹੜਾ ਸਬਰ ਕਰੋ, ਮੈਂ ਸੁਲਾਹ ਦਾ ਸੁਨੇਹਾ ਭੇਜਦਾ ਹਾਂ, ਲੜਾਈ ਨਾਲੋਂ ਸੁਲਾਹ ਹਮੇਸ਼ਾ ਚੰਗੀ ਹੁੰਦੀ ਹੈ। ਇਹ ਕਹਿ ਕੇ ਉਹਨੇ ਇੱਕ ਸੁੰਦਰੀ ਨੂੰ ਸੁਲਾਹ ਦੀਆਂ ਸ਼ਰਤਾਂ ਦੇ ਕੇ ਬਾਦਸ਼ਾਹ ਵੱਲ ਭੇਜਿਆ। ਉਹਨੇ ਬਾਦਸ਼ਾਹ ਦੀ ਹਜ਼ੂਰੀ ਵਿੱਚ ਜਾ ਕੇ ਦੱਸਿਆ, ਸਰ ਲਾਂਸਲੈਟ ਤੁਹਾਨੂੰ ਬੜਾ ਸਤਿਕਾਰਦਾ ਹੈ, ਉਹ ਬੜਾ ਦੁਖੀ ਹੋਏਗਾ ਜੋ ਉਹਨੂੰ ਮਜਬੂਰਨ ਤੁਹਾਡੇ ਵਿਰੁੱਧ ਤਲਵਾਰ ਚੁੱਕਣੀ ਪਵੇ। ਇਹ ਸੁਣ ਕੇ ਬਾਦਸ਼ਾਹ ਦੀਆਂ ਅੱਖਾਂ ਵਿੱਚੋਂ ਅੱਥਰੂ ਨਿਕਲ ਆਏ, ਪਰ ਸਰ ਗੈਵਨ ਨੇ ਗੱਲ ਨੂੰ ਟੁੱਕਦਿਆਂ ਕਿਹਾ, ਹਜ਼ੂਰ, ਜੇ ਇਤਨੀਆਂ ਤਿਆਰੀਆਂ ਕਰਕੇ ਇੱਥੇ ਆਉਣ ਪਿੱਛੋਂ ਅਸੀਂ ਐਵੇਂ ਮੂੰਹ ਚੁੱਕ ਕੇ ਮੁੜ ਗਏ ਤਾਂ ਅਸੀਂ ਦੁਨੀਆ ਸਾਹਮਣੇ ਹਾਸੋਹੀਣੇ ਬਣਾਂਗੇ। ਬਾਦਸ਼ਾਹ ਨੇ ਕਿਹਾ, ਸਰ ਲਾਂਸਲੈਟ ਦੀ ਸੁਲਾਹ ਦੀਆਂ ਤਜਵੀਜ਼ਾਂ ਵਾਜਬ ਨੇ, ਸਾਨੂੰ ਇਹ ਮੰਨ ਲੈਣੀਆਂ ਚਾਹੀਦੀਆਂ ਨੇ, ਪਰ ਕਿਉਂਕਿ ਤੇਰੀ ਖਾਤਰ ਅਸੀਂ ਇੱਥੇ ਆਏ ਹਾਂ, ਤੂੰ ਹੀ ਇਸ ਸੁੰਦਰੀ ਨੂੰ ਜਵਾਬ ਦੇ। ਇਸ 'ਤੇ ਸਰ ਗੈਵਨ ਨੇ ਸੁੰਦਰੀ ਨੂੰ ਕਿਹਾ, ਸੁੰਦਰੀ, ਸਰ ਲਾਂਸਲੈਟ ਨੂੰ ਕਹਿ ਦੇ ਕਿ ਸੁਲਾਹ ਸਫਾਈ ਦਾ ਸਮਾਂ ਬੀਤ ਚੁੱਕਾ ਹੈ, ਹੁਣ ਤਾਂ ਲੜਾਈ ਤੋਂ ਬਿਨਾਂ ਕੋਈ ਚਾਰਾ ਨਹੀਂ। ਜਦ ਸੁੰਦਰੀ ਨੇ ਇਹ ਗੱਲ ਸਰ ਲਾਂਸਲੈਟ ਨੂੰ ਦੱਸੀ ਤਾਂ ਹੋਰ ਵੀ ਦੁਖੀ ਹੋਇਆ, ਪਰ ਉਹਦੇ ਸਰਦਾਰਾਂ ਨੂੰ ਸਰ ਗੈਵਨ ਦੀ ਹੈਂਕੜ ਤੇ ਸਖਤ ਵਿਰੋਧ ਆਇਆ ਤੇ ਉਹਨਾਂ ਸਰ ਲਾਂਸਲੈਟ ਨੂੰ ਮਜਬੂਰ ਕੀਤਾ ਕਿ ਲੜਾਈ ਸ਼ੁਰੂ ਕੀਤੀ ਜਾਏ। ਜਲਦੀ ਹੀ ਸਭ ਤਿਆਰੀ ਕਰਕੇ ਕਿਲੇ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ। ਸਰ ਲਾਂਸਲੈਟ ਅਤੇ ਉਹਦੇ ਸਿਰਲੱਥ ਯੋਧੇ ਮੈਦਾਨ ਵਿੱਚ ਨਿਕਲ ਆਏ। ਸਰ ਲਾਂਸਲੈਟ ਨੇ ਸਭ ਨੂੰ ਇਹ ਹੁਕਮ ਦਿੱਤਾ ਕਿ ਉਹਨਾਂ ਵਿੱਚੋਂ ਕੋਈ ਵੀ ਬਾਦਸ਼ਾਹ ਵਿਰੁੱਧ ਹੱਥ ਨਾ ਚੁੱਕੇ, ਕਿਉਂਕਿ ਉਹਨੇ ਸਰ ਲਾਂਸਲੈਟ ਨੂੰ ਆਪਣੇ ਹੱਥੀਂ ਨਾਈਟ ਸਜਾਇਆ ਸੀ। ਲੜਾਈ ਬੜੀ ਘਮਸਾਨ ਦੀ ਹੋਈ। ਸਰ ਲਾਂਸਲੈਟ ਵੱਲੋਂ ਸਰ ਬੋਰਨਸ ਅਤੇ ਸਰ ਲੇਵਨ ਨੇ ਬੜੇ ਜ਼ੋਰ ਵਿਖਾਏ। ਦੂਜੇ ਪਾਸੇ ਸਰ ਗੈਵਨ ਤੇ ਬਾਦਸ਼ਾਹ ਆਰਥਰ ਦੇ ਵੈਰੀ ਦੇ ਦਲ ਵਿੱਚ ਪੜਥੂ ਪਾ ਛੱਡਿਆ। ਸਰ ਗੈਵਨ ਨਾਲ ਸਰ ਲਾਂਸਲੈਟ ਨਾਲ ਦੋ ਹੱਥ ਕਰਨ ਲਈ ਬੜਾ ਬੇਕਰਾਰ ਹੋ ਰਿਹਾ ਸੀ। ਇੱਕ ਵਾਰ ਸਰ ਬੋਰਨਸ ਨੇ ਬਾਦਸ਼ਾਹ ਨੂੰ ਘੋੜੇ ਤੋਂ ਥੱਲੇ ਸੁੱਟ ਲਿਆ। ਇਹ ਵੇਖ ਕੇ ਸਰ ਲਾਂਸਲੈਟ ਭੱਜਾ ਆਇਆ ਤੇ ਆਰਥਰ ਨੂੰ ਪ੍ਰਣਾਮ ਕਰਕੇ ਉਹਨੂੰ ਚੜ੍ਹਨ ਲਈ ਆਪਣਾ ਘੋੜਾ ਦੇ ਦਿੱਤਾ। ਬਾਦਸ਼ਾਹ ਨੇ ਕਿਹਾ, ਲਾਂਸਲੈਟ, ਕਾਸ਼ ਕਿ ਇਹ ਲੜਾਈ ਨਾ ਹੁੰਦੀ। ਲਾਂਸਲੈਟ ਨੇ ਕਿਹਾ, ਤੁਸੀਂ ਹੀ ਇਹਨੂੰ ਬੰਦ ਕਰ ਸਕਦੇ ਹੋ। ਇਹ ਗੱਲਾਂ ਤਾਂ ਹੋ ਹੀ ਰਹੀਆਂ ਸਨ ਕਿ ਸਰ ਗੈਵਨ ਨੇ ਲਾਂਸਲੈਟ ਦੀ ਸ਼ਾਨ ਦੇ ਵਿਰੁੱਧ ਊਂਟ ਪੁਲਟ ਬੋਲਦਿਆਂ ਹੋਇਆਂ ਬੜੀ ਤੇਜ਼ੀ ਨਾਲ ਵਧਿਆ। ਇਹਨਾਂ ਦੋਹਾਂ ਦਾ ਯੁੱਧ ਵੇਖਣ ਲਈ ਦੋਵੇਂ ਫੌਜਾਂ ਵਿੱਚ ਕੁਝ ਵਿੱਥ ਪਾ ਕੇ ਇੱਕ ਪਾਸੇ ਖੜੋ ਗਈਆਂ ਤਾਂ ਜੋ ਦੋਹਾਂ ਪ੍ਰਸਿੱਧ ਯੋਧਿਆਂ ਦਾ ਟੱਕਰਾ ਵੇਖ ਸਕਣ। ਦੋਵੇਂ ਆਪਣੇ ਘੋੜੇ ਸਰਪਟ ਦੌੜਾਉਂਦਿਆਂ ਹੋਇਆਂ ਇੱਕ ਦੂਜੇ ਤੇ ਜਾ ਪਏ। ਘੋੜਿਆਂ ਦੀ ਟੱਕਰ ਲੱਗਣ ਨਾਲ ਉਹ ਦੋਵੇਂ ਘੋੜਿਆਂ ਤੋਂ ਥੱਲੇ ਜਾ ਪਏ। ਫਿਰ ਉਹ ਆਪਣੀਆਂ ਢਾਲਾਂ ਦੀ ਆੜ ਵਿੱਚ ਇੱਕ ਦੂਜੇ ਤੇ ਤਲਵਾਰਾਂ ਨਾਲ ਵਾਰ ਕਰਨ ਲੱਗੇ। ਸਰ ਗੈਵਨ ਪੂਰੇ ਤਾਣ ਨਾਲ ਸਰ ਲਾਂਸਲੈਟ ਤੇ ਵਾਰ ਕਰਦਾ ਰਿਹਾ, ਪਰ ਲਾਂਸਲੈਟ ਆਪਣੇ ਵਿਰੋਧੀ ਦੇ ਵਾਰਾਂ ਨੂੰ ਕੇਵਲ ਟਾਲਦਾ ਹੀ ਰਿਹਾ। ਆਖਰ ਮਜਬੂਰ ਹੋ ਕੇ ਸਰ ਲਾਂਸਲੈਟ ਨੇ ਇੱਕ ਭਰਵਾਂ ਵਾਰ ਕੀਤਾ, ਜਿਸ ਨਾਲ ਸਰ ਗੈਵਨ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਥੱਲੇ ਜਾ ਪਿਆ ਤੇ ਸਰ ਲਾਂਸਲੈਟ ਇੱਕ ਬੰਨੇ ਹੋ ਕੇ ਖੜੋ ਗਿਆ। ਸਰ ਗੈਵਨ ਨੇ ਕਿਹਾ, ਧੋਖੇਬਾਜ਼ ਯੋਧੇ, ਹੁਣ ਮੌਕਾ ਹੈ, ਅਗਾਂਹ ਹੋ ਕੇ ਮੈਨੂੰ ਜਾਨੋਂ ਮਾਰਦੇ ਕਿਉਂ ਨਹੀਂ? ਜੇ ਤੂੰ ਮੇਰੇ ਕਾਬੂ ਆ ਗਿਆ ਤਾਂ ਮੈਂ ਤੈਨੂੰ ਛੱਡਣਾ ਨਹੀਂ। ਸਰ ਲਾਂਸਲੈਟ ਨੇ ਉੱਤਰ ਦਿੱਤਾ, ਠੱਠੇ ਹੋਇਆਂ ਤੇ ਵਾਰ ਕਰਨਾ ਮੇਰਾ ਅਸੂਲ ਨਹੀਂ। ਉਹਨੇ ਬਾਦਸ਼ਾਹ ਵੱਲ ਮੁੜ ਕੇ ਕਿਹਾ, ਹਜ਼ੂਰ, ਘੱਟ ਤੋਂ ਘੱਟ ਅੱਜ ਲਈ ਲੜਾਈ ਬੰਦ ਕਰਨ ਦਾ ਹੁਕਮ ਦੇ ਦਿਓ, ਭਾਵੇਂ ਤੁਸੀਂ ਵੈਰੀ ਦੇ ਰੂਪ ਵਿੱਚ ਹੋਵੋ ਜਾਂ ਦੋਸਤ ਦੇ ਰੂਪ ਵਿੱਚ। ਮੇਰੀ ਪ੍ਰਾਰਥਨਾ ਹੈ ਰੱਬ ਸਦਾ ਤੁਹਾਨੂੰ ਰਾਜ਼ੀ ਰੱਖੇ। ਇਸ 'ਤੇ ਲਾਂਸਲੈਟ ਤੇ ਉਹਦੇ ਆਦਮੀ ਕਿਲੇ ਵੱਲ ਅਤੇ ਬਾਦਸ਼ਾਹ ਤੇ ਉਹਦੇ ਸਾਥੀ ਆਪਣੇ ਤੰਬੂਆਂ ਵੱਲ ਮੁੜ ਗਏ। ਸਰ ਗੈਵਨ ਨੂੰ ਵੀ ਉਹਦੇ ਸਾਥੀ ਚੁੱਕ ਕੇ ਉਹਦੇ ਤੰਬੂ ਵੱਲ ਲੈ ਗਏ। ਕਾਂਡ 11ਵਾਂ, ਮਿੱਤਰ ਤਰੋਈ ਮੌਡਰੇਟ ਤੇ ਪੱਛਮ ਦੀ ਲੜਾਈ। ਸਰ ਗੈਵਨ ਦਾ ਜ਼ਖਮ ਠੀਕ ਹੁੰਦਿਆਂ ਕਾਫੀ ਦਿਨ ਲੱਗ ਗਏ, ਇਸ ਲਈ ਦੋਹਾਂ ਫੌਜਾਂ ਵਿੱਚ ਲੜਾਈ ਬੰਦ ਰਹੀ। ਉਧਰ ਲੰਡਨ ਵੱਲੋਂ ਖਬਰ ਆਈ ਕਿ ਸਰ ਮੌਡਰੇਟ ਨੇ ਇਹ ਝੂਠੀ ਖਬਰ ਫੈਲਾ ਕੇ ਕਿ ਆਰਥਰ ਸਰ ਲਾਂਸਲੈਟ ਨਾਲ ਲੜਾਈ ਵਿੱਚ ਮਾਰਿਆ ਗਿਆ ਹੈ, ਤਖਤ ਤੇ ਕਬਜ਼ਾ ਕਰ ਲਿਆ ਹੈ। ਇਹ ਖਬਰ ਸੁਣਦਿਆਂ ਹੀ ਆਰਥਰ ਨੇ ਫੌਜ ਨੂੰ ਬਰਤਾਨੀਆ ਵਾਪਸ ਮੁੜਨ ਦਾ ਹੁਕਮ ਦੇ ਦਿੱਤਾ। ਉਧਰ ਮੌਡਰੇਟ ਨੇ ਟਾਕਰੇ ਲਈ ਵੀ
ਚੋਖਾ ਲਸ਼ਕਰ ਤਿਆਰ ਕਰ ਲਿਆ ਸੀ। ਜਦ ਆਰਥਰ ਦੀ ਫੌਜ ਕੰਢੇ ਲੱਗੇ ਪਹੁੰਚੀ ਤਾਂ ਮੌਡਰੇਟ ਦੀ ਫੌਜ ਨੇ ਆਰਥਰ 'ਤੇ ਜ਼ਬਰਦਸਤ ਹੱਲਾ ਬੋਲਿਆ। ਬੜੇ ਘਮਸਾਨ ਦੀ ਲੜਾਈ ਹੋਈ, ਜਿਸ ਵਿੱਚ ਜਿੱਤ ਬਾਦਸ਼ਾਹ ਦੀ ਹੋਈ ਤੇ ਮੌਡਰੇਟ ਹਾਰ ਕੇ ਨੱਸ ਗਿਆ। ਸਰ ਗੈਵਨ ਇਸ ਲੜਾਈ ਵਿੱਚ ਉਸੇ ਥਾਂ ਇੱਕ ਹੋਰ ਜ਼ਖਮ ਹੋ ਗਿਆ ਜਿੱਥੇ ਸਰ ਲਾਂਸਲੈਟ ਦੀ ਤਲਵਾਰ ਨਾਲ ਫੱਟੜ ਹੋਇਆ ਸੀ ਤੇ ਉਹ ਮਰਨ ਦੇ ਕਿਨਾਰੇ 'ਤੇ ਸੀ। ਬਾਦਸ਼ਾਹ ਇਹ ਵੇਖ ਕੇ ਬੜਾ ਦੁਖੀ ਹੋਇਆ ਤੇ ਕਹਿਣ ਲੱਗਾ, ਸਰ ਗੈਵਨ, ਮੇਰੀਆਂ ਖੁਸ਼ੀਆਂ ਦੇ ਦਿਨ ਇੱਕ ਸੁਪਨਾ ਹੋ ਗਏ ਜਾਪਦੇ ਨੇ। ਤੂੰ ਤੇ ਲਾਂਸਲੈਟ ਮੇਰੇ ਦੋ ਥੰਮ ਸੌ। ਲਾਂਸਲੈਟ ਉਂਝ ਮੈਥੋਂ ਵਿਛੜ ਗਿਆ ਤੇ ਤੂੰ ਹੁਣ ਮੌਤ ਮੈਨੂੰ ਵਿਛੋੜ ਰਹੀ ਹੈ। ਸਰ ਗੈਵਨ ਨੇ ਕਿਹਾ, ਮੇਰਾ ਅੰਤਮ ਸਮੇਂ ਨੇੜੇ ਆ ਗਿਆ ਹੈ। ਮੈਂ ਸਮਝਦਾ ਹਾਂ ਮੇਰੇ ਨਾਲ ਠੀਕ ਇਨਸਾਫ ਹੋਇਆ ਹੈ। ਮੇਰੀ ਜ਼ਿੱਦ ਤੇ ਹੱਟਧਰਮੀ ਕਰਕੇ ਹੀ ਇਹ ਲੜਾਈ ਹੋਈ ਹੈ। ਮੇਰੀ ਆਖਰੀ ਬੇਨਤੀ ਹੈ ਹਜ਼ੂਰ, ਮੈਨੂੰ ਆਪਣੇ ਹੱਥਾਂ ਨਾਲ ਸਹਾਰਾ ਦਿਓ ਤਾਂ ਜੋ ਮੈਂ ਸਰ ਲਾਂਸਲੈਟ ਨੂੰ 2 ਅੱਖਰ ਲਿਖ ਦੇਵਾਂ। ਉਹਨੇ ਲਿਖਿਆ, ਮੈਂ ਗੈਵਨ ਦੁਨੀਆ ਦੇ ਸ਼ਾਨਦਾਰ ਯੋਧੇ ਸਰ ਲਾਂਸਲੈਟ ਨੂੰ ਮਰਨ ਤੋਂ ਪਹਿਲਾਂ ਸ਼ੁਭ ਕਾਮਨਾਵਾਂ ਭੇਜਦਾ ਹਾਂ। ਮੈਂ ਭੁਲੇਖੇ ਵਿੱਚ ਫਸ ਕੇ ਤੁਹਾਡੇ ਨਾਲ ਵੈਰ ਕਮਾਇਆ ਹੈ। ਤੁਸੀਂ ਬਿਲਕੁਲ ਨਿਰਦੋਸ਼ ਹੋ। ਪੁਰਾਣੀ ਮਿੱਤਰਤਾ ਦਾ ਵਾਸਤਾ ਪਾ ਕੇ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਬਰਤਾਨੀਆ ਵਾਪਸ ਆ ਜਾਓ। ਜਦੋਂ ਤੁਹਾਨੂੰ ਮੇਰੀ ਕਬਰ ਕੋਲੋਂ ਲੰਘਣ ਦਾ ਮੌਕਾ ਮਿਲੇ ਤਾਂ ਉਸ 'ਤੇ 2 ਅੱਥਰੂ ਕੇਰ ਦੇਣਾ। ਤੁਹਾਡਾ ਪੁਰਾਣਾ ਮਿੱਤਰ ਔਰਕਨੀ ਟਾਪੂਆਂ ਦਾ ਯੋਧਾ ਗੈਵਨ। ਇਹ ਲਿਖ ਕੇ ਸਰ ਗੈਵਨ ਨੇ ਸਵਾਸ ਤਿਆਗ ਦਿੱਤੇ। ਮੌਡਰੇਟ ਹਾਰ ਕਾਰਨ ਪਿੱਛੋਂ ਪੱਛਮ ਵੱਲ ਭੱਜ ਗਿਆ। ਉੱਥੇ ਜਾ ਕੇ ਉਹਨੇ ਲੋਕਾਂ ਵਿੱਚ ਝੂਠ ਸੱਚ ਬੋਲ ਕੇ ਇੱਕ ਹੋਰ ਵੱਡੀ ਫੌਜ ਇਕੱਠੀ ਕਰ ਲਈ। ਆਰਥਰ ਵੀ ਮੌਡਰੇਟ ਨਾਲ 2 ਹੱਥ ਕਰਨਾ ਚਾਹੁੰਦਾ ਸੀ, ਇਸ ਲਈ ਉਹਨੇ ਮੌਡਰੇਟ ਦਾ ਪਿੱਛਾ ਕੀਤਾ ਤੇ ਉਹਨੂੰ ਪੱਛਮੀ ਕੰਢੇ ਲਾਗੇ ਜਾ ਘੇਰਿਆ। ਇੱਥੇ ਵੀ ਬੜੀ ਜ਼ਬਰਦਸਤ ਲੜਾਈ ਹੋਈ। ਲੜਾਈ ਤੋਂ ਇੱਕ ਦਿਨ ਪਹਿਲਾਂ ਆਰਥਰ ਨੇ ਸਰ ਗੈਵਨ ਨੂੰ ਇੱਕ ਸੁਪਨੇ ਵਿੱਚ ਵੇਖਿਆ। ਉਹ ਕਹਿ ਰਿਹਾ ਸੀ, ਜੇ ਤੁਸੀਂ ਕੱਲ੍ਹ ਲੜਾਈ ਸ਼ੁਰੂ ਕੀਤੀ ਤਾਂ ਨਾ ਕੇਵਲ ਤੁਸੀਂ ਆਪ ਮਾਰੇ ਜਾਓਗੇ, ਬਲਕਿ ਇਸ ਖੂਨ ਖਰਾਬੇ ਵਿੱਚ ਦੋਹਾਂ ਪਾਸਿਆਂ ਦੇ ਬਹੁਤ ਸਾਰੇ ਯੋਧੇ ਮਾਰੇ ਜਾਣਗੇ। ਤੁਸੀਂ 1 ਮਹੀਨੇ ਲਈ ਸੁਲ੍ਹਾ ਕਰ ਲਓ। ਉਦੋਂ ਤੱਕ ਮੈਨੂੰ ਪਿੱਛੋਂ ਸਰ ਲਾਂਸਲੈਟ ਬਹੁਤ ਸਾਰੇ ਯੋਧੇ ਲੈ ਕੇ ਤੁਹਾਡੀ ਸਹਾਇਤਾ ਲਈ ਆ ਜਾਏਗਾ ਤੇ ਤੁਹਾਡੀ ਜਿੱਤ ਯਕੀਨੀ ਹੋ ਜਾਏਗੀ। ਜਦ ਬਾਦਸ਼ਾਹ ਨੇ ਅਗਲੀ ਸਵੇਰ ਇਸ ਸੁਪਨੇ ਬਾਰੇ ਆਪਣੇ ਸਰਦਾਰਾਂ ਨੂੰ ਦੱਸਿਆ ਤਾਂ ਉਹ ਇਸ ਗੱਲ 'ਤੇ ਰਾਜ਼ੀ ਹੋ ਗਏ। ਫੈਸਲਾ ਇਹ ਹੋਇਆ ਕਿ ਸਰ ਮੌਡਰੇਟ ਅਤੇ ਬਾਦਸ਼ਾਹ ਸੁਲ੍ਹਾ ਦੀ ਲਈ ਗੱਲਬਾਤ ਕਰਨ ਤੇ ਗੱਲਬਾਤ ਸਮੇਂ ਉਹਨਾਂ ਨਾਲ 14 ਯੋਧੇ ਆਉਣ। ਜਿਸ ਵੇਲੇ ਸੁਲ੍ਹਾ ਦੀ ਗੱਲਬਾਤ ਹੋ ਰਹੀ ਸੀ ਤਾਂ ਲਾਗੇ ਹੀ ਇੱਕ ਝਾੜੀ ਵਿੱਚੋਂ ਇੱਕ ਸੱਪ ਨਿਕਲਿਆ ਤੇ ਉਹਨੇ ਇੱਕ ਯੋਧੇ ਨੂੰ ਡਸ ਲਿਆ। ਸੱਪ ਨੂੰ ਵੇਖ ਕੇ ਦੂਜੇ ਯੋਧੇ ਨੇ ਤਲਵਾਰ ਕੱਢ ਲਈ। ਦੋਹਾਂ ਦੂਰ ਖੜੀਆਂ ਫੌਜਾਂ ਨੇ ਸਮਝਿਆ ਕਿ ਗੱਲ ਸਿਰੇ ਨਹੀਂ ਚੜੀ ਤੇ ਝਗੜਾ ਹੋ ਗਿਆ ਹੈ। ਇਸ ਲੜਾਈ ਦਾ ਬਿਗਲ ਵੱਜ ਗਿਆ ਤੇ ਲੜਾਈ ਬੜੇ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਗਈ। ਸਾਰਾ ਦਿਨ ਖੂਬ ਕੱਟਾ ਵੱਡੀ ਹੁੰਦੀ ਰਹੀ। ਜਦ ਸ਼ਾਮ ਪਈ ਤਾਂ ਬਾਦਸ਼ਾਹ ਨੂੰ ਇਹ ਵੇਖ ਕੇ ਬੜਾ ਦੁੱਖ ਹੋਇਆ ਕਿ ਸਰ ਲਿਊਕਨ ਤੇ ਸਰ ਬੈਡੀਵੀਅਰ ਤੋਂ ਸਿਵਾ ਉਹਦੇ ਸਭ ਯੋਧੇ ਮਾਰੇ ਗਏ ਹਨ। ਕੁਝ ਦੂਰ ਲੋਥਾਂ ਦੇ ਇੱਕ ਢੇਰ ਲੱਗੇ ਅਚਾਨਕ ਉਹਦੀ ਨਜ਼ਰ ਸਰ ਮੌਡਰੇਟ 'ਤੇ ਪਈ, ਜੋ ਇਸ ਤਬਾਹੀ ਦਾ ਕਾਰਨ ਸੀ। ਆਰਥਰ ਨੇ ਬੜੇ ਕ੍ਰੋਧ ਵਿੱਚ ਕਿਹਾ, ਧਰੋਈ ਮੌਡਰੇਟ, ਤਿਆਰ ਹੋ ਜਾ, ਤੇਰਾ ਅੰਤਮ ਸਮਾਂ ਆ ਗਿਆ ਹੈ। ਤੇ ਆਪਣਾ ਨੇਜ਼ਾ ਇਸ ਜ਼ੋਰ ਨਾਲ ਉਹਨੂੰ ਮਾਰਿਆ ਕਿ ਮੌਡਰੇਟ ਦੀ ਛਾਤੀ ਵਿੱਚੋਂ ਪਾਰ ਲੰਘ ਗਿਆ। ਉਧਰ ਮੌਡਰੇਟ ਨੇ ਮਰਦੇ ਮਰਦੇ ਪੂਰੇ ਤਨ ਨਾਲ ਬਾਦਸ਼ਾਹ ਤੇ ਤਲਵਾਰ ਦਾ ਇੱਕ ਐਸਾ ਵਾਰ ਕੀਤਾ ਕਿ ਜਿਸ ਨਾਲ ਬਾਦਸ਼ਾਹ ਸਖਤ ਜ਼ਖਮੀ ਹੋ ਗਿਆ। ਉਹਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ ਤੇ ਉਹ ਮੂਰਛਾ ਖਾ ਕੇ ਥੱਲੇ ਡਿੱਗ ਪਿਆ। ਕਾਂਡ 12ਵਾਂ, ਬਾਦਸ਼ਾਹ ਆਰਥਰ ਦੀ ਮੌਤ। ਸਰ ਲਿਊਕਨ ਤੇ ਸਰ ਬੈਡੀਵੀਅਰ ਬਾਦਸ਼ਾਹ ਨੂੰ ਚੁੱਕ ਕੇ ਸਮੁੰਦਰ ਦੇ ਕੰਢੇ ਲੱਗੇ ਇੱਕ ਪੁਰਾਣੇ ਗਿਰਜੇ ਕੋਲ ਲੈ ਗਏ। ਉਹਨੂੰ ਉੱਥੇ ਲਿਟਾ ਦਿੱਤਾ। ਸਰ ਲਿਊਕਨ, ਜੋ ਆਪ ਵੀ ਸਖਤ ਫੱਟੜ ਹੋ ਚੁੱਕਾ ਸੀ, ਉੱਥੇ ਪਹੁੰਚਦਿਆਂ ਹੀ ਮਰ ਗਿਆ। ਜਦ ਬਾਦਸ਼ਾਹ ਨੂੰ ਹੋਸ਼ ਆਈ ਤਾਂ ਆਪਣੇ ਕੋਲ ਖੜੇ ਉਦਾਸੀ ਵਿੱਚ ਰੋ ਰਹੇ ਸਰ ਬੈਡੀਵੀਅਰ ਨੂੰ ਵੇਖ ਕੇ ਕਹਿਣ ਲੱਗਾ, ਹੁਣ ਸਮਾਂ ਥੋੜ੍ਹਾ ਹੈ ਤੇ ਤੇਰੇ ਗੋਚਰੇ ਇੱਕ ਜ਼ਰੂਰੀ ਕੰਮ ਹੈ। ਹੁਣ ਰੋਣ ਤੋਂ ਆਉਂਦਾ ਕੋਈ ਲਾਭ ਨਹੀਂ। ਇਹ ਲੈ ਮੇਰੀ ਤਲਵਾਰ ਐਕਸਕੈਲੀਬਰ, ਜਾ ਇਸ ਨੂੰ ਝੀਲ ਵਿੱਚ ਸੁੱਟਾ ਤੇ ਸੁੱਟਣ ਪਿੱਛੋਂ ਜੋ ਕੁਝ ਤੂੰ ਵੇਖੇ ਮੈਨੂੰ ਆ ਦਸੀਂ। ਸਰ ਬੈਡੀਵੀਅਰ ਨੇ ਕਿਹਾ, ਜਿਵੇਂ ਹਜ਼ੂਰ ਦਾ ਹੁਕਮ। ਇਹ ਕਹਿ ਕੇ ਉਹ ਝੀਲ ਦੇ ਕੰਢੇ ਵੱਲ ਤੁਰ ਪਿਆ। ਤਲਵਾਰ ਬੜੀ ਸੁੰਦਰ ਸੀ। ਉਹਦੀ ਮੁੱਠ ਹੀਰਿਆਂ ਨਾਲ ਜੜੀ ਹੋਈ ਸੀ ਤੇ ਉਸ 'ਤੇ ਕਮਾਲ ਦਾ ਕੰਮ ਕੀਤਾ ਹੋਇਆ ਸੀ। ਉਹਦਾ ਉਸਨੂੰ ਸੁੱਟਣ 'ਤੇ ਜੀ ਨਾ ਕੀਤਾ, ਇਸ ਲਈ ਉਹ ਤਲਵਾਰ ਨੂੰ ਲਾਗੇ ਹੀ ਇੱਕ ਝਾੜੀ ਪਿੱਛੇ ਲੁਕਾ ਕੇ ਬਾਦਸ਼ਾਹ ਪਾਸ ਮੁੜ ਗਿਆ। ਬਾਦਸ਼ਾਹ ਨੇ ਪੁੱਛਿਆ, ਦੱਸ ਉੱਥੇ ਤੂੰ ਕੀ ਵੇਖਿਆ ਸੀ? ਸਰ ਬੈਡੀਵੀਅਰ ਨੇ ਉੱਤਰ ਦਿੱਤਾ, ਪਾਣੀ ਦੀ ਲਹਿਰਾਂ ਤੋਂ ਸਿਵਾ ਮੈਂ ਉੱਥੇ ਕੁਝ ਨਹੀਂ ਸੀ ਵੇਖਿਆ। ਇਸ 'ਤੇ ਬਾਦਸ਼ਾਹ ਨੇ ਫਿਰ ਕਿਹਾ, ਤਾਂ ਤੂੰ ਤਲਵਾਰ ਸੁੱਟੀ ਨਹੀਂ। ਜੇ ਤੂੰ ਮੇਰਾ ਸੱਚਾ ਸੇਵਕ ਹੈ, ਜਾ ਫੌਰਨ ਜਾ ਕੇ ਤਲਵਾਰ ਨੂੰ ਝੀਲ ਵਿੱਚ ਸੁੱਟਾ। ਸਰ ਬੈਡੀਵੀਅਰ ਇਸ ਤਲਵਾਰ ਨਾਲ ਸੁੱਟਣ ਦਾ ਪੱਕਾ ਮਨ ਬਣਾ ਕੇ ਝੀਲ ਵੱਲ ਗਿਆ, ਪਰ ਤਲਵਾਰ ਦੀ ਸੁੰਦਰਤਾ ਵੇਖ ਕੇ ਫਿਰ ਉਹਦਾ ਮਨ ਭਰਮ ਗਿਆ ਤੇ ਬਿਨਾਂ ਉਹਨੂੰ ਝੀਲ ਵਿੱਚ ਸੁੱਟਿਆਂ ਬਾਦਸ਼ਾਹ ਪਾਸ ਮੁੜ ਗਿਆ। ਬਾਦਸ਼ਾਹ ਨੇ ਫਿਰ ਪੁੱਛਿਆ, ਤੂੰ ਉੱਥੇ ਕੀ ਵੇਖਿਆ ਸੀ? ਸਰ ਬੈਡੀਵੀਅਰ ਨੇ ਉੱਤਰ ਦਿੱਤਾ, ਉੱਥੇ ਪਾਣੀ ਦੀਆਂ ਛੱਲਾਂ ਵੱਡੇ ਵੱਡੇ ਪੱਥਰਾਂ ਨਾਲ ਟਕਰਾ ਰਹੀਆਂ ਸਨ। ਇਹ ਸੁਣ ਕੇ ਬਾਦਸ਼ਾਹ ਨੂੰ ਸਖਤ ਕ੍ਰੋਧ ਆਇਆ ਤੇ ਉਹਨੇ ਕਿਹਾ, ਬੇਵਫਾ ਯੋਧੇ, ਤੂੰ 2 ਵਾਰ ਝੂਠ ਬੋਲਿਆ ਹੈ। ਜੇ ਇਸ ਵਾਰ ਤੂੰ ਫਿਰ ਝੂਠ ਬੋਲਿਆ ਤਾਂ ਮੈਂ ਉੱਠ ਕੇ ਤੇਰਾ ਸਿਰ ਲਾ ਦੇਵਾਂਗਾ। ਸਰ ਬੈਡੀਵੀਅਰ ਮੁੜਦੇ ਪੈਰੀਂ ਝੀਲ ਲਾਗੇ ਪਹੁੰਚਿਆ। ਉਹਨੇ ਤਲਵਾਰ ਝਾੜੀ ਪਿੱਛੋਂ ਕੱਢੀ ਤੇ ਵਗਾ ਕੇ ਝੀਲ ਵਿੱਚ ਸੁੱਟੀ ਤੇ ਝੀਲ ਵਿੱਚ ਇੱਕ ਹੱਥ ਬਾਹਰ ਨਿਕਲ ਆਇਆ ਤੇ ਤਲਵਾਰ ਨੂੰ ਫੜ ਕੇ ਫਿਰ ਪਾਣੀ ਵਿੱਚ ਅਲੋਪ ਹੋ ਗਿਆ। ਇਹ ਸਭ ਕੁਝ ਸਰ ਬੈਡੀਵੀਅਰ ਨੇ ਬਾਦਸ਼ਾਹ ਨੂੰ ਜਾ ਦੱਸਿਆ। ਬਾਦਸ਼ਾਹ ਨੇ ਕਿਹਾ, ਹਾਂ ਹੁਣ ਤੂੰ ਸੱਚਮੁੱਚ ਤਲਵਾਰ ਸੁੱਟ ਦਿੱਤੀ ਹੈ। ਹੁਣ ਮੈਨੂੰ ਚੁੱਕ ਕੇ ਕੰਢੇ 'ਤੇ ਲੈ ਚੱਲ।
ਸਰ ਬੈਡੀਵੇਅਰ ਆਰਥਰ ਨੂੰ ਮੋਢੇ 'ਤੇ ਚੁੱਕ ਕੇ ਸਮੁੰਦਰ ਦੇ ਕੰਢੇ 'ਤੇ ਲੈ ਗਿਆ। ਹਰ ਥਾਂ ਚੰਦ ਦੀ ਚਾਨਣੀ ਖਿਲਰੀ ਹੋਈ ਸੀ। ਅਚਾਨਕ ਦੂਰੋਂ ਇੱਕ ਬੇੜੀ ਕੰਢੇ ਵੱਲ ਆਉਂਦੀ ਦਿਸੀ। ਉਸ ਵਿੱਚ 3 ਇਸਤਰੀਆਂ ਬੈਠੀਆਂ ਹੋਈਆਂ ਸਨ। ਉਹਨਾਂ ਨੇ ਕਾਲੇ ਕੱਪੜੇ ਪਹਿਨੇ ਹੋਏ ਸਨ ਅਤੇ ਉਹਨਾਂ ਦੇ ਸਿਰਾਂ 'ਤੇ ਤਾਜ ਸਨ। ਬਾਦਸ਼ਾਹ ਦੇ ਕਹਿਣ 'ਤੇ ਸਰ ਬੈਡੀਵੇਅਰ ਨੇ ਉਹਨੂੰ ਬੜੀ ਬੇੜੀ ਵਿੱਚ ਲਿਟਾ ਦਿੱਤਾ। ਤਿੰਨੇ ਰਾਣੀਆਂ ਆਰਥਰ ਨੂੰ ਸਖਤ ਜ਼ਖਮੀ ਵੇਖ ਕੇ ਜ਼ਾਰੋ-ਜ਼ਾਰ ਰੋਣ ਲੱਗ ਪਈਆਂ। ਇੱਕ ਨੇ ਕਿਹਾ, ਤੁਸੀਂ ਬੜਾ ਚਿਰ ਲਾ ਦਿੱਤਾ ਹੈ, ਤੁਹਾਡਾ ਜ਼ਖਮ ਵੀ ਠੰਡਾ ਹੁੰਦਾ ਜਾ ਰਿਹਾ ਹੈ। ਫਿਰ ਬੇੜੀ ਕੰਢੇ ਤੋਂ ਤੁਰ ਪਈ। ਇਹ ਵੇਖ ਕੇ ਸਰ ਬੈਡੀਵੇਅਰ ਰੋਣ ਲੱਗ ਪਿਆ, ਕਿਉਂਕਿ ਹੁਣ ਉਹ ਦੁਨੀਆ ਵਿੱਚ ਇਕੱਲਾ ਹੀ ਰਹਿ ਗਿਆ ਸੀ। ਉਹਨੇ ਰੋਂਦਿਆਂ ਹੋਇਆਂ ਕਿਹਾ, ਹਜ਼ੂਰ, ਤੁਹਾਥੋਂ ਵਿਛੜ ਕੇ ਮੈਂ ਇਕੱਲਾ ਹੁਣ ਕਿੱਥੇ ਜਾਵਾਂ। ਬਾਦਸ਼ਾਹ ਨੇ ਕਿਹਾ, ਮੈਂ ਹੁਣ ਰੂਹਾਂ ਦੇ ਦੇਸ਼ ਐਵੇਲੋਨ ਵੱਲ ਜਾ ਰਿਹਾ ਹਾਂ, ਮੇਰੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰੀ। ਸਰ ਬੈਡੀਵੇਅਰ ਉਤਨਾ ਚਿਰ ਕੰਢੇ 'ਤੇ ਹੀ ਖੜਾ ਰਿਹਾ ਜਦ ਤੱਕ ਬੇੜੀ ਅੱਖਾਂ ਤੋਂ ਓਲੇ ਨਾ ਹੋ ਗਈ। ਸਰ ਬੈਡੀਵੇਅਰ ਸਾਧੂ ਬਣ ਗਿਆ ਅਤੇ ਉਹਨੇ ਜੀਵਨ ਦੇ ਆਖਰੀ ਦਿਨ ਪਰਮਾਤਮਾ ਦੀ ਭਗਤੀ ਵਿੱਚ ਗੁਜ਼ਾਰੇ। ਅੱਜ ਤੁਸੀਂ ਮੇਰੇ ਨਾਲ ਬਾਦਸ਼ਾਹ ਆਰਥਰ ਅਤੇ ਗੋਲਮੇਜ਼ ਦੇ ਯੋਧਿਆਂ ਬਾਰੇ ਪੜ੍ਹਿਆ ਅਤੇ ਸੁਣਿਆ ਹੈ। ਇਹ ਸਾਰੀ ਕਹਾਣੀ 12 ਕਾਂਡਾਂ ਵਿੱਚ ਪੜ੍ਹੀ ਗਈ ਹੈ, ਜਿਸ ਵਿੱਚ ਆਰਥਰ ਦਾ ਗੱਦੀ 'ਤੇ ਬੈਠਣਾ, ਗੋਲਮੇਜ਼ ਦੇ ਯੋਧੇ, ਜਾਦੂਗਰਨੀ ਅਨੂਰ, ਸਰ ਲੌਂਸਲੈਟ, ਸਰ ਗੈਰਿਥ, ਸਰ ਗੈਲੌਟ ਦਾ ਆਉਣਾ, ਹੋਲੀ ਗ੍ਰੇਲ ਦੇ ਦਰਸ਼ਨ, ਐਸਟੋਲੋਟ ਦੀ ਸੁੰਦਰੀ, ਸਰ ਲਾਂਸਲੈਟ ਵਿਰੁੱਧ ਮੌਡਰੇਟ ਦੀ ਸਾਜ਼ਿਸ਼, ਮਲਕਾ ਨੂੰ ਮੌਤ ਦੀ ਸਜ਼ਾ, ਮਿੱਤਰ ਤਰੋਈ, ਮੌਡਰੇਟ ਅਤੇ ਪੱਛਮ ਦੀ ਲੜਾਈ ਅਤੇ ਅਖੀਰ ਵਿੱਚ ਬਾਦਸ਼ਾਹ ਆਰਥਰ ਦੀ ਮੌਤ। ਇਹ ਸਾਰੀ ਦਿਲਚਸਪ ਜਾਣਕਾਰੀ ਤੁਸੀਂ ਹਾਸਿਲ ਕਰੋਗੇ। ਸ਼ੁਭ ਇਛਾਵਾਂ, ਹਰਜੀਤ ਭਮਰਾ।